ਨੂੰ ਬੜਾ ਦਿਲਚਸਪ ਹੈ। ਅਸੀਂ ਬਹੁਤ ਜਲਦੀ ਮੇਰੇ ਹਸਬੰਡ ਨੂੰ ਲਿਆ ਰਹੇ ਹਾਂ, ਭਰਾ ਨੂੰ ਲਿਆ ਰਹੇ ਹਾਂ ਤਾਂ ਕਿ ਪਤਾ ਲੱਗ ਸਕੇ ਕਿ ਨਿਰਮਲ ਜੀ ਹਾਲੇ ਤੁਹਾਨੂੰ ਦੱਸ ਦੇਣ ਕਿ ਸੱਚ ਕੀ ਝੂਠ ਕੀ। ਕਲੇਮ ਕੀਤਾ ਕਿ ਮੇਰੇ ਭਰਾ ਨੇ ਮੈਨੂੰ ਕੈਨੇਡਾ ਇੰਗਲੈਂਡ ਦੇ ਵਿੱਚ ਗਲਤ ਤਰੀਕੇ ਨਾਲ ਸੱਦ ਕੇ ਪੱਕਾ ਕੀਤਾ। ਹੁਣ ਸ਼ੀ ਇਜ਼ ਬ੍ਰਿਟਿਸ਼ ਪਾਸਪੋਰਟ ਹੋਲਡਰ ਹੈ ਔਰ ਬੱਚੇ ਨੂੰ ਜਨਮ ਦਿੱਤਾ ਹੈ। ਔਰ ਇਹ ਨਿਰਮਲ ਕੌਰ ਇੱਕ ਕਲੇਮ ਕਰ ਰਹੇ ਨੇ ਕਿ ਮੇਰੇ ਹਸਬੰਡ ਨੇ ਤੇ ਮੇਰੇ ਆਪਣੇ ਬ੍ਰਦਰ ਨੇ ਔਰ ਮੇਰੇ ਨਾਲ 5 ਕਰੋੜ ਦੀ ਠੱਗੀ ਮਾਰੀ ਹੈ। ਔਰ ਜਿਹੜਾ ਕਿ ਅਮਾਉਂਟ ਇਨ ਪਾਉਂਡ ਆਉਣ ਵਾਲੇ ਦਿਨਾਂ ਵਿੱਚ ਕਿ ਸਟੋਰੀ ਕਿਵੇਂ ਕਿੱਦਾਂ ਨੂੰ ਟਵਿਸਟ ਹੁੰਦੀ ਹੈ। ਹਾਲ ਤੱਕ ਇਸ ਸਟੋਰੀ ਵਿੱਚ ਬੜਾ ਭੰਬਲ ਭੂਸਾ ਆਇਆ। ਸੋ ਇਨ ਸੈਂਸ ਕਿ ਪਤਾ ਨਹੀਂ ਗਾ ਕਿ ਸਾਨੂੰ ਇਸ ਸਟੋਰੀ ਦੇ ਵਿੱਚ ਹੈ ਕੀ। ਇਹ ਨਰਮਲਜੀਤ ਕੌਰ ਨੇ ਇਹ ਸਟੋਰੀ ਵੱਖਰੀ ਦੱਸ ਰਹੇ ਨੇ ਕਿ ਮੇਰਾ ਘਰ ਜਾਣ ਵਾਲਾ ਮੇਰਾ ਸਕਾ ਭਰਾ ਆ ਤੇ ਉਸ ਤੋਂ ਬਾਅਦ ਮੇਰੇ ਘਰ ਵਾਲਾ ਆ। ਤੁਹਾਨੂੰ ਕੀ ਲੱਗਦਾ ਸੱਚ ਹੈ ਜਾਂ ਫਿਰ ਕੁਝ ਛੁਪਾ ਰਹੇ ਨੇ? ਆਈ ਹੈਵ ਨੋ ਐਨੀ ਆਈਡੀਆ। ਅਸੜ ਸੇ ਵਿੱਚ ਟੈਲੀਫੋਨ ਕਾਲਸ ਜਿਹੜੇ ਨੇ ਉਹ ਔਨ ਦੀ ਏਅਰ ਕਰ ਰਹੇ ਆ ਔਰ ਮੇਰੇ ਖਿਆਲ ਕਿ ਲੰਡਨ ਤੋਂ ਕਾਲ ਹੈ। ਅਸੜ ਸੇ ਵਿੱਚ ਕੁਝ ਮਿੰਟ ਲਈ ਹਾਜ਼ਰ ਕਰ ਗਏ। ਜੀ ਹਾਂ, ਨੰਬਰ 6 ਕਾਲਰ ਦੱਸੋ ਤੁਸੀਂ ਇੰਗਲੈਂਡ ਤੋਂ ਕਾਲ ਕਰ ਰਹੇ ਹੋ? ਹਾਂਜੀ, ਸਤਿ ਸ਼੍ਰੀ ਅਕਾਲ ਬਾਸੀ ਸਾਹਿਬ। ਮੈਂ ਇੰਗਲੈਂਡ ਤੋਂ ਕਾਲ ਕਰਦਾ ਪਿਆ, ਗੈਸ ਤਰੀਖਾ ਜੀ। ਤੇ ਬਾਸੀ ਸਾਹਿਬ ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦਾ ਕਿ ਮੈਨੂੰ ਥੋੜੀ ਜਿਹੀ ਜਿੱਦਾਂ ਜੋ ਵੀ ਹੈਗੇ ਭੈਣ ਜੀ ਮੈਨੂੰ ਥੋੜੇ ਸਹੀ ਨਹੀਂ ਲੱਗਦੇ ਪਏ। ਸਹੀ ਤਾਂ ਨਹੀਂ ਲੱਗਦੇ ਪਏ ਕਿਉਂਕਿ ਜੀ ਇੱਥੇ ਇੰਗਲੈਂਡ ਦੇ ਵਿੱਚ ਘਰ ਲੈਣਾ ਕੋਈ ਸੌਖਾ ਨਹੀਂ ਹੈਗਾ। ਬਹੁਤ ਜ਼ਿਆਦਾ ਜਿੱਦਾਂ ਔਖਾ ਘਰ ਇੱਥੇ। ਇੱਕ ਤਾਂ ਮਤਲਬ ਜਿਹੜੇ ਬੰਦੇ ਨਾ ਪ੍ਰੋਪਰ ਕੰਮ ਕਰਦੇ, ਪ੍ਰੋਪਰ ਟੈਕਸ ਵੀ ਦਿੰਦੇ ਆ, ਮਤਲਬ ਉਹਨਾਂ ਨੂੰ ਵੀ ਘਰ ਲੈਣ ਚ ਇੰਨੀ ਮੁਸ਼ਕਲ ਆਉਂਦੀ ਹੈ ਕਿ ਜੇ ਕਹਿੰਦੇ ਆ ਕਿ ਮੇਰੇ ਭਰਾ ਨੇ ਮੇਰੇ ਸਾਈਨ ਕਰਕੇ ਪ੍ਰਾਪਰਟੀਆਂ ਲੈ ਲਈਆਂ, ਇਟ ਇਜ਼ ਨਾਟ ਪੋਸੀਬਲ, ਦਿਸ ਇਜ਼ ਨਾਟ ਰਾਈਟ। ਬਸ ਇਹੀ ਕਹਿਣਾ ਸੀ ਕਿ ਥੋੜੀ ਜਿਹੀ ਗੜਬੜ ਲੱਗਦੀ ਹੈ ਜੀ ਕਾਲ ਚ। ਨਰਮਲ ਕੁਝ ਗੜਬੜ ਆ, ਲੋਕ ਕਹਿ ਰਹੇ ਨੇ ਇੰਗਲੈਂਡ ਦੇ ਲੋਕ। ਇੰਗਲੈਂਡ ਤੋਂ ਕਾਲ ਸੀ। ਨੰਬਰ 5 ਕਾਲਰ। ਨਹੀਂ ਵੀਰ ਜੀ ਮੇਰੇ ਕੋਲ ਸਬੂਤ ਹੈ ਸਾਰੇ। ਮੈਂ ਵੀ ਜੀ ਝੂਠ ਨਹੀਂ ਬੋਲਦੀ, ਮੇਰੇ ਕੋਲ ਸਬੂਤ ਹੈ ਸਾਰੇ ਪ੍ਰੂਫ ਹੈ। ਓਕੇ ਫਾਈਨ, ਹੋ ਸਕਦਾ ਤੁਹਾਡੇ ਘਰ ਵਾਲਾ ਆ ਜਾਵੇ। ਮੈਨੂੰ ਵੀ ਸ਼ੌਕ ਲੱਗਿਆ। ਹਾਂਜੀ ਹੋਲਡ ਰੱਖੋ। ਵੀਰ ਜੀ ਇਹ ਸ਼ੌਕ ਮੈਨੂੰ ਵੀ ਬਹੁਤ ਲੱਗਿਆ। ਓਕੇ ਫਾਈਨ। ਨੰਬਰ 5 ਕਾਲਰ ਪਲੀਜ਼। ਨੰਬਰ 5 ਕਾਲਰ ਤੁਸੀਂ ਬੋਲੋ ਜੀ। ਨੰਬਰ 5 ਕਾਲਰ ਸਿਸਟਰ ਜਿਹੜਾ ਹੋਲਡ ਕਰਕੇ ਪੁੱਛੋ ਕੀ ਕਾਰਨ ਕੀ ਪ੍ਰੋਬਲਮ ਕੀ ਹੈ 5 ਕਾਲਰ ਨੂੰ। ਨੰਬਰ 4 ਕਾਲਰ ਪਲੀਜ਼। ਹਾਂਜੀ ਬਾਸੀ ਸਤਿ ਸ਼੍ਰੀ ਅਕਾਲ ਜੀ। ਬਾਸੀ ਜੀ ਮੈਨੂੰ ਆਂਟੀ ਜੀ ਸਹੀ ਲੱਗਦੀ ਹੈ ਜੀ, ਇਹਨਾਂ ਦੀ ਹੈਲਪ ਕਰਿਓ ਜੀ ਇਹ ਜਿਸ ਤਰੀਕੇ ਨਾਲ ਦੱਸ ਰਹੇ ਜੀ ਤੇ ਸੋ ਫਾਰ ਸਹੀ ਲੱਗਦੇ। ਬਾਕੀ ਦੂਜੀ ਥੈਂਕ ਯੂ ਸੋ ਮਚ। ਨੰਬਰ 3 ਕਾਲਰ ਪਲੀਜ਼। ਹਾਂਜੀ ਬਾਸੀ ਸਾਹਿਬ ਸਤਿ ਸ਼੍ਰੀ ਅਕਾਲ ਜੀ ਬੋਲੋ। ਬਾਸੀ ਸਾਹਿਬ ਮੈਂ ਇਹ ਕਹਿਣਾ ਚਾਹੁੰਦਾ ਵੀ ਚਲੋ ਹਸਬੈਂਡ ਨਾਲ ਆਪਾਂ ਮੰਨ ਲੈਂਦੇ ਆ ਇਹਨਾਂ ਦੀ ਕੋਈ ਗੜਬੜ ਹੋਊਗੀ ਜਾਂ ਨਹੀਂ ਨਿਭੀ ਜਾਂ ਨਹੀਂ ਬਣੀ, ਰਾਈਟ। ਪਰ ਇੱਕ ਭਰਾ ਦਾ ਭੈਣ ਦੇ ਮੁਤਾਬਕ ਬਲੱਡ ਵਾਈਟ ਕਿੱਦਾਂ ਹੋ ਸਕਦਾ ਯੂ ਨੋ। ਤੇ ਆਪਾਂ ਇਹ ਵੀ ਸੋਚ ਸਕਦੇ ਹਾਂ ਵੀ ਚਲੋ ਜੇ ਇਹਨਾਂ ਦਾ ਵੀ ਹਸਬੈਂਡ ਦੇ ਨਾਲ ਇਹਨਾਂ ਦਾ ਬ੍ਰਦਰ ਰਲ ਵੀ ਜਾਂਦਾ, ਪਰ ਇਹਨਾਂ ਦੇ ਬ੍ਰਦਰ ਨੂੰ ਉਹਨੂੰ ਕਹਿਣਾ ਚਾਹੀਦਾ ਨਹੀਂ ਕਿ ਯਾਰ ਮੇਰੀ ਸਿਸਟਰ ਆ ਵੀ ਆਪਾਂ ਇਦਾਂ ਨਹੀਂ ਕਰ ਸਕਦੇ। ਤੇ ਮੈਨੂੰ ਲੱਗਦਾ ਵੀ ਮੈਂ ਤਾਂ ਆਪਣੀ ਲਾਈਫ ਵਿੱਚ ਇਦਾਂ ਕਦੀ ਨਹੀਂ ਦੇਖਿਆ ਵੀ ਇੱਕ ਭਰਾ ਦੇ ਮੁਤਾਬਕ ਆਪਣੀ ਭੈਣ ਵਾਸਤੇ ਉਹਦਾ ਬਲੱਡ ਵਾਈਟ ਹੋ ਜੇ, ਰਾਈਟ। ਪਰ ਬਾਕੀ ਤੁਸੀਂ ਦੱਸ ਦਿਓ, ਤੁਸੀਂ ਸਿਆਣੇ ਹੋ, ਤੁਸੀਂ ਕੀ ਕਮੈਂਟ ਕਰੋਗੇ ਮੇਰੀ ਗੱਲ ਤੇ? ਥੈਂਕ ਯੂ ਸੋ ਮਚ। ਮਿਹਰਬਾਨੀ ਜੀ। ਨੰਬਰ 2 ਕਾਲਰ। ਸਤਿ ਸ਼੍ਰੀ ਅਕਾਲ ਬਾਸੀ ਸਾਹਿਬ ਜੀ। ਸਰ ਮੈਂ ਬੋਲਦਾ ਸਪੇਨ ਤੋਂ। ਤੇ ਸਰ ਮੈਨੂੰ ਲੱਗਦਾ ਹੈ ਕਿ ਆਂਟੀ ਜੀ ਨੇ ਕੁਝ ਕਾਲਾ ਮਾਲਾ ਕੀਤਾ ਹੋਣਾ ਤੇ ਕੋਈ ਇਹਨਾਂ ਦੀ ਗਲਤੀ ਹੋਣੀ ਆ, ਕਿਉਂਕਿ ਇੱਥੇ ਦਾ ਜਿਹੜਾ ਲਾਅ ਐਂਡ ਆਰਡਰ ਆ ਨਾ, ਤੁਹਾਨੂੰ ਪਤਾ ਆ ਕਿ ਜਦੋਂ ਆਪਾਂ ਕਿਸੇ ਦੇ ਨਾਮ ਤੇ ਘਰ ਲੈਣੇ ਆ ਤਾਂ ਪਹਿਲਾਂ ਲੈਟਰ ਆਉਂਦੀ ਆ ਤੇ ਆਂਟੀ ਜੀ ਨੂੰ ਪਤਾ ਹੀ ਨਹੀਂ ਲੱਗਾ। ਏਦਾਂ ਤਾਂ ਹੋ ਨਹੀਂ ਸਕਦਾ ਨਾ। ਸੋ ਮੈਨੂੰ ਲੱਗਦਾ ਕਿ ਇਹਨਾਂ ਤੋਂ ਚੰਗੀ ਤਰ੍ਹਾਂ ਪੁੱਛੋ, ਤੁਸੀਂ ਪੁੱਛ ਪੜਤਾਲ ਕਰੋ, ਇਹਨਾਂ ਨੇ ਕੁਝ ਕਾਲਾ ਮਾਲਾ ਕੀਤਾ ਲੱਗਦਾ। ਨਿਰਮਲ ਜਾਣੇ ਤਾਂ ਕੋਈ ਗਲਤੀ ਹੋਈ ਹੈ, ਤੁਸੀਂ ਲੁਕੋ ਰਹੇ ਹੋ ਛਪਾਰ? ਨਹੀਂ ਵੀਰ ਜੀ ਮੈਂ ਤੁਹਾਡੇ ਤੋਂ ਕੁਝ ਨਹੀਂ ਲੁਕੋ ਰਹੀ, ਮੇਰੇ ਕੋਲ ਸਾਰੇ ਪੂਰੇ ਸਬੂਤ ਆ ਵੀਰ ਜੀ। ਮੈਨੂੰ ਤਾਂ ਖੁਦ ਸ਼ੌਕ ਲੱਗਿਆ। ਮੈਂ ਤਾਂ ਖੁਦ ਜਿਹੜਾ ਇਸ ਕੰਟਰੀ ਦਾ ਕਾਨੂੰਨ ਸੀ ਮੈਂ ਤਾਂ ਖੁਦ ਉੱਤੇ ਬਹੁਤ ਵਿਸ਼ਵਾਸ ਕਰਦੀ ਸੀ। ਜਦੋਂ ਮੈਂ ਨਾ ਧੋਖੇ ਹੋਏ ਮੈਨੂੰ ਤਾਂ ਉਹ ਸ਼ੌਕ ਲੱਗੇ ਜਿਹੜੇ ਨਾ ਕਦੇ ਹੋਣ। ਕਿ ਓਕੇ ਫਾਈਨ ਸਟਾਪ ਪਲੀਜ਼। ਹਾਂਜੀ ਨੰਬਰ 4 ਪਲੀਜ਼। ਹੈਲੋ ਜੀ। ਹਾਂਜੀ ਬਾਸੀ ਸਾਹਿਬ ਸਤਿ ਸ਼੍ਰੀ ਅਕਾਲ। ਭਾਜੀ ਗੱਲ ਕਰੋ, ਤੁਸੀਂ ਲਾਈਨ ਤੇ ਜੀ। ਸਤਿ ਸ਼੍ਰੀ ਅਕਾਲ ਬੁਲਾ ਕੇ ਬੋਲੋ ਜੀ ਬੋਲੋ। ਮੈਂ ਲੇਡੀਜ਼ ਗੱਲ ਕਰਦੇ ਪਰ ਮੈਂ ਉਹਦੇ ਬਾਰੇ ਗੱਲ ਕਰਦਾ ਕਿ ਇੰਗਲੈਂਡ ਦੇ ਵਿੱਚ ਇੱਕ ਲਾਅ ਆ, ਅਗਰ ਡਿਵੋਰਸ ਚੱਲਦਾ ਪਿਆ ਜਾਂ ਡਿਵੋਰਸ ਹੋ ਗਿਆ, ਗਵਰਨਮੈਂਟ ਆਲਰੇਡੀ ਬ੍ਰਿਟਿਸ਼ ਜਿਹੜੀ ਪਾਸਪੋਰਟ ਹੈ ਉਹਨੂੰ ਕਰ ਦਿੰਦੀ ਆ। ਇਹਨਾਂ ਨੂੰ ਕਿਉਂ ਨਹੀਂ ਕਰ ਮਿਲਿਆ? ਇਹ ਪਿੱਛੇ ਤੁਸੀਂ ਸਵਾਲ ਵੀ ਕੀਤਾ ਇਹਨਾਂ ਨੂੰ ਕਿ ਕੁਛ ਨਾ ਕੁਛ ਛੁਪਾ ਰਹੇ ਆ। ਇਹ ਜ਼ਰੂਰ ਕੁਛ ਨਾ ਕੁਛ ਛੁਪਾ ਰਹੇ ਆ, ਪਰ ਇੰਗਲੈਂਡ ਦੇ ਵਿੱਚ ਕਾਨੂੰਨ ਆ, ਇੱਥੇ ਹੈ ਲਾਅ ਇਹ ਵਾਲਾ। ਤੁਸੀਂ ਕਿੱਥੋਂ ਬੋਲ ਰਹੇ ਸਰ? ਮੈਂ ਇਟਲੀ ਤੋਂ ਬੋਲਦਾ ਔਰ ਮੈਂ ਇੰਗਲੈਂਡ ਦੇ ਵਿੱਚ 4 ਵਾਰੀ ਜਾ ਚੁੱਕਿਆ। ਥੈਂਕ ਯੂ ਸੋ ਮਚ। ਨੰਬਰ 5 ਕਾਲਰ ਪਲੀਜ਼। ਬਾਸੀ ਸਾਹਿਬ ਸਤਿ ਸ਼੍ਰੀ ਅਕਾਲ, ਸਨੀ ਬੋਲ ਰਿਹਾ ਸਿਡਨੀ ਤੋਂ। ਕੀ ਹਾਲ ਚਾਲ ਬਾਸੀ ਸਾਹਿਬ? ਜੀ ਬੋਲੋ ਜੀ ਬੋਲੋ ਸਨੀ ਜੀ ਬੋਲੋ।
ਬਾਸੀ ਸਾਹਿਬ ਮੈਨੂੰ ਲੱਗ ਰਿਹਾ ਕਿ ਆਂਟੀ ਜੀ ਠੀਕ ਆ, ਬਟ ਇਹਨਾਂ ਨੇ ਨਾਲ ਨਾ ਲੱਗਦਾ ਧੋਖਾ ਹੋ ਗਿਆ, ਜਿੱਦਾਂ ਨਾ ਕਿ ਇਹਨਾਂ ਦੇ ਕਾਗਜ਼ ਕੁਝ ਇੱਧਰ ਤਾਂ ਨਹੀਂ ਹੈ ਕਿ ਕਿਤੇ ਬਾਹਰ ਗਏ ਹੋਣ ਤੇ ਇਹਨਾਂ ਦੇ ਕਾਗਜ਼ ਗੈਪ ਕਰ ਦਿੱਤੇ ਹੋਣ ਤੇ ਤਾਂ ਘਰ ਕਿਸੇ ਹੋਰ ਕੱਟਾ ਹੋਵੇ, ਏਦਾਂ ਨਾ ਹੋ ਜਾਵੇ। ਕਿਸੇ ਦਾ ਸਾਡੇ ਵੀ ਇੱਥੇ ਕਈ ਵਾਰੀ ਹੋ ਚੁੱਕਾ ਆ, ਕਾਗਜ਼ ਕਿਸੇ ਹੋਰ ਦੇ ਹੁੰਦੇ ਆ ਤੇ ਜਿਹੜਾ ਆਪਣਾ ਜਿਹਨੇ ਲੀਜ਼ ਸਾਈਨ ਕਰਨੀ ਹੁੰਦੀ ਹੈ ਉਹ ਕਿਸੇ ਹੋਰ ਦੇ ਨਾਲ ਲੀਜ਼ ਸਾਈਨ ਹੋ ਜਾਂਦੀ ਹੈ ਵਿੱਚੋਂ ਪੈਸੇ ਦੇ ਕੇ। ਥੈਂਕ ਯੂ ਸਰ। ਅੱਛਾ ਨਰਮਲ, ਤੁਹਾਨੂੰ ਜੋ ਸ਼ੋਰ ਕਿ ਤੁਸੀਂ ਬ੍ਰਿਟਿਸ਼ ਪਾਸਪੋਰਟ ਹੋਲਡਰ ਹੋ ਤੇ ਤੁਸੀਂ ਜਿਆਦਾ ਬ੍ਰਿਟਿਸ਼ ਪਾਸਪੋਰਟ ਰੱਖਿਆ ਹੋਇਆ, ਤੁਸੀਂ ਇੱਥੇ ਸਫ਼ਰ ਕੀਤਾ ਕਿਸੇ ਕੰਟਰੀ ਦਾ ਜਾਂ ਨਹੀਂ? ਹਾਂਜੀ ਵੀਰ ਜੀ, ਮੈਂ ਇੰਡੀਆ ਗਈ ਸੀ, ਜਿੱਦਾਂ ਜਾਂ ਮੈਂ ਇੰਡੀਆ ਜਾਂਦੀ ਹਾਂ ਜਾਂ ਮੈਂ ਇੱਕ ਵਾਰੀ ਅਮਰੀਕਾ ਗਈ ਸੀ। ਉਦੋਂ ਜਦੋਂ ਮੈਂ ਅਮਰੀਕਾ ਗਈ ਸੀ ਉਦੋਂ ਮੇਰੇ ਕੋਲ ਇੰਡੀਅਨ ਪਾਸਪੋਰਟ ਸੀ, ਮੈਂ ਆਪਣੇ ਇੰਡੀਅਨ ਪਾਸਪੋਰਟ ਤੇ ਵੀਜ਼ਾ ਲਵਾਇਆ ਸੀ। ਅੱਛਾ, ਇੰਡੀਆ ਤੋਂ ਪਾਸਪੋਰਟ ਲਵਾਇਆ ਸੀ ਵੀਰ ਜੀ। ਹਾਂਜੀ ਵੀਰ ਜੀ, ਇਹਨਾਂ ਨੇ ਇਹ ਜਿਹੜੇ ਨਾ ਇਹਨਾਂ ਕੋ ਇਹ ਗੈਂਗ ਬਣੀ, ਗੈਂਗਸਟਰ ਵੀਰ ਜੀ ਇੱਥੇ ਮੈਨੂੰ ਹੋਲਡ ਔਨ ਤੁਸੀਂ ਕੁਝ ਵੀ ਕਹਿੰਦੇ ਹੋ ਪਰ ਮੈਨੂੰ ਹਾਲੇ ਵੀ ਡਾਊਟ ਹੈ ਜਿਹੜਾ ਤੁਸੀਂ ਕੁਝ ਲੁਕੋ ਰਹੇ ਹੋ। ਨੰਬਰ 2 ਕਾਲਰ ਪਲੀਜ਼, ਇੰਗਲੈਂਡ ਤੋਂ ਕਾਲ ਹੈ। ਹਾਂਜੀ ਬਾਸੀ ਸਾਹਿਬ, ਹੈਲੋ ਜੀ ਬੋਲਿਆ ਕਰੋ ਸਰ, ਬੋਲੋ। ਹਾਂਜੀ ਸਰ, ਜੋ ਇਹ ਭੈਣ ਜੀ ਹੁਣੀ ਦੱਸ ਰਹੇ ਆ ਇਹਦੇ ਵਿੱਚ ਸੱਚਾਈ ਵੀ ਹੋ ਸਕਦੀ ਹੈ, ਕਿਉਂਕਿ ਜਿੱਥੇ ਜਿੱਥੇ ਵੀ ਇੰਗਲੈਂਡ ਦੇ ਵਿੱਚ ਕਹਿੰਦੇ ਨਾ ਲਾਅ ਆ, ਪਰ ਇੱਥੇ ਫਰਾਡ ਵੀ ਬਹੁਤ ਹੈ। ਔਰ ਉਹਦੇ ਵਿੱਚ ਜਿੱਦਾਂ ਭੈਣ ਜੀ ਹੁਣੀ ਦੱਸ ਰਹੇ ਇਹਨਾਂ ਦੇ ਹਸਬੈਂਡ ਦੀ ਔਰ ਬ੍ਰਦਰ ਦੀ ਦੋਨਾਂ ਦੀ ਇਨਵੋਲਵਮੈਂਟ ਸੀ, ਤੇ ਜਦੋਂ ਇਹ ਨਹੀਂ ਹੋਣ ਇਹਨਾਂ ਦੇ ਪੇਪਰ ਇਹਨਾਂ ਦਾ ਹਸਬੈਂਡ ਰਿਸੀਵ ਕਰਕੇ ਤੇ ਉਹਨੂੰ ਆਪਣੇ ਸਾਲੇ ਨਾਲ ਰਲ ਕੇ ਤਾਂ ਉਹਨਾਂ ਨੇ ਕੋਈ ਵੀ ਗੜਬੜ ਘੁਟਾਲਾ ਕੀਤਾ ਆ। ਔਰ ਮੋਸਟਲੀ ਆਪਣੀ ਇੰਡੀਅਨ ਲੇਡੀਜ਼ ਨੂੰ ਇਹਨਾਂ ਬਾਰੇ ਨਹੀਂ ਪਤਾ ਲੱਗਦਾ। ਅੱਛਾ ਕੱਲ ਤੁਹਾਡਾ ਰੇਟ ਕੀ ਆ ਆਪਣੇ ਸਿੱਸਾ? ਮੈਂ ਤੁਹਾਨੂੰ ਕਿਹਾ ਸੀ ਕੰਮ ਨੂੰ ਕਿ ਰੇਟ ਕੀ ਤੁਹਾਡੇ ਪਾਉਂਡ ਦਾ ਕੀ ਰੇਟ ਕੀ ਹੈ? ਪਾਉਂਡ ਦਾ ਰੇਟ ਜੀ ਇਸ ਟਾਈਮ ਤਾਂ 99 ਚੱਲ ਰਿਹਾ, ਆਲਮੋਸਟ 100 ਰੱਖ ਲਓ। ਸੋ ਕਿੰਨਾ ਹੋ ਗਿਆ? 99.49 ਜਿਹੜਾ ਅੱਜ ਦਾ ਰੇਟ ਹੈ। ਮੈਂ ਕਨਵਰਟ ਕਰ ਲਿਆ ਸੀ ਜੀ, ਫਿਰ ਆਪਾਂ ਕਾਲਸ ਲੈਣ ਲੱਗੇ ਸੀ। ਇਹ 5,72,06,781 ਰੁਪਏ ਤੇ 78 ਪੈਸੇ ਬਣਦੇ ਆ ਜੀ। 5 ਕਰੋੜ ਤੇ ਵਿੱਚ ਠੱਗੀ ਗਈ ਹੈ ਇਹ ਜੀ। ਹਾਂਜੀ 5 ਕਰੋੜ ਵਿੱਚ ਠੱਗੀ ਗਈ ਹੈ ਔਰ ਆਪਣੇ ਭਰਾ ਤੇ ਆਪਣੇ ਘਰ ਵਾਲੇ ਤੋਂ। ਮਿਹਰਬਾਨੀ ਜੀ। ਨੰਬਰ 3 ਕਾਲਰ ਪਲੀਜ਼। ਹੈਲੋ ਨੰਬਰ 3 ਕਾਲਰ। ਹਾਂਜੀ ਬਾਸੀ ਜੀ, ਮੈਂ ਤੁਹਾਨੂੰ ਇਹ ਕਹਿਣਾ ਚਾਹੁੰਦੀ ਹਾਂ। ਨਹੀਂ ਮੈਨੂੰ ਕੁਛ ਨਾ ਕਹੋ, ਪਹਿਲਾਂ ਆਪਣੇ ਪਿੱਛੇ ਬੰਦ ਕਰੋ ਰੇਡੀਓ ਟੀਵੀ ਨੂੰ ਪਲੀਜ਼। ਜਿਹੜਾ ਅੱਜ ਦਾ ਰੇਟ ਹੈ ਮੈਂ ਕਨਵਰਟ ਕਰ ਲਿਆ। ਹਾਂਜੀ ਹੋਲਡ ਰੱਖੋ ਜੀ ਪਲੀਜ਼। ਕਮਰਸ਼ੀਅਲ ਬ੍ਰੇਕ ਲਾਓ ਇੱਕ ਸੈਕਿੰਡ ਲਈ। Yeah, I'm taking one commercial break. So, ਸਵੀਟ ਮਿਲ ਦੇ ਸੁੱਖਾ ਜੀ ਕਮਰਸ਼ੀਅਲ ਬ੍ਰੇਕ ਲੈਣਾ ਚਾਹੁੰਦਾ ਐਮਰਜੈਂਸੀ ਵਿੱਚ, ਔਰ ਇਸ ਦੱਸਿए कि ਸਵੀਟ ਮਿਲ ਦੇ ਸੁੱਖਾ ਜੀ ਉੱਪਰ ਪੇਸ਼ ਕਰ ਰਹੇ ਔਰ ਖਾਣਾ ਖਾਣ ਲਈ ਸਵੀਟ ਮਿਲ ਨੂੰ ਚੇਤ ਰੱਖੋ ਕਿਉਂਕਿ ਸਵੀਟ ਮਿਲ ਦੇ ਉੱਪਰ ਅੱਜ ਕੱਲ੍ਹ ਬਹੁਤ ਵੱਡੀ ਗਿਣਤੀ ਵਿੱਚ ਰੇੜੀਆਂ, ਚਿੜਵੇ, ਮੋਤੀਚੂਰ ਦੇ ਲੱਡੂ ਵੀ ਆਰਡਰ ਲੋਕ ਦੇਣ ਲੱਗ ਪਏ ਨੇ ਅਤੇ ਲੋਹੜੀ ਦੀਆਂ ਮੁਬਾਰਕਾਂ ਸਵੀਟ ਮਿਲ ਵੱਲੋਂ। ਅਤੇ 4 ਪਾਰਕਿੰਗ ਸਲੋਟਸ ਤੁਹਾਡੇ ਲਈ ਰਿਜ਼ਰਵ ਕਰ ਦਿੱਤੇ ਗਏ ਨੇ ਜਿਹਨਾਂ ਖਾਣਾ ਪਿਕ ਕਰਨਾ ਹੈ। ਅਤੇ ਸੋਨੇ ਸ਼ਾਪਿੰਗ ਵਾਲੀ ਮਹਿੰਦਰਾ ਜੁਐਲਰ ਅਤੇ ਨਾਲ ਤੁਸੀਂ ਡਾਲਰ ਦਾ ਵੱਧ ਰੇਟ ਲਾਉਣਾ ਚਾਹੁੰਦੇ ਹੋ, ਤੁਹਾਡੇ ਸੇ ਵੀ ਤੁਹਾਡਾ ਜਾਣਿਆ ਪਛਾਣਿਆ ਇੱਕ ਨਾਮ ਉਹ ਹੈ, ਮਾਫ ਕਰਨਾ ਕਿ ਜੇ ਤੁਸੀਂ ਕਰਜ਼ਾ ਮਾਫ ਕਰਾਉਣਾ ਚਾਹੁੰਦੇ ਹੋ ਤਾਂ ਉਰਾ ਡੈਪਸਟੇਸ਼ਨ 888 ਅਤੇ ਤੁਸੀਂ ਟਰੱਕ ਸਿੱਖਣਾ ਚਾਹੁੰਦੇ ਹੋ ਤਾਂ ਪੀਨਸ ਟਰੱਕ ਡਰਾਈਵਿੰਗ ਸੂ 477 ਅਸੀਂ ਵਾਪਸ ਆ ਰਹੇ ਹਾਂ। ਪਰ ਬੜਾ ਦਿਲਚਸਪ ਹੈ, ਅਸੀਂ ਬਹੁਤ ਜਲਦੀ ਇਹਨਾਂ ਦੇ ਹਸਬੈਂਡ ਨੂੰ ਲਿਆ ਰਹੇ ਹਾਂ, ਭਰਾ ਨੂੰ ਲਿਆ ਰਹੇ ਹਾਂ ਤਾਂ ਕਿ ਪਤਾ ਲੱਗ ਸਕੇ ਕਿ ਨਿਰਮਲ ਜੀ ਹਾਲੇ ਤੁਹਾਨੂੰ ਦੱਸਣ ਕਿ ਸੱਚ ਕੀ ਝੂਠ ਕੀ। ਕਹਿੰਦੇ ਸੀ ਦੁਨੀਆ ਬੜੀ ਰੰਗ ਬਰੰਗੀ ਹੈ। ਸੱਚਮੁੱਚ ਹੀ ਇਸ ਦੁਨੀਆ ਰੰਗ ਬਰੰਗੀ ਦੇ ਵਿੱਚ ਵੱਖ-ਵੱਖ ਤਰ੍ਹਾਂ ਦੇ ਰੰਗ, ਜਿਸ ਤਰ੍ਹਾਂ ਫਰਵਾੜੀ ਵਿੱਚ ਨੇ, ਸਾਡੇ ਸਮਾਜ ਦੇ ਵਿੱਚ ਵੱਖ-ਵੱਖ ਤਰ੍ਹਾਂ ਦੇ ਲੋਕ ਨੇ। ਔਰ ਇੱਕ ਪਾਸੇ ਇਹ ਭੈਣ ਕਲੇਮ ਕਰ ਰਹੀ ਨਿਰਮਲ ਕੌਰ ਇਹ ਖੇਲਾ ਜਿਹੜੇ ਕਿ ਪਿੰਡ ਇਹਨਾਂ ਦਾ ਰਜ਼ਾਪੁਰ ਹੈ ਔਰ ਕਪੂਰਥਲੇ ਵਿੱਚ, ਤਾਂ ਇਹਨਾਂ ਦਾ ਸਾਰਾ ਪਿੰਡ ਜਿਹੜਾ ਹੈ ਨਵਾਂ ਪਿੰਡ ਨੈਚਾ ਜਿਹੜਾ ਕਿ ਗਰਾਂ ਦੇ ਕੋਲ ਹੈ। ਤੇ ਇਹਨਾਂ ਦਾ ਹਸਬੈਂਡ ਨਾਲ ਜਗਦੀਪ ਸਿੰਘ ਹੈ ਤੇ ਇਹਨਾਂ ਦਾ ਭਰਾ ਪਰਮਜੀਤ ਸਿੰਘ ਪੱਡਾ ਹੈ। ਕਲੇਮ ਕੀਤਾ ਕਿ ਮੇਰੇ ਭਰਾ ਨੇ ਮੈਨੂੰ ਕੈਨੇਡਾ ਇੰਗਲੈਂਡ ਦੇ ਵਿੱਚ ਗਲਤ ਤਰੀਕੇ ਨਾਲ ਸੱਦ ਕੇ ਪੱਕਾ ਕੀਤਾ। ਹੁਣ ਸ਼ੀ ਇਜ਼ ਬ੍ਰਿਟਿਸ਼ ਪਾਸਪੋਰਟ ਹੋਲਡਰ ਹੈ ਔਰ ਬੱਚੇ ਨੂੰ ਜਨਮ ਦਿੱਤਾ ਹੈ। ਔਰ ਇਹ ਨਿਰਮਲ ਕੌਰ ਇਹ ਕਲੇਮ ਕਰ ਰਹੇ ਨੇ ਕਿ ਮੇਰੇ ਹਸਬੈਂਡ ਨੇ ਤੇ ਮੇਰੇ ਆਪਣੇ ਬ੍ਰਦਰ ਨੇ ਔਰ ਮੇਰੇ ਨਾਲ 5 ਕਰੋੜ ਦੀ ਠੱਗੀ ਮਾਰੀ ਹੈ। ਔਰ ਜਿਹੜਾ ਕਿ ਅਮਾਉਂਟ ਇਨ ਪਾਉਂਡ ਸਟਰਲਿੰਗ ਕਹਿੰਦੇ ਨੇ ਇੰਗਲਿਸ਼ ਵਿੱਚ ਇਹ ਲੋਕ ਨੇ ਇਸ ਕਰੰਸੀ ਨੂੰ, ਔਰ ਕੋਈ 5 ਕਰੋੜ ਤੋਂ ਉੱਪਰ ਤੇ 5,75,000 ਦੇ ਆਸ-ਪਾਸ ਦੇ ਵਿੱਚ ਠੱਗੀ ਮਾਰ ਇਹ ਔਰਤ ਠੱਗੀ ਗਈ ਹੈ। ਠੱਗਣ ਵਾਲਾ ਕੋਈ ਨਹੀਂ ਇਹਦਾ, ਜਿਸ ਨੇ 4 ਲਾਵਾਂ ਲਈਆਂ, ਜਗਦੀਪ ਅਤੇ ਦੂਜੇ ਪਾਸੇ ਇਹਨਾਂ ਦਾ ਭਰਾ ਪਰਮਜੀਤ ਹੈ। ਪਰਮਜੀਤ ਪੱਡਾ ਆਇਆ ਅਤੇ ਜਗਦੀਪ ਖੈਲਾ ਆਇਆ। ਮੈਂ ਹੈਰਾਨ ਹੈ ਕਿ ਕੁਝ ਛਪਾ ਰਹੇ ਨੇ, ਮੈਨੂੰ ਲੱਗਦਾ ਹੈ ਪਰ ਦੱਸ ਨਹੀਂ ਰਹੇ। ਨਿਰਮਲ ਹਾਲੇ ਵੀ ਤੁਹਾਡੇ ਕੋਲ ਸਮਾਂ ਹੈ ਕਿ ਤੁਸੀਂ ਸੋਚ ਕੇ ਦੇਖੋ। ਮੈਂ ਤੁਹਾਨੂੰ ਬ੍ਰੇਕ ਦੇ ਰਹੀ ਹਾਂ, ਬ੍ਰੇਕ ਲਈ ਹੈ ਕਿ ਤੁਹਾਡੇ ਦਿਮਾਗ ਦੇ ਵਿੱਚ ਕੋਈ ਐਸੀ ਗੱਲ ਨਾ ਹੋਵੇ ਜਿਹੜੀ ਤੁਹਾਨੂੰ ਯਾਦ ਨਾ ਰਹੀ ਹੋਵੇ ਕਿ ਤੁਹਾਡੇ ਤੋਂ ਜਿਹੜੀ ਹੋਈ ਗਲਤੀ ਹੈ ਜਿਸ ਕਰਕੇ ਤੁਹਾਡਾ ਭਰਾ ਵੀ ਤੁਹਾਡੇ ਨਾਲ, ਤੁਸੀਂ ਕਹਿ ਰਹੇ ਆ, ਮੈਂ ਨਹੀਂ ਕਹਿ ਰਿਹਾ ਠੱਗੀ ਮਾਰੀ ਹੈ, ਤੁਸੀਂ ਕਹਿ ਰਹੇ ਹੋ
ਤੁਸੀਂ ਕਹਿ ਰਹੇ ਹੋ ਮੇਰਾ ਹਸਬੈਂਡ ਪਤੀ ਪਰਮੇਸ਼ਰ ਜੀ ਨੇ 4 ਲਾਮਾਂ ਲਈਆਂ, ਜਿਸ ਦੇ ਬੱਚੇ ਨੂੰ ਅਸੀਂ ਆਪਣੇ ਪੇਟ ਦੇ ਵਿੱਚ ਪਾਲਿਆ ਅਤੇ ਜਨਮ ਦਿੱਤਾ, ਲੜਕੀ 16 ਸਾਲ ਦੀ ਹੈ, ਕਿਤੇ ਨਾ ਕਿਤੇ ਕੋਈ ਨਾ ਕੋਈ ਤਾਂ ਕਤਾਈ ਹੋਈ ਹੋਵੇਗੀ ਹਸਬੈਂਡ ਪ੍ਰਤੀ ਜਾਂ ਉਹਨਾਂ ਨੇ ਪਰਿਵਾਰ ਪ੍ਰਤੀ। ਕਿਹੜੀ ਐਸੀ ਗੱਲ ਛਪਾਈ ਹੋਈ ਹੈ ਤੁਹਾਡੇ ਮਨ ਦੇ ਵਿੱਚ ਜਿਹੜੀ ਕੱਢਣੀ ਨਹੀਂ ਚਾਹੁੰਦੇ ਬਾਹਰ? ਨਹੀਂ ਵੀਰ ਜੀ, ਕੁਛ ਵੀ ਨਹੀਂ, ਜੋ ਵੀ ਆ ਮੈਂ ਤੁਹਾਨੂੰ ਸੱਚ ਦੱਸਿਆ ਵੀਰ ਜੀ। ਇੱਕ ਮੈਂ ਉਸ ਪਰਮਾਤਮਾ 'ਚ ਬਹੁਤ ਵਿਸ਼ਵਾਸ ਕਰਦੀ ਆ, ਮੈਂ ਸੱਚ ਬੋਲਦੀ ਆ, ਮੈਂ ਵੀਰ ਜੀ ਕਦੇ ਵੀ ਝੂਠ ਨਹੀਂ ਬੋਲਦੀ। ਓਕੇ ਫਾਈਨ, ਬਹੁਤ ਜਲਦੀ ਤੁਹਾਡੇ ਹਸਬੈਂਡ ਨੂੰ ਜੇ ਲੈ ਕੇ ਆਂਦਾ ਤਾਂ ਤੁਹਾਨੂੰ ਉਹਦੀ ਗੱਲਾਂ ਸੁਣਨੀਆਂ ਪੈਣਗੀਆਂ ਫਿਰ। ਹਾਂਜੀ ਹਾਂਜੀ ਵੀਰ ਜੀ, ਮੈਂ ਉਹਨਾਂ ਨੂੰ ਇਹ ਪੁੱਛਣਾ ਚਾਹੁੰਦੀ, ਮੈਂ ਆਪਣੇ ਭਰਾ ਨੂੰ ਵੀ ਇਹ ਪੁੱਛਣਾ ਚਾਹੁੰਦੀ ਕਿ ਮੈਂ ਕਿਹੜਾ ਬਿਜ਼ਨਸ ਕੀਤਾ। ਮੈਂ ਤਾਂ ਸਾਰੀ ਉਮਰ ਹਸਪੀਟਲ, ਭਾਂਡੇ ਧੋਤੇ, ਟੋਇਲਟਾਂ ਕਲੀਨ ਕੀਤੀਆਂ, ਤੁਸੀਂ ਕਦੇ ਮੈਨੂੰ ਕਹਿੰਦੇ ਮੈਂ ਬਿਜ਼ਨਸ ਕੀਤਾ। ਆ ਜਿਹੜੇ ਘਰ ਲਏ ਤੁਸੀਂ ਮੈਨੂੰ ਬਿਨਾਂ ਪੁੱਛੇ, ਤੁਸੀਂ ਸਾਰੀ ਮੇਰੀ ਜ਼ਿੰਦਗੀ ਬਰਬਾਦ ਓਕੇ ਨਰਮਲ ਹੋਲਡ ਔਨ ਮੈਂ ਕੁਝ ਡਾਊਟ ਹੈ ਹਾਲੇ ਵੀ ਨਰਮਲ, ਮੈਂ ਤੁਹਾਡੀ ਸਤਿਕਾਰ ਕਰਦਾ ਬੀਬਾ, ਪਰ ਮੇਰੇ ਮਨ ਵਿੱਚ ਕੁਝ ਡਾਊਟ ਹੈ, ਨਿਕਲ ਨਹੀਂ ਰਿਹਾ। ਮੇਰੇ ਕਾਲਰ ਕੱਢਣਗੇ। ਹਾਂਜੀ ਸਾਡੇ ਓਕੇ ਸਟਾਪ ਇਟ ਪਲੀਜ਼, ਸੌਰੀ। ਹਾਂਜੀ ਆਪਣੇ ਸਾਡੇ ਕਾਲਰ ਨੰਬਰ 3 ਕਾਲਰ ਬੋਲੋ। ਹਾਂਜੀ ਬਾਸੀ ਜੀ, ਇਹ ਨਾ ਜਿਹੜਾ ਕਹਿ ਕੇ ਗਿਆ ਨਾ ਕਾਲਰ ਕਿ ਖੂਨ ਜਿਹੜਾ ਆ ਭਰਾ ਏਦਾਂ ਨਹੀਂ ਕਰ ਸਕਦਾ। ਦੇਖੋ ਜੀ, ਆ ਜਿਹੜਾ ਕਲਯੁਗ ਚੱਲ ਰਿਹਾ ਨਾ, ਪੈਸੇ ਦੀ ਖਾਤਰ ਕੁਝ ਵੀ ਹੋ ਸਕਦਾ। ਜਿਹੜੇ ਭੈਣ ਭਰਾਵਾਂ ਨੇ ਇੰਨਾ ਕੀਤਾ ਹੋਵੇ ਨਾ, ਰਾਤੋਂ ਰਾਤ ਰਿਸ਼ਤੇ ਚੇਂਜ ਹੋ ਜਾਂਦੇ ਆ ਜੀ। ਜਿਹੜੇ ਲੋਕ 30 40 ਸਾਲ ਤੋਂ ਤੁਹਾਡੇ ਤੇ ਜਾਨ ਦਿੰਦੇ ਆ ਨਾ, ਤੁਹਾਨੂੰ ਕਹਿੰਦੇ ਕਿ ਇਹਨਾਂ ਤੋਂ ਬਿਨਾ ਤੁਸੀਂ ਸਾਹ ਨਹੀਂ ਲੈ ਸਕਦੇ ਜੀ, ਇਹ ਸਾਡੀ ਧੀ ਆ, ਇਹ ਸਾਡਾ ਪੋਤੇ ਆ, ਜਾਂ ਇਹ ਸਾਡੀ ਵਾਈਫ ਆ। ਲੱਗਦਾ ਕਿ ਭਰਾ ਕਰ ਸਕਦਾ ਭੈਣ ਨਾਲ ਠੱਗੀ? ਹੋ ਸਕਦਾ ਜੀ, ਹੋ ਸਕਦਾ, ਬਿਲਕੁਲ ਹੋ ਸਕਦਾ, ਕਿਉਂਕਿ ਜਿਹੜੇ ਆਦਮੀ ਹੁੰਦੇ ਆ ਨਾ, ਬੰਦੇ, ਹੋ ਸਕਦਾ ਦੋਵੇਂ ਜਾਣੇ ਕਿਸੇ ਗਲਤ ਤਰੀਕੇ ਨਾਲ ਆਪਸ ਚ ਰਲੇ ਹੋਣ ਕਿ ਤੂੰ ਮੇਰੀ ਵਾਈਫ ਨੂੰ ਨਾ ਦੱਸੀ ਤੇ ਮੈਂ ਤੇਰੀ ਭੈਣ ਨੂੰ ਨਾ ਦੱਸੂਗਾ। ਬਹੁਤ ਕੁਝ ਹੋ ਜਾਂਦਾ ਜੀ, ਜ਼ਿੰਦਗੀ ਨੇ ਦਿਖਾਇਆ ਹੋਇਆ ਬਹੁਤ ਕੁਝ। ਐਕਸਪੀਰੀਅੰਸ ਤੋਂ ਮੈਂ ਗੱਲ ਕਰ ਰਹੀ ਹਾਂ ਕਿ ਭਰਾ ਵੀ ਨਾਲ ਰਲ ਸਕਦਾ ਪੈਸੇ ਦੀ ਖਾਤਰ। ਦੇ ਤੇ ਪੇਰੈਂਟਸ ਬਦਲ ਜਾਂਦੇ ਆ ਰਾਤੋਂ ਰਾਤ। ਮਿਹਰਬਾਨੀ ਜੀ, ਥੈਂਕ ਯੂ ਸੋ ਮਚ। ਇਹਦਾ ਤੇ ਫੇਰ ਹਸਬੈਂਡ ਆ ਤੇ ਭਰਾ ਆ, ਇਹ ਲੱਗਦੀ ਨਹੀਂ ਜਨਾਨੀ ਇਦਾਂ ਦੀ ਜੀ, ਵੇਖਣ ਨੂੰ ਪਤਾ ਲੱਗ ਜਾਂਦਾ ਹੈ। ਓਕੇ ਜੀ, ਥੈਂਕ ਯੂ ਸੋ ਮਚ। ਨੰਬਰ 4 ਕਾਲਰ ਪਲੀਜ਼। ਹੈਲੋ ਜੀ, ਤੁਸੀਂ ਲਾਈਨ ਤੇ ਸਰ ਪ੍ਰੋਸੀਡ ਕਰੋ। ਹਾਂਜੀ ਹਾਂਜੀ ਸਰ, ਮੈਂ ਆਸਟ੍ਰੇਲੀਆ ਤੋਂ ਬੋਲਦਾ। ਭਾਜੀ ਪ੍ਰੋਸੀਡ ਕਰੋ, ਮੈਂ ਗੱਲ ਕਰੋ ਸਰ, ਤੁਸੀਂ ਲਾਈਨ ਤੇ ਹੋ ਸਰ। ਹਾਂਜੀ ਹਾਂਜੀ, ਮੈਂ ਇਹੀ ਗੱਲ ਕਰਨਾ ਚਾਹੁੰਦਾ ਜੋ ਮੈਡਮ ਇਹ ਬੋਲ ਰਹੇ ਆ ਨਾ, ਐਵੇਂ ਨਹੀਂ ਹੁੰਦਾ। ਅਸੀਂ ਬਹੁਤ ਦੇਰ ਤੋਂ ਬਾਹਰਲੇ ਮੁਲਕਾਂ 'ਚ ਆਏ ਹੋਏ ਆ। ਬਹੁਤ ਅਗਰ ਤੁਹਾਡੇ ਨਾਮ ਤੇ ਅਗਰ ਕੋਈ ਕੰਮ ਕਰਦਾ ਜਾਂ ਕੁਝ ਕਰਦਾ ਤਾਂ ਤੁਹਾਨੂੰ ਮੇਲ ਆਉਂਦੀ ਆ ਜਾਂ ਤੁਹਾਨੂੰ ਚਿੱਠੀ ਪੱਤਰ ਆਉਂਦਾ ਤੁਹਾਡੇ ਲੈਟਰ ਬਾਕਸ ਤੇ, ਉਦੋਂ ਨਹੀਂ ਤੁਹਾਨੂੰ ਸੋਝੀ ਆਉਂਦੀ। ਉਦੋਂ ਤਾਂ ਪਤਾ ਲੱਗਣਾ ਚਾਹੀਦਾ। ਮਤਲਬ ਤੁਸੀਂ ਇੰਨੇ ਸਾਲਾਂ ਬਾਅਦ ਬੋਲ ਰਹੇ ਹੋ, ਇੰਨੀ ਦੇਰ ਬਾਅਦ ਬੋਲ ਰਹੇ ਹੋ, ਪਹਿਲਾਂ ਨਹੀਂ ਤੁਹਾਨੂੰ ਸੁਰਤ ਆਈ। ਥੈਂਕ ਯੂ ਸੋ ਮਚ। ਨੰਬਰ 5 ਕਾਲਰ ਪੰਜਾਬ ਜਾਂ ਇੰਡੀਆ ਥੋੜੀ। ਹਾਂਜੀ ਜੀ ਜੀ, ਥੈਂਕ ਯੂ ਸੋ ਮਚ ਕਾਲਰ। ਪੰਜਾਬ ਜਾਂ ਇੰਡੀਆ ਥੋੜੀ ਆ ਵੀ ਮਤਲਬ ਡਾਕ ਖਾਨਾ ਬਹੁਤ ਦੂਰ ਆ ਜਾਂ ਡਾਕ ਤੁਹਾਡੇ ਕੋਲ ਬਹੁਤ ਲੇਟ ਆਉਂਦੀ ਹੈ, ਐਵੇਂ ਥੋੜੀ ਆ ਸਰ ਇਹ। ਥੈਂਕ ਯੂ ਜੀ। ਨੰਬਰ 5 ਕਾਲਰ ਪਲੀਜ਼। ਹੈਲੋ ਆਂਟੀ, ਮੈਂ ਆਂਟੀ ਜੀ ਨਾਲ ਗੱਲ ਕਰ ਸਕਦਾ ਜੀ? ਜੀ ਬੋਲੋ ਸਰ। ਆਂਟੀ ਜੀ, ਤੁਹਾਡੀ ਬੇਟੀ ਦੀ ਏਜ ਕਿੰਨੀ ਹੈ ਜੀ? ਹਾਂਜੀ, ਉਹ 16 ਸਾਲ ਦੀ ਹੈ। 16 ਸਾਲ ਦੀ ਹੈ ਬੇਟੀ। ਆਂਟੀ ਹਾਂਜੀ ਆਂਟੀ, ਅੰਡਰ ਏਜ ਤੋਂ ਤੁਹਾਡੀ ਬੇਟੀ ਨੂੰ ਕਿੱਦਾਂ ਲਿਜਾ ਸਕਦੇ ਤੁਹਾਡੇ ਕੋਲ? ਨਹੀਂ ਕੋਰਟ ਦੀ ਕਸਟਡੀ ਜਾ ਸਕਦਾ ਬੱਚਾ ਯਾਰ, ਕੋਰਟ ਦੀ ਕਸਟਡੀ ਲੈ ਸਕਦਾ ਕੋਈ ਵੀ। ਕਸਟਡੀ ਲਈ, ਹਾਂਜੀ ਕਸਟਡੀ ਲਈ। ਨੰਬਰ 6 ਕਾਲ। ਮੈਨੂੰ ਸ਼ੌਕ ਲੱਗਿਆ ਦਿੱਤਾ। ਆਈ ਨੋ ਕੋਰਟ ਜਿਹੜਾ ਆਰਡਰ ਦੇ ਸਕਦਾ ਹੈ ਕਿ ਲੁੱਕ ਆਫਟਰ ਨਹੀਂ ਹੁੰਦੀ ਨੇ ਤਾਂ ਹਸਪੀਟਲ ਜਾ ਸਕਦਾ। ਦਿਸ ਇਜ਼ ਨਾਟ ਲਾਈਕ ਅ ਕੁਐਸਚਨ ਟੂ ਆਸਕ। ਨਹੀਂ ਹਾਂਜੀ, ਉਹਨੇ ਮੇਰੇ ਤੇ ਐਲੀਗੇਸ਼ਨ ਲਾਈ ਕਿ ਮੈਂ ਭਰਾ ਨਾਲ ਮਿਲ ਕੇ ਮੂਵਿੰਗ ਫਰੋਡ ਕੀਤੇ, ਮੈਂ ਆਪਣੀ ਰੋਟਨ ਨੂੰ ਲੈ ਕੇ ਭੱਜ ਜਾਣਾ। ਆਈ ਨੋ ਬਿਕਾਜ਼ ਦੇ ਹੈਵ ਰਾਈਟਸ। ਮੈਂ ਸਮਝ ਗਿਆ। ਨੰਬਰ 6 ਕਾਲਰ ਪਲੀਜ਼। ਹੈਲੋ ਸਤਿ ਸ਼੍ਰੀ ਅਕਾਲ ਬਾਸੀ ਸਾਹਿਬ ਜੀ। वैसे मैं गुरप्रीत बोल रहे हैं सर, तो रेडियो होस्ट। जी जी बोलो गुरदीप जी। गुरदीप जी लाइन पे हो? लाइन 6 नंबर। हाँ जी जी गुरप्रीत। हेलो हेलो जी जी हेलो बस साहब, गुरप्रीत बोल रहे हैं रेडियो होस्ट रेडियो पंजाब तो। जी जी। सो मैं भी रेडियो होस्ट हाँ, मैं सारी स्टोरी बड़े ध्यान नाल सुनी है और मैनू भी लगता किते ना किते जरूर मतलब कि क्लीयर नहीं है ये, जिदा कि शीशा साफ नहीं है कि कोई ना कोई चीज हाइड है क्योंकि ऐदा मैं भी अपनी लाइफ दे विच मैनू भी 5-6 साल हो गए रेडियो ते मैं पहली बार ये स्टोरी सुनी है कि एक सका भरा एक भैन दे नाल ऐसा किवें कर सकदा। थैंक यू सो मच गुरप्रीत। थैंक यू। ओके नंबर 2 कॉलर प्लीज। हेलो जी प्रोसीड करो।
ਹਾਂਜੀ ਬਸ ਸਰ, ਪਹਿਲਾਂ ਤੁਹਾਡਾ ਥੈਂਕ ਯੂ ਬਹੁਤ, ਤੁਸੀਂ ਇੰਨਾ ਵਧੀਆ ਸ਼ੋਅ ਲੈ ਕੇ ਉਹਨੇ ਲੋਕਾਂ ਨੂੰ ਨੌਲੇਜ ਮਿਲਦੀ ਹੈ ਜੀ। ਦੂਸਰਾ ਮੈਂ ਥੈਂਕ ਯੂ ਕਰਨਾ ਚਾਹੁੰਦਾ ਆਪਣੇ ਬ੍ਰਦਰ ਦਾ, ਜਸਵੰਤ ਸਿੰਘ ਗਾਟਾ ਦਾ, ਜਿਹਨੇ ਮੈਨੂੰ ਮੇਰੇ ਫਰੈਂਡ ਨੂੰ ਸ਼ੋਅ ਦੇਖਣ ਲਾਇਆ ਤੁਹਾਡਾ। ਤੇ ਬਾਕੀ ਸਰ ਮੈਂ ਇਹ ਕਹਿਣਾ ਚਾਹੁੰਦਾ, ਜਿੱਦਾਂ ਮੰਨ ਲਓ ਆਂਟੀ ਕਹਿ ਰਿਹਾ ਕਿ ਇੰਨਾ ਫਰਾਡ ਹੋ ਰਿਹਾ ਆ, ਤੇ ਇਹਨਾਂ ਨਾਲ ਫਰਾਡ ਹੋਇਆ। ਬਸ ਸਰ ਤੁਹਾਨੂੰ ਕੀ ਪਤਾ, ਆਪਾਂ ਮੈਂ ਵੀ ਵੀਡੀਓ ਲੈਣਾ ਕੈਲੀਫੋਰਨੀਆ, ਇੱਕ ਘਰ ਲੈਣਾ ਬੜਾ ਔਖਾ ਆ, ਕਿੰਨੀਆਂ ਲੈਟਰਾਂ ਹੋਈਆਂ, ਕਿੰਨੇ ਕੁਛ ਦੱਸਣਾ ਪੈਂਦਾ ਆਪਾਂ ਨੂੰ। ਪਰ ਆਂਟੀ ਕਹਿੰਦਾ ਮੇਰੇ ਨਾਂ ਤੇ 11 ਘਰ ਲੈ ਲਿਆ, ਤੇ ਸੋਚਿਆ ਜਾਵੇ ਤਾਂ ਇੱਕ ਘਰ ਕੋਈ ਬੰਦੇ ਨੂੰ ਪਤਾ ਲੱਗ ਜਾਂਦਾ, ਹੁਣ 11 ਘਰ ਸੇਮ ਟਾਈਮ ਤੇ ਕੋਈ ਲੈ ਨਹੀਂ ਸਕਦਾ। ਆਂਟੀ ਦੀ ਟਰਨ ਓਵਰ ਇੰਨੀ ਹੈ ਨਹੀਂ ਕਿ ਕੋਈ ਵਧੀਆ ਟੈਕਸ ਪੇ ਕਰਦੇ, ਵਧੀਆ ਜੋਬ ਹੈ, ਕੋਈ 11 ਘਰ ਇੱਕ ਵਾਰੀ ਚ ਜਣੇ, ਇੱਕ ਘਰ ਲੈਂਦਾ, 2 ਲੈਂਦਾ, ਕਈ ਕੁਛ ਆਪਣੇ ਡਾਕੂਮੈਂਟ ਕਿੰਨਾ ਕੁਛ ਹੁੰਦਾ। ਥੈਂਕ ਯੂ ਸਰ। ਘਰ ਲੈਣਾ ਇਹਨਾਂ ਹਾਰਿਆ। ਹਾਂਜੀ ਥੈਂਕ ਯੂ ਸਰ। ਆਪਣੇ ਨਿਰਮਲ, ਤੁਸੀਂ ਕੋਈ ਡਿਪਰੈਸ਼ਨ ਦੀ ਮੈਡੀਸਿਨ ਤਾਂ ਨਹੀਂ ਲੈਂਦੇ? ਨਹੀਂ ਨਹੀਂ ਵੀਰ ਜੀ, ਮੈਂ ਕੁਝ ਨਹੀਂ ਲੈਂਦੀ। ਨਾਰਮਲ ਲਾਸਟ ਤੁਸੀਂ ਫਿਜ਼ੀਕਲੀ ਚੈੱਕ ਕੀਤਾ ਆਪਣੇ ਡਾਕਟਰ ਨਾਲ? ਹਾਂਜੀ 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 ਵੀਰ ਜੀ, ਮੈਂ ਹਸਪੀਟਲ ਕੰਮ ਕਰਦੀ, ਉੱਥੇ ਡਿਪਰੈਸ਼ਨ ਵਾਲਿਆਂ ਨੂੰ ਰੱਖਦੇ ਨਹੀਂ, ਮੈਂ ਡਿਪਰੈਸ਼ਨ ਵਾਲੇ ਪੇਸ਼ੈਂਟਾਂ ਨੂੰ ਸਾਂਭਦੀ ਹਾਂ। ਆਈ ਨੋ, ਬਟ ਯੂ ਨਾਟ ਏ ਨਰਸ। ਤੁਸੀਂ ਨਰਸ ਨਹੀਂ ਹੋ, ਤੁਸੀਂ ਡਾਕਟਰ ਨਹੀਂ ਹੋ, ਤੁਸੀਂ ਡਾਕਟਰ ਦੇ ਅਸਿਸਟੈਂਟ ਨਹੀਂ ਹੋ, ਤੁਸੀਂ ਇੱਕ ਤੁਹਾਡੀ ਜੌਬ ਜਿਹੜੀ ਆ ਉਹ ਲੋ ਗ੍ਰੇਡ ਦੀ ਆ। ਆਈ ਹੈਵ ਟੂ ਮੇਕ ਸ਼ੋਰ, ਆਈ ਵਿਲ ਮੇਕ ਸ਼ੋਰ ਕਿ ਮੈਂ ਹੋਸਟ ਵਿੱਚ ਹੈ, ਸੋ ਮੈਂ ਪੁੱਛਣਾ ਫਰਜ਼ ਬਣਦਾ ਕਿ ਤੁਸੀਂ ਡਿਪਰੈਸ਼ਨ ਵਿੱਚ ਤਾਂ ਨਹੀਂ ਹੋ, ਔਰ ਤੁਸੀਂ ਕਿਉਂਕਿ ਤੁਸੀਂ ਯੂ ਡਾਕਟਰ ਔਰ ਯੂ ਨਰਸ ਔਰ ਯੂ ਨਾਟ ਅਸਿਸਟੈਂਟ ਨਰਸ, ਕਿਉਂਕਿ ਤੁਸੀਂ ਇੱਕ ਤੁਹਾਡਾ ਡਿਪਾਰਟਮੈਂਟ ਵੱਖਰਾ ਹੈ। ਸੋ ਆਈ ਹੈਵ ਟੂ ਆਸਕ ਯੂ ਕਿ ਲਾਸਟ ਟਾਈਮ when you visit ਫੈਮਿਲੀ ਡਾਕਟਰ ਨੂੰ ਵਿਜ਼ਿਟ ਕਦੋਂ ਕੀਤਾ? ਹਾਂਜੀ, ਲਾਸਟ ਟਾਈਮ ਤੁਸੀਂ ਵਿਜ਼ਿਟ ਕਦੋਂ ਕੀਤਾ ਆਪਣੇ ਫੈਮਿਲੀ ਡਾਕਟਰ ਨੂੰ? ਵੀਰ ਜੀ ਜਦੋਂ ਹੁਣ ਮੈਨੂੰ ਕਰੋਨਾ ਹੋਇਆ, ਮੈਂ ਜੂਨ ਵਿੱਚ ਜਿੱਦਾਂ ਫੇਰ ਗਈ ਹਾਂ ਜਿੱਦਾਂ ਡਾਕਟਰ ਦੇ, ਜੂਨ ਮੈਨੂੰ ਈਸਟਰ ਤੇ ਅਰਲੀ ਕਰੋਨਾ ਹੋ ਗਿਆ ਸੀ। ਓ ਡੀਅਰ। ਜਿੱਦਾਂ ਮੈਂ ਆਪਾਂ ਡਾਕਟਰ ਨੂੰ ਦੇਖਦੇ। ਹਾਂਜੀ ਵੀਰ ਜੀ, ਹੁਣ ਮੇਰੀ ਐਨੀ ਅਪਾਇੰਟਮੈਂਟ ਸੀ, ਮੇਰੀ ਲੱਤ ਦੁਖਦੀ ਸੀ ਵੀਰ ਜੀ, ਅਸੀਂ ਉੱਥੇ ਕੰਮ ਕਰਦੇ ਆ, ਮੈਂ ਜਾਂਦੀ ਰਹਿੰਦੀ ਜਿੱਦਾਂ ਡਾਕਟਰਾਂ ਦੇ ਕੋਲ। ਓਕੇ ਫਾਈਨ। ਨੰਬਰ 3 ਕਾਲਰ ਪਲੀਜ਼। ਹਾਂਜੀ ਸਤਿ ਸ਼੍ਰੀ ਅਕਾਲ ਵਸੀ ਜੀ। ਹਾਂਜੀ, ਇਹ ਭੈਣ ਜੀ ਨੂੰ ਮੈਂ ਪੁੱਛਣਾ, ਪਰਮਜੀਤ ਪੱਟਾ ਜਿਹੜਾ ਟਰੱਕ ਹੈਗੇ ਜਿਹਦੇ ਉਹ ਆ ਕਿ ਜਾਂ ਕੋਈ ਹੋਰ ਆ? ਹਾਂਜੀ, ਪਰਮਜੀਤ ਪੱਟਾ ਜਿਹੜਾ ਜਿਹਦੇ ਟਰੱਕ ਹੈਗੇ ਨੇ ਇਹਦੇ ਚ ਕਨਵੇ ਚ, ਉਹ ਨੇ ਜਾਂ ਦੂਜੇ ਨੇ? ਇੱਕ ਬਿਲਡਰ ਹੈ? ਨਹੀਂ ਨਹੀਂ, ਹੋਰ ਆ, ਜਿੱਦਾਂ ਇਹ ਬਿਲਡਰ ਆਏ ਨੇ, ਪਹਿਲਾਂ ਫੈਕਟਰੀ ਕੀਤੀ, ਜਿੱਦਾਂ ਹੁਣ ਇਹ ਬਿਲਡਿੰਗ ਦਾ ਕੰਮ ਕਰਦਾ। ਇਹਨੇ ਜਿੱਦਾਂ ਸਾਰਾ ਕੁਝ ਇਹਨੇ ਫਰੋਡ ਦੇ ਨੇ, ਆਪਣੇ ਜਿਹੜੇ ਪਹਿਲਾਂ ਫੈਕਟਰੀ ਲਈ ਸੀ, ਇਹਨੇ ਆਪਣੇ ਬੰਦੇ ਨਾਲ ਵੀ ਫਰੋਡ ਕੀਤਾ। ਇਹਨੇ ਸਾਰੀ ਜ਼ਿੰਦਗੀ ਫਰੋਡਾਂ ਦੇ ਉੱਤੇ ਗੁਜ਼ਾਰੀ ਆ। ਕਮ ਔਨ ਨਿਰਮਲ, ਤੂੰ ਆਪਣੇ ਭਰਾ ਤੇ ਦੋਸ਼ ਲਾ ਰਹੀ ਹੈ, ਤੇਰੇ ਰੱਖੜੀ ਬੰਨਣ ਵਾਲੀ ਭੈਣ ਹੈ। ਹਾਂਜੀ ਹਾਂ ਹਾਂਜੀ ਹਾਂਜੀ ਵੀਰ ਜੀ, ਹਾਂਜੀ ਵੀਰ ਜੀ, ਜਿਹੜਾ ਜੋ ਹੋਇਆ ਸੱਚ। ਨਿਰਮਲ ਹੋਲਡ ਔਨ ਪਲੀਜ਼। ਹਾਂਜੀ, ਮੈਂ ਨਾ ਇੰਗਲੈਂਡ ਤੋਂ ਬੋਲਦਾ, ਤੇ ਮੈਂ ਇਹਨਾਂ ਨੂੰ ਥੋੜਾ ਜਿਹਾ ਕੁਐਸਚਨ ਕਰਨੇ ਆ, 2-3 ਵੀ ਉਹ ਜਿਹੜੇ ਐਲਫੋਰਡ ਰਾਮਫੋਰਡ ਰੋਡ ਦੇ ਆਪੋਜੀਟ ਰਹਿੰਦੇ ਆ, ਉਹੀ ਨੇ ਪਰਮਜੀਤ ਪੱਟਾ ਬਿਲਡਰ? ਨਹੀਂ 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 ਵੀਰ ਜੀ, ਉਹ ਜਿੱਦਾਂ ਪ੍ਰਾਈਵੇਟ ਕਰਦਾ, ਜਿੱਦਾਂ ਬਿਲਡਿੰਗ ਦਾ, ਜਿੱਦਾਂ ਘਰ ਟੁੱਟੇ ਲੈ ਕੇ, ਇਹ ਘਰ ਇਹਨੇ ਵੈਂਬਲੀ 90 ਦੇ ਵਿੱਚ ਵੀਰ ਜੀ ਇਹਨੇ ਖੋਲਿਆ ਸੀ, ਇਹ ਟੁੱਟੇ ਘਰ ਲੈ ਕੇ ਬਣਾਉਂਦਾ। 90 ਦੇ ਵਿੱਚ ਇਹਨੇ ਰੋਬਰਟ ਐਂਡ ਬੈਰੀ ਦਾ ਆਫਿਸ ਖੋਲਿਆ ਸੀ ਵੀਰ ਜੀ। ਇਹ ਲੰਡਨ ਦੇ ਵਿੱਚ, ਫੈਂਚਲੀ ਦੇ ਵਿੱਚ, ਜਿੱਥੇ ਵੀ ਸੀ ਵੀਰ ਜੀ, ਅਸੀਂ ਨਾਲ ਬਣਾਉਂਦੇ ਹੁੰਦੇ ਸੀ, ਟੁੱਟੇ ਘਰ ਲੈ ਕੇ ਬਣਾਉਂਦਾ ਹੁੰਦਾ ਸੀ। ਓਕੇ, ਕੰਪਨੀ ਖੋਲੀ, ਤੁਹਾਡੀ ਇਨਕਮ ਦਿਖਾਈ, ਮੋਰਗੇਜ ਇਦਾਂ ਤਾਂ ਅਪਲਾਈ ਨਹੀਂ ਹੁੰਦੀ। ਜਦੋਂ ਕੰਪਨੀ ਖੋਲੀ, ਤੁਹਾਡੀ ਇਨਕਮ ਦਿਖਾਈ, ਤੁਸੀਂ ਐਗਰੀ ਸੀ ਨਾ ਉਹਨਾਂ ਦੇ ਨਾਲ? ਨਹੀਂ 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 ਵੀਰ ਜੀ, ਮੈਨੂੰ ਵੀਰ ਜੀ, ਮੈਂ ਸਾਰੀ ਜ਼ਿੰਦਗੀ ਕੰਮ ਕਰਕੇ ਇੱਕ ਖੋਲੀ ਰੋਲਾ ਕਰ ਰਿਹਾ ਵੀਰ ਜੀ, ਮੈਨੂੰ ਤੇ ਇਹਨਾਂ ਗੱਲਾਂ ਦਾ ਨਹੀਂ ਪਤਾ। ਮੈਂ ਤੇ ਵੀਰ ਜੀ ਨਿਰਮਲ, ਜਸਟ ਹੋਲਡ ਔਨ ਬੀ ਬੈਕ ਪਲੀਜ਼, ਸਟਾਪ ਇਟ। ਸੌਰੀ ਭੈਣ ਜੀ, ਪਤਾ ਕੀ ਹੈ, ਜਦੋਂ ਆਪਾਂ ਬੈਂਕ ਦੇ ਵਿੱਚ ਜਾਂਦੇ ਆ ਨਾ ਮੋਰਗੇਜ ਲੈਣ ਲਈ ਨਾ, ਜਾਂ ਕਿਸੇ ਬ੍ਰੋਕਰ ਕੋਲੇ ਜਾਂਦੇ ਆ, ਐਜ਼ ਏ ਪਰਸਨ ਜਾਣਾ ਪੈਂਦਾ ਆਪਾਂ ਨੂੰ। ਇਨ ਪਰਸਨ ਜਾ ਕੇ ਆਪਾਂ ਨੂੰ ਸਾਈਨ ਕਰਨੇ ਪੈਂਦੇ ਆ ਸੋਲੀਸਿਟਰ ਦੇ ਜਾ ਕੇ। ਸੋਲੀਸਿਟਰ ਤੁਹਾਡੇ ਕੋਲੋਂ ਵਿਦਆਊਟ ਤੁਹਾਡੀ ਹਾਜ਼ਰੀ ਚ ਸਾਈਨ ਨਹੀਂ ਲਊਗਾ, ਠੀਕ ਹੈ? ਜਿਹੜਾ ਤੁਹਾਡਾ ਸੋਲੀਸਿਟਰ ਸੀਗਾ ਉਹਦਾ ਮੈਨੂੰ ਨੰਬਰ ਦੇ ਦਿਓ, ਮੈਂ ਉਹ ਸੋਲੀਸਿਟਰ ਨੂੰ ਮਿਲਦਾ ਜਾ ਕੇ। ਵੀਰ ਜੀ, ਮੈਂ ਤੁਹਾਨੂੰ ਜਿਹੜੇ ਹਨਾ ਇਹਨਾਂ ਘਰਾਂ ਦੇ 3 ਸੋਲੀਸਿਟਰ ਕੰਪਨੀਆਂ ਦੇ, ਤੁਸੀਂ ਮੈਨੂੰ ਆਪਣਾ ਈਮੇਲ ਭੇਜ ਦਿਓ। ਬਾਕੀ ਸਭ ਮੈਂ ਤੁਹਾਨੂੰ ਸਾਰੀਆਂ ਆਪਣੀਆਂ ਡਿਟੇਲਾਂ ਭੇਜ ਦੂੰਗੀ ਵੀਰ ਜੀ, ਮੈਂ ਝੂਠ ਨਹੀਂ ਬੋਲਦੀ। ਮੈਨੂੰ ਤੇ ਵੀਰ ਜੀ ਖੁਦ ਹੀ ਮੈਂ ਜ਼ਿੰਦਗੀ ਚ ਇੱਕ ਘਰ ਖਰੀਦਿਆ, ਖੋਲਿਆ ਵਗੈਰਾ। ਮੇਰੀ ਇਨਕਮ ਨਹੀਂ, ਮੇਰੀ ਇਨਕਮ ਲੋ ਹੈ ਵੀਰ ਜੀ। ਮੈਨੂੰ ਖੁਦ ਸ਼ੌਕ ਲੱਗਿਆ ਵੀਰ ਜੀ ਕਿ ਮੇਰੇ ਨਾਲ ਹੋਇਆ ਕੀ ਇੰਗਲੈਂਡ। ਓਕੇ ਨਿਰਮਲ, ਹੋਲਡ ਔਨ। ਨਿਰਮਲ, ਇੱਕ ਮੇਰਾ ਸਵਾਲ ਹੈ ਕਿ ਤੁਸੀਂ ਹੁਣੇ ਗੱਲ ਕਰਕੇ ਹਟੇ ਹੋ, ਤੁਸੀਂ ਕਿਹਾ ਕਿ ਅਸੀਂ ਇਕੱਠੇ ਕੰਮ ਕਰਦੇ ਸੀ, ਤੁਸੀਂ ਕਿਹੜਾ ਇਕੱਠੇ ਕੰਮ ਕਰ ਰਹੇ ਸੀ? ਹਾਂਜੀ ਹਾਂਜੀ ਵੀਰ ਜੀ, ਜਦੋਂ ਅਸੀਂ ਇੰਡੀਆ ਤੋਂ ਆਏ ਸੀ, ਅਨਲੀਗਲ ਸੀ ਉਦੋਂ ਵੀਰ ਜੀ, ਅਸੀਂ ਤਾਂ ਵੀਰ ਜੀ ਸੈੱਟ ਵੀ ਨਹੀਂ ਸੀ। ਅਸੀਂ ਆਪਣੇ ਭਰਾ ਦਾ ਜਿਹੜਾ ਕੰਮ ਸੀ ਵੀਰ ਜੀ, ਉਹ ਲੈ ਕੇ, ਇਹ ਪੁੱਛਦਾ ਬਿਲਡਰ ਟੁੱਟੇ ਘਰ ਲੈ ਕੇ ਬਣਾਉਂਦਾ ਹੁੰਦਾ ਸੀ, ਏਦਾਂ ਵੀਰ ਜੀ ਉਹ ਬਿਲਡਿੰਗ ਕਰਦਾ ਹੁੰਦਾ ਸੀ, ਟੁੱਟੇ ਘਰ ਲੈ ਕੇ ਉਹ ਬਣਾਉਂਦਾ ਹੁੰਦਾ ਸੀ। ਵੀਰ ਜੀ ਸਾਡੇ ਨਾਲ ਉਹ ਘਰ ਲੈ ਨਹੀਂ ਸੀ, ਬਾਕੀ ਤੇ ਇਸ ਕੰਟਰੀ ਚ ਕੁਝ ਨਹੀਂ ਵਿੱਚ ਲਿਆ ਸੀ। ਹਾਂਜੀ, ਜਿਹੜਾ ਪਹਿਲਾਂ ਤੁਸੀਂ ਘਰ ਲਿਆ
ਕਿਹੜੇ ਸਾਲ ਦੇ ਵਿੱਚ ਲਿਆ ਜਿਹੜਾ ਤੁਹਾਡੇ ਨਾਂ ਤੇ ਲਿਆ ਗਿਆ ਬਦੌੜ ਤੁਹਾਡੇ ਦੱਸੇ ਤੋਂ? ਵੀਰ ਜੀ ਉਹ ਜਿਹੜੇ ਜਦੋਂ ਪਹਿਲਾਂ ਮੈਨੂੰ ਸਾਰਾ ਪੇਪਰ ਵਰਕ ਦੇਖਣਾ ਪੈਣਾ, ਜਿਹੜਾ ਮੇਰਾ ਆਪਣਾ ਖੋਲਿਆ ਰੋਲਾ ਘਰ ਹੈ ਵੀਰ ਜੀ, ਉਹ ਮੈਂ 97 ਦੇ ਵਿੱਚ ਲਿਆ ਪਹਿਲੀ ਵਾਰੀ। 94 ਚ ਮੇਰਾ ਵਿਆਹ ਹੋਇਆ। ਹਾਂਜੀ, ਘਰ ਫਿਰ ਉਹ ਮੇਰਾ ਤੇ ਮੇਰੀ ਹੋਣਗੇ ਜਿਹੜੇ ਉਹਨਾਂ ਨੇ ਲਿਆ। ਹਾਂਜੀ 97 ਤੋਂ ਬਾਅਦ ਚ ਉਹਨਾਂ ਨੇ ਘਰ ਲਏ ਆ ਜਿਹੜੇ ਤੁਹਾਡੇ ਨਾਂ ਦੇ ਉੱਤੇ ਲਏ ਆ? ਹਾਂਜੀ ਹਾਂਜੀ ਵੀਰ ਜੀ, ਵੀਰ ਜੀ ਜੇ ਮੈਨੂੰ ਕੁਝ ਪਤਾ ਹੋਵੇ, ਮੇਰਾ ਇੱਕ ਬੱਚਾ ਵੀ ਟ੍ਰੀਟਮੈਂਟ ਆ ਵੀਰ ਜੀ। ਮੈਂ ਤੁਸੀਂ ਜੇ ਅਨੁਭਵ ਨਹੀਂ ਹੈ ਨਾ, ਇਹ ਤਾਂ ਮੈਨੂੰ ਸ਼ੌਕ ਲੱਗਿਆ ਇੰਗਲੈਂਡ ਦੇ ਵਿੱਚ, ਇਹ ਤਾਂ ਮੈਨੂੰ ਸ਼ੌਕ ਲੱਗਿਆ ਕਿ ਮੈਂ ਕਿਤੇ ਜਾ ਕੇ ਸਾਈਨ ਨਹੀਂ ਕੀਤਾ। ਮੇਰੇ ਵੀਰ ਜੀ ਸਾਈਨ ਵੀ ਮੇਰੇ ਨਹੀਂ, ਮੇਰੇ ਕੋਲ ਰਿਪੋਰਟਾਂ ਪਈਆਂ ਵੀਰ ਜੀ, ਸਾਈਨ ਵੀ ਮੇਰੇ ਨਹੀਂ। ਨਰਮਲ ਤੁਸੀਂ ਕਿਉਂ ਹੋਲਡ ਔਨ, ਆਈ ਡੋਨਟ ਕੇਅਰ ਯੂ ਹੈਵ ਸਾਈਨਡ ਔਰ ਨਾਟ, ਜਸਟ ਸਟਾਪ ਐਂਡ ਲਿਸਨ। ਇੱਕ ਸਕਿੰਟ ਤੋਂ ਬਾਅਦ ਤੁਸੀਂ ਆਨਸਰ ਦੇ ਦਿਓ ਨਾ ਸਾਰਾ। ਦੇਖੋ ਬਸ ਜੀ ਹੈ ਨਾ, ਹਾਂਜੀ, ਜੇ ਇਹਨਾਂ ਦੇ ਸਾਈਨ ਨਹੀਂ ਹੈਗੇ, ਕੋਰਟ ਦੇ ਵਿੱਚ ਗਏ ਆ, ਜੱਜ ਨੇ ਉਹਦੇ ਸਾਈਨ ਦੀ ਕਾਪੀ ਲਈ ਆ, ਹਨਾ, ਸਾਰਾ ਕੁਝ ਕਰਿਆ, ਤਾਂ ਇਹ ਕਦੇ ਵੀ ਫਰਾਡ ਦੇ ਵਿੱਚ ਇਹਨਾਂ ਨੂੰ ਜੱਜ ਨਹੀਂ ਪਾ ਸਕਦਾ, ਪਹਿਲੀ ਗੱਲ। ਦੂਜੀ ਗੱਲ, ਜਿਹੜੀ ਬੈਂਕ ਦੇ ਵਿੱਚ ਇਨਕਮ ਜਾਂਦੀ ਆ, ਹਨਾ, ਬੈਂਕਾਂ ਦੇ ਵਿੱਚ ਆਪਣੀ ਸਟੇਟਮੈਂਟ ਆਉਂਦੀ ਆ, ਸਾਰਾ ਕੁਝ ਆਉਂਦਾ, ਆਪਾਂ ਇਨਕਮ ਦਿਖਾਉਣੇ ਆ, HRO ਦੀ ਆਪਾਂ ਨੂੰ ਲੈਟਰ ਆਉਂਦੀ ਆ, P60 ਆਉਂਦਾ, P45 ਆਉਂਦਾ, ਆਪਣੀ ਸਾਰੀ ਇਨਕਮ ਲੀਗਲ ਦਿਖਾ ਕੇ ਹੀ ਆਪਾਂ ਘਰ ਲੈ ਸਕਦੇ ਹਾਂ, ਹਨਾ। ਜੇ ਤੁਸੀਂ ਅਨਮੋਲ ਨਹੀਂ ਸੀਗੇ, ਤੁਹਾਡੇ ਸਾਈਨ ਨਹੀਂ ਸੀਗੇ, ਤੁਸੀਂ ਪੇਸ਼ ਹੋਏ ਹੋ, ਜਾ ਕੇ ਦੱਸਿਆ, ਤੇ ਤੁਹਾਨੂੰ ਜੱਜ ਨੇ ਉਹ ਤੁਹਾਡੇ ਬ੍ਰਦਰ ਨੂੰ, ਤੁਹਾਡੇ ਹਸਬੈਂਡ ਨੂੰ, ਉਹਨਾਂ ਨੇ ਚਾਰਜ ਨਹੀਂ ਲਾਏ ਵੀ ਸਾਈਨ ਤੁਸੀਂ ਕਿਉਂ ਕਰੇ ਆ? ਵੀਰ ਜੀ ਜੱਜ ਤੋਂ ਮੈਨੂੰ ਕੋਰਟ ਦਾ ਇਹ ਕਹਿੰਦੇ ਸੀ ਕਿ ਜੇ ਕੋਈ ਸਾਈਨ ਚੈੱਕ ਕਰਨ ਵਾਲੇ ਹੈ ਨਹੀਂ, ਮੈਂ ਜੱਜ ਤੋਂ ਬਿਨਾਂ ਸਾਈਨ ਚੈੱਕ ਕਰਾਏ ਪ੍ਰਾਈਵੇਟਲੀ। ਵੀਰ ਜੀ ਉਹ ਸਿਗਨੇਚਰ ਮੇਰੇ ਨਹੀਂ। ਵੀਰ ਜੀ ਬਹੁਤ ਜ਼ਿਆਦਾ ਕੁਝ ਹੁੰਦਾ ਜਦੋਂ ਬੰਦਾ ਇਹਨਾਂ ਕੰਮਾਂ 'ਚ ਵੜਦਾ ਨਾ। ਮੈਂ ਵੀ ਇਦਾਂ ਹੀ ਲੁੱਟੀ ਗਈ, ਮੈਂ ਸੋਚਿਆ ਕਿ ਮੈਨੂੰ ਇਨਸਾਫ ਮਿਲੂਗਾ। Okay, both parties fine, it's okay. Thank you so much. I can proceed more, or let me, ਮੈਂ ਚੈੱਕ ਕਰਦਾ ਆ ਪੱਡੇ ਨਾਲ, ਅਤੇ ਮੈਂ ਚੈੱਕ ਕਰਾਂਗਾ ਆਪਣੇ ਜਗਦੀਪ ਨਾਲ, ਕਿਉਂਕਿ ਮੈਂ ਨਹੀਂ ਕਹਿ ਰਿਹਾ ਕਿ ਪਰਮਜੀਤ ਦਾ ਕਸੂਰ ਹੈ, ਮੈਂ ਨਹੀਂ ਕਹਿ ਰਿਹਾ ਜਗਦੀਪ ਦਾ ਕਸੂਰ ਹੈ, ਇਹ ਲੇਡੀ ਕਹਿ ਰਹੀ ਹੈ, ਔਰ ਵਨ ਸਾਈਡ ਸਟੋਰੀ ਹੈ। ਅਸੀਂ ਸਟੋਰੀ ਦੇ ਉੱਪਰ ਟੋਟਲੀ ਯਕੀਨ ਨਹੀਂ ਕਰ ਰਹੇ ਕਿਉਂਕਿ ਇਹਦੇ ਵਿੱਚ ਕੁਝ ਫਿਸ਼ੀ ਆ। ਮਿਹਰਬਾਨੀ। ਨੰਬਰ 4 ਕਾਲਰ ਪਲੀਜ਼। ਗੁੱਡ ਮਾਰਨਿੰਗ ਬਾਸੀ ਸਾਹਿਬ, ਰੋਹਨ ਬੋਲ ਰਿਹਾ ਜੀ। ਜੀ ਗੁੱਡ ਮਾਰਨਿੰਗ ਸਰ, ਕੈਰੀ ਔਨ। ਹਾਂਜੀ ਬਾਸੀ ਸਾਹਿਬ, ਮੈਨੂੰ ਮੇਰੀ ਇੱਕ ਵਾਰ ਨਾ ਭੈਣ ਜੀ ਨਾਲ ਗੱਲ ਕਰਾਓ, ਇੱਕ ਵਾਰ ਜੀ ਕਰੋ ਗੱਲ ਨਾ। ਭੈਣ ਜੀ ਆਵਾਜ਼ ਆਉਂਦੀ ਹੈ? ਭੈਣ ਜੀ ਆਵਾਜ਼ ਆ ਰਹੀ ਹੈ ਮੇਰੀ ਜੀ? ਹਾਂਜੀ 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 ਵੀਰ ਜੀ ਤੁਹਾਡੀ ਆਵਾਜ਼ ਆ। ਇੱਕ ਵਾਰ ਸੱਚੀ ਸੱਚੀ ਆਪਣੇ ਦਿਲ ਤੇ ਹੱਥ ਰੱਖ ਕੇ ਕਹੋ ਕਿ ਇਹ ਰੌਲਾ ਤੁਹਾਡਾ ਸਾਰਾ ਪੈਸਿਆਂ ਦਾ ਹੀ ਹੈ ਨਾ, ਤੁਹਾਡੀ ਪਾਰਟਨਰਸ਼ਿਪ ਨਹੀਂ ਵੀਰ ਜੀ, ਇਸ ਰੌਲਾ ਸਿਰਫ ਇਨਸਾਫ ਦਾ ਆ, ਕੋਈ ਪੈਸਿਆਂ ਦਾ ਨਹੀਂ। ਮੇਰੀ ਗੱਲ ਸੁਣੋ ਜੀ, ਵੀਰ ਜੀ ਪੈਸੇ ਸਾਰੇ ਇੱਥੇ ਰਹਿ ਜਾਣੇ। ਤੁਸੀਂ ਕਹਿੰਦੇ ਹੋ ਜੀ ਮੇਰਾ ਘਰ ਵਾਲਾ 1,95 ਪਾਉਂਡ ਖਾ ਗਿਆ ਤੁਹਾਡੇ, ਉਹ ਘਰ ਵਾਲੇ ਦੀ ਕੀ ਜ਼ਰੂਰਤ ਹੈ? ਘਰ ਵਾਲਾ ਤੁਹਾਡੇ ਘਰੋਂ ਲੁੱਟ ਕੇ ਲੱਗੇਗਾ ਵੀ ਪੈਸੇ? ਵੀਰ ਜੀ ਘਰ ਸੀ ਮੇਰੇ ਨਾਲ, ਤੇ ਮੈਨੂੰ ਸਲੋ ਕਿਸੇ ਦਾ ਹੋਰ ਘਰ ਦੇ ਕੇ ਘਰ ਕੱਢਿਆ ਜਦੋਂ ਵੀਰ ਜੀ ਡਿਵੋਰਸ ਹੁੰਦੇ ਨਾ। ਗੱਲ ਪਤਾ ਕੀ ਹੋਈ ਹੈ ਜੀ ਬਾਸੀ ਸਾਹਿਬ, ਉਹ ਹੇਰਾ ਫੇਰੀ ਫਿਲਮ ਚ ਨਾ ਜੀ, ਉਹ ਜਿਵੇਂ ਕਹਿੰਦੇ ਜੀ ਪੈਸੇ ਨੂੰ ਡਬਲ ਕਰ ਦਾਂਗੇ। ਹੁਣ ਐਕਚੁਅਲੀ ਜੇ ਹੁਣ ਜਿਹੜਾ ਇਹਨਾਂ ਦਾ ਭਰਾ ਏ, ਉਹ ਜਿਹੜਾ ਹਸਬੈਂਡ ਆ, ਉਹ ਹੁਣ ਮੁੱਕਰ ਗਏ ਇਹਨਾਂ ਨੂੰ ਪੈਸੇ ਦੇਣ ਤੋਂ, ਜੋ ਅਸਲੀਅਤ ਹੈ ਜੀ। ਠੀਕ ਹੈ ਜੀ, ਇੰਨਾ ਬੱਚਾ ਕੋਈ ਨਹੀਂ ਹੁੰਦਾ ਜੀ, ਤੁਸੀਂ ਕਿਹੜਾ ਰੂਟੀਨ ਚੋਟੀ ਕਹਿੰਦੇ ਹੋ ਜਿਹੜਾ ਤੁਹਾਨੂੰ ਕੁਝ ਪਤਾ ਹੀ ਨਹੀਂ ਹੈ ਜੀ। ਵੀਰ ਜੀ ਅਸੀਂ ਕਰੋਨਾ 'ਚ ਕੰਮ ਕਰਦੇ ਫਰੰਟ ਲਾਈਨ ਤੇ, ਸਾਡੇ ਹੱਥਾਂ 'ਚ ਦੁਨੀਆ ਮਰਦੀ ਜਿੰਦੀ ਹੁੰਦੀ। ਵੀਰ ਜੀ ਅਸੀਂ ਇਦਾਂ ਦੇ ਕੰਮ ਨਹੀਂ ਕਰਦੇ ਵੀਰ ਜੀ, ਮੈਂ ਸੱਚ ਬੋਲਦੀ। ਥੈਂਕ ਯੂ ਫॉर योर ਸਰਵਿਸ, ਬਹੁਤ ਵਧੀਆ ਗੱਲ ਹੈ, ਬਟ ਦ ਥਿੰਗ ਇਜ਼ ਤੁਸੀਂ ਕਿਹੜਾ ਰੂਟੀਨ ਚੋਟੀ ਕਹਿੰਦੇ? ਮੇਰੇ ਕਹਿਣ ਦਾ ਭਾ ਆ ਏ ਕਿ ਤੁਹਾਨੂੰ ਕੁਝ ਜਿਹੜਾ ਓਕੇ ਥੈਂਕ ਯੂ ਜਸਟ ਨਾਓ, ਥੈਂਕ ਯੂ ਸੋ ਮਚ। ਅਗਲੀ ਕਾਲ ਨੰਬਰ 6 ਕਾਲਰ ਪਲੀਜ਼। ਨੰਬਰ 6 ਕਾਲਰ ਲਾਈਨ ਤੇ ਹੋ? ਹਾਂਜੀ ਹਾਂਜੀ ਸਰ, ਸਤਿ ਸ਼੍ਰੀ ਅਕਾਲ ਜੀ। ਜੀ ਮੈਂ ਇਹ ਕਹਿਣਾ ਚਾਹੁੰਦਾ ਆ, ਮੈਂ ਇੱਥੇ ਯੂਰਪ ਤੋਂ ਬੋਲ ਰਿਹਾ। ਯੂਰਪ ਦੇ ਵਿੱਚ ਤੇ ਅਮਰੀਕਾ ਤੇ ਕੈਨੇਡਾ ਤੇ ਆਸਟ੍ਰੇਲੀਆ ਦਾ ਬਿਲਕੁਲ ਡਿਫਰੈਂਟ ਆ। ਇੱਥੇ ਬਹੁਤ ਜ਼ਿਆਦਾ ਫਰਾਡ ਆ। ਇਹ ਤਾਂ ਇੰਡੀਆ ਨਾ, ਇੱਥੇ ਪਾਕਿਸਤਾਨੀ ਜਿਹੜੇ ਨੇ ਉਹ ਗੋਰੀਆਂ ਨਾਲ ਫਰਾਡ ਕਰ ਜਾਂਦੇ ਨੇ, ਗੋਰੀਆਂ ਤੇ ਸਾਈਨ ਕਰ ਜਾਂਦੇ ਨੇ। ਇਹ ਤਾਂ ਇੰਡੀਆ ਨਾ, ਮੈਂ ਇਹੀ ਕਹਿਣਾ ਚਾਹੁੰਦਾ। ਓਕੇ ਦੈਟਸ ਇਟ। ਆਈ ਸੀ। ਸਵਾਲ ਇਹ ਪੈਦਾ ਹੁੰਦਾ ਕਿ ਇਹ ਐਨੀਵੇ, ਸੋ ਬੜੀ ਮਿਹਰਬਾਨੀ। ਗੁਰਪ੍ਰੀਤ ਜੀ ਅਕਲ ਦੀ ਬਾਸੀ ਦਾ ਸੰਦੇਸ਼ ਦਿਓਗੇ ਤੁਸੀਂ? ਕੰਡੋਮੀਨੀਅਮ ਹੈ ਸੈਂਟ ਕੈਥਰੀਨ ਵਿੱਚ 3,63,000 ਦੇ ਵਿੱਚ ਤੁਸੀਂ ਅਪਾਰਟਮੈਂਟ ਲੈਣੀ ਚਾਹੁੰਦੇ ਹੋ ਤਾਂ ਤੁਹਾਨੂੰ ਇੱਕ ਪਾਰਕਿੰਗ ਸਲੋਟ ਫ੍ਰੀ ਹੈ, ਔਰ ਅਸਾਈਨਮੈਂਟ ਲਗਜ਼ਰੀ 5 ਸਟੋਰੀ ਬਿਲਡਿੰਗ ਬਣ ਰਹੀ ਹੈ। 5 ਸਟੋਰੀ ਬਿਲਡਿੰਗ ਦੇ ਵਿੱਚ ਤੁਸੀਂ ਕੰਡੋਮੀਨੀਅਮ ਲੈਣਾ ਚਾਹੁੰਦੇ ਹੋ ਤਾਂ 3,63,000 ਦੇ ਵਿੱਚ ਕਲਦੀਪ ਬਾਸੀ ਨੂੰ ਕਾਲ ਕਰ ਲਓ। ਕਿਊ ਡਲਜੀ ਤੋਂ ਸਿਰਫ 5 ਮਿੰਟ ਦੂਰੀ ਤੇ ਆ। 400 774 8800
400-774-8800 ਪੂਰੇ ਤੁਸੀਂ ਐਕਸਪਲੇਨ ਕਰੋ। ਬਿਲਕੁਲ ਜੀ, ਹਾਈਵੇ 406 ਤੋਂ ਸਿਰਫ ਹੀ 2 ਮਿੰਟ ਲੱਗਦੇ ਨੇ ਤੇ QEGG ਤੋਂ ਜਿਹੜਾ ਹੈਗਾ 5 ਮਿੰਟ ਦੀ ਦੂਰੀ ਤੇ 10 ਮਿੰਟ ਲੱਗਦੇ ਨੇ ਸੈਂਟ ਕੈਥਰੀਨ ਦੇ ਗੋ ਸਟੇਸ਼ਨ ਤੋਂ। ਸੋ ਬੜੀ ਇੱਕ ਵਾਜਬ ਲੋਕੇਸ਼ਨ ਹੈ ਜੀ, ਬਹੁਤ ਸੋਹਣਾ ਇਨਵੈਸਟਮੈਂਟ ਆ ਤੁਹਾਡੀ। ਤਾਂ ਕੁਲਦੀਪ ਬਾਸੀ ਜੀ ਨੂੰ ਕਾਲ ਕਰ ਲਓ 416-774-8800। ਇੱਕ ਵਾਰ ਫੇਰ ਦੱਸ ਦਿਓ ਜੀ, ਕੌਂਡੋਜ਼ ਨੇ ਸੈਂਟ ਕੈਥਰੀਨ ਦੇ ਵਿੱਚ ਸਿਰਫ 3,63,000 ਤੋਂ ਸਟਾਰਟਿੰਗ ਹੈਗੀ ਆ। ਤੁਹਾਨੂੰ ਨਾਲ ਇੱਕ ਪਾਰਕਿੰਗ ਸਪਾਟ ਵੀ ਜਿਹੜਾ ਮਿਲਣਾ ਹੈਗਾ, ਕੋਈ ਜਿਹੜੀ ਅਸਾਈਨਮੈਂਟ ਇਹਦੀ ਫੀਸ ਨਹੀਂ ਹੈਗੀ, ਪਾਰਕਿੰਗ ਸਲॉट ਬਿਲਕੁਲ ਫ੍ਰੀ ਹੈ। ਔਰ ਜੀ ਬਿਲਕੁਲ ਜੀ ਹਾਂ, ਨੰਬਰ ਹੈ 416-774-8800 ਫੋਨ ਕਰ ਸਕਦੇ ਹੋ। ਤੇ ਤੁਹਾਡੇ ਕੋਲੇ ਸਮਾਂ ਜਿਹੜਾ ਇਨਵੈਸਟਮੈਂਟ ਵਾਸਤੇ ਬਹੁਤ ਵਧੀਆ ਹੈਗਾ। ਅੱਜ ਤੋਂ 2 ਸਾਲ ਪੂਰੇ ਪਏ ਆ, 2023 ਦੇ ਵਿੱਚ ਆਕੂਪੈਂਸੀ ਇਹਦੀ ਹੋਣੀ ਹੈਗੀ ਆ। ਕਾਲ ਕਰੋ ਕੁਲਦੀਪ ਜੀ ਨੂੰ 416-774-8800 416-774-8800। ਕੁਲਦੀਪ ਬਾਸੀ ਜੀ। ਸਵੀਟ ਮੈਲ ਦੇ ਸੁੱਖੇ ਜੀ ਦਾ ਕਹਿਣਾ ਕਿ ਆਓ ਔਰ ਲੋਹੜੀ ਦੇ ਤਿਉਹਾਰ ਨੂੰ ਮਨਾਉਣ ਵਾਸਤੇ ਇਸ ਵੀਕਐਂਡ ਤੁਸੀਂ ਜੇ ਲੋਹੜੀ ਮਨਾ ਰਹੇ ਹੋ, ਤੁਸੀਂ ਮੋਤੀਚੂਰ ਦੇ ਲੱਡੂ, ਰੇੜੀਆਂ, ਚਿੜਵੇ, ਮੂੰਗਫਲੀ ਸਭ ਕੁਝ ਲੈ ਸਕਦੇ ਹੋ। ਤੇ ਇਹਨਾਂ ਦੇ ਕੋਲ ਇਸ ਵੇਲੇ ਜਿਹੜੇ ਲੋਕਾਂ ਨੂੰ ਪਿਕ ਕਰਨਾ ਉਹਨਾਂ ਵਾਸਤੇ 4 ਪਾਰਕਿੰਗ ਸਲॉट्स ਜਿਹੜੇ ਰਿਜ਼ਰਵ ਰੱਖੇ ਗਏ ਨੇ ਤਾਂ ਕਿ ਨੰਬਰ 1 2 3 4 ਤੇ ਗੱਡੀ ਖੜੀ ਕਰ ਸਕੋ। ਤੇ ਖਾਣਾ ਤੁਹਾਨੂੰ ਬਾਹਰ ਨਿਕਲਣ ਦੀ ਲੋੜ ਨਹੀਂ, ਇਹਨਾਂ ਦਾ ਸਟਾਫ ਤੁਹਾਡੀ ਗੱਡੀ ਵਿੱਚ ਲੈ ਕੇ ਆਉਂਦਾ ਹੈ। ਸੋ ਸਵੀਟ ਮੈਲ ਦੀ ਇਹ ਸਰਵਿਸ ਨਵੀਂ ਸ਼ੁਰੂ ਹੈ ਤੇ ਇਹਨਾਂ ਚਿਕਨ ਵਾਲੇ ਸਮੋਸੇ ਲਿਆਉਣਾ ਨਾ ਭੁੱਲਣਾ, ਬੜੀ ਟੇਸਟੀ ਹੈ। ਸੋ ਨੰਬਰ ਹੈ 416 679-9191 ਸਵੀਟ ਮੈਲ ਜੀ। ਤੇ ਨਾਲ ਹੀ ਦੱਸ ਦਿਓ ਸਾਡੇ ਪਲੇਡੀਅਮ ਸਪਾਂਸਰ ਐਕਸਲ ਐਂਡ ਸਪੈਂਡ ਰਿਪੇਅਰ ਤੋਂ ਮਿਸਟਰ ਬਾਜਵਾ 905-616-8082। ਜਦੋਂ ਵੀ ਟਰੱਕਾਂ ਵਾਲੇ ਵੀਰਾਂ ਨੂੰ ਲੋੜ ਹੋਵੇ ਐਕਸਲ ਸਪੈਂਡਲ ਜਾਂ ਫਿਰ ਕਿੰਗਪਿਨ ਰਿਪੇਅਰ ਰਿਪਲੇਸ ਕਰਾਉਣ ਦੀ ਤਾਂ ਮਿਸਟਰ ਬਾਜਵਾ ਨੂੰ ਕਾਲ ਕਰਿਓ 905-616-8082 ਮਿਸਟਰ ਬਾਜਵਾ। ਤੇ ਨਾਲ ਇੱਕ ਨਵੀਂ ਗੱਲ ਦੱਸਦੇ ਹਾਂ ਤੁਹਾਨੂੰ, ਨਵੀਂ ਨਹੀਂ ਗੱਲ ਪੁਰਾਣੀ ਆ, ਬਟ ਨਵੀਂ ਤਾਂ ਕਿਉਂਕਿ ਤੁਹਾਨੂੰ ਇੰਨੇ ਸਸਤੇ ਰੇਟ ਨਹੀਂ ਮਿਲਣੇ ਕਦੇ ਵੀ। ਪੇਲੈਸ ਟਰੱਕ ਡਰਾਈਵਿੰਗ ਸਕੂਲ ਚੰਨੀ ਜੀ ਦਾ। ਤੁਸੀਂ ਟਰੱਕ ਚਲਾਉਣਾ ਸਿੱਖੋ, ਵਧੀਆ ਫਿਊਚਰ ਬਣਾਓ, ਵਧੀਆ ਪੈਸੇ ਕਮਾਓ ਤੇ ਤੁਹਾਨੂੰ ਟਰੱਕਿੰਗ ਦੀ ਜਿਹੜੀ ਜਾਣਕਾਰੀ ਹੈ, ਸਿੱਖਣ ਦਾ ਜਿਹੜਾ ਤਜਰਬਾ ਸ਼ੇਅਰ ਕਰਨਗੇ ਤੁਹਾਡੇ ਨਾਲ ਲੰਬੇ ਸਮੇਂ ਦਾ। ਤਾਂ $175 ਦੇ ਵਿੱਚ ਤੁਹਾਨੂੰ 에ਅਰ ਬ੍ਰੇਕ ਦੀਆਂ ਕਲਾਸਾਂ ਤੇ ਇੰਨੀ ਵਧੀਆ ਟ੍ਰੇਨਿੰਗ ਤੁਹਾਨੂੰ ਕਦੇ ਮਿਲਣੀ ਨਹੀਂ, ਤੁਸੀਂ ਆਪ ਦੱਸੋਗੇ। ਜੀ ਹਾਂ, ਕਾਲ ਕਰੋ 416-707-7900 ਚੰਨੀ ਜੀ ਨੂੰ, ਪੇਲੈਸ ਟਰੱਕ ਡਰਾਈਵਿੰਗ ਸਕੂਲ। ਊੜਾ ਡਰਪ ਸਵਿਚ ਦੇ ਨੰਬਰ ਨੋਟ ਕਰ ਲਓ। ਤੁਸੀਂ ਆਪਣਾ ਕਰਜ਼ਾ ਮਾਫ ਕਰਾਉਣਾ ਚਾਹੁੰਦੇ ਹੋ ਤਾਂ ਪਹਿਲਾ ਕਰਜ਼ਾ ਮਾਫ ਕਰੋ, ਬਾਅਦ ਵਿੱਚ ਪੈਸੇ ਦਿਓ। ਨੰਬਰ ਹੈ 888-888-9914। ਸੋਨੇ ਦੀ ਸ਼ਾਪਿੰਗ ਵਾਲੀ ਮਹਿੰਦਰਾ ਜੁਰਨ ਨੇ ਲੋਹੜੀ ਕਰਕੇ ਹਰ ਸੁੰਦਰ ਗਹਿਣਾ, ਛੋਟੇ ਛੋਟੇ ਬੱਚਿਆਂ ਦੇ ਗਹਿਣੇ ਬਣਾਏ ਨੇ, ਨਿੱਕੀ ਨਿੱਕੀ ਕੜੀ ਔਰ ਕੋਕੇ ਬੱਚਿਆਂ ਦੇ ਚੇਨ, ਬ੍ਰੈਸਲੇਟ, ਇਹ ਬੱਚਿਆਂ ਦੇ ਵਾਸਤੇ ਲੋਹੜੀ ਦਾ ਤੋਹਫਾ। ਜੀ ਹਾਂ, ਲੋਹੜੀ ਤੇ ਸਪੈਸ਼ਲ ਸੇਲ ਆਈ ਹੈ ਮਹਿੰਦਰਾ ਜੁਰਨ ਨੇ ਸਰੀ ਦੇ ਵਿੱਚ। 64901010 ਤੇ ਪਵਨ ਤੋਂ ਨਜਨ ਕਾਲ ਕਰ ਸਕਦੇ ਹੋ। ਤੁਸੀਂ ਕਰਜ਼ਾ ਲੈਣਾ ਚਾਹੁੰਦੇ $40,000 ਤੁਸੀਂ ਕੈਨੇਡਾ 'ਚ ਕਿਤੇ ਵੀ ਹੋ ਤੇ ਇੱਕ ਘੰਟੇ ਦੇ ਵਿੱਚ ਆਪਣੇ ਅਕਾਊਂਟ ਵਿੱਚ ਪਵਾ ਦਿੰਦੇ ਨੇ ਕੈਸ਼ ਕਿੱਕ ਵਾਲੇ। $1 ਲੱਖ ਇੱਕ ਦਿਨ ਦੇ ਵਿੱਚ, $3 ਲੱਖ ਇੱਕ ਨਹੀਂ ਬਲਕਿ 2 ਦਿਨਾਂ ਵਿੱਚ ਜੇ ਤੁਸੀਂ 2 ਸਾਲ ਦਾ ਬਿਜ਼ਨਸ ਰਜਿਸਟਰ ਹੈ। ਕੈਸ਼ ਕਿੰਗ ਦੇ ਹੈਰੀ ਕਾਲੋ ਦਾ ਨੰਬਰ ਹੈ ਰਾਜ ਦਾ 437-775-9001 ਤੇ ਕਾਲ ਕਰ ਸਕਦੇ ਹੋ। ਗੌਰ ਪੰਜਾਬ 'ਚ ਹਰਸਿਮਰਤ ਲਾਈਨ ਤੇ ਤੁਸੀਂ। ਹੈਲੋ, ਸਤਿ ਸ਼੍ਰੀ ਅਕਾਲ ਬਸ ਸਾਹਿਬ ਜੀ। ਬਸ ਸਾਹਿਬ, ਜਿੱਦਾਂ ਕਿ ਇਹ ਕਹਿੰਦੇ ਨੇ ਵੀ ਮੈਨੂੰ ਫਰਾਡ ਹੋਇਆ ਨਾ, ਇਹ ਸਾਰੇ ਪਾਸੇ ਚੱਲਦਾ। ਵੀ ਤੁਸੀਂ ਹੁਣ ਕੈਨੇਡਾ ਦੇ ਵਿੱਚ ਰਹਿੰਦੇ ਹੋ ਨਾ, ਤੁਹਾਨੂੰ ਪਤਾ ਹੋਣਾ ਚਾਹੀਦਾ ਵੀ ਇੱਥੇ ਵੀ ਬਹੁਤ ਫਰਾਡ ਚੱਲਦਾ ਹਨਾ। ਜਿੱਦਾਂ ਕਿ ਇੱਥੇ ਆਪਣੇ ਹੁਣ ਆਪਣੇ 3 ਸਾਲ ਦਾ ਐਕਸਪੀਰੀਅੰਸ ਭਾਲਦੇ ਆ ਜਦੋਂ ਆਪਾਂ G1 ਬਣਾਉਣਾ ਹੁੰਦਾ ਲਾਇਸੈਂਸ ਇੰਡੀਆ ਦਾ, ਤੇ ਉਹਦਾ ਇੱਥੇ $500 ਲੈ ਕੇ ਹਰੇਕ ਬੰਦਾ ਬਣਾ ਦਿੰਦਾ ਹੁੰਦਾ ਸੀ। ਹੁਣ ਇਹਨਾਂ ਨੇ ਪਤਾ ਲੱਗ ਗਿਆ, ਉਹ ਇਸ ਕਰਕੇ ਉਹਨਾਂ ਨੇ ਬੰਦ ਕਰਤੇ ਐਕਸਪੀਰੀਅੰਸ ਲੈਣੇ। ਤੇ ਪਹਿਲਾਂ ਇਹ ਲੈ ਲੈਂਦੇ ਹੁੰਦੇ ਸੀਗੇ ਤੇ ਇਹਨਾਂ ਨੂੰ ਹੁਣ ਜਦੋਂ ਪਤਾ ਲੱਗਿਆ ਤੇ ਇਹਨਾਂ ਨੇ ਬੰਦ ਕਰ ਦਿੱਤਾ ਐਕਸਪੀਰੀਅੰਸ ਲੈਣਾ। ਤੇ ਮੈਂ ਕਹਿਣਾ ਚਾਹਣਾਗਾ ਵੀ ਇਹ ਫਰਾਡ ਹਰੇਕ ਥਾਂ ਤੇ ਚੱਲਦਾ, ਜ਼ਰੂਰੀ ਨਹੀਂ ਹੈਗਾ ਵੀ ਉੱਥੇ ਹੀ ਚੱਲਦਾ, ਇੱਥੇ ਵੀ ਚੱਲਦਾਗਾ। ਜੀ ਹਾਂ, ਮਿਹਰਬਾਨੀ ਜੀ। ਗੌਰ ਪੰਜਾਬ 'ਚ ਲੰਡਨ ਇੰਗਲੈਂਡ ਦੀ ਕਾਲ ਅਸੀਂ ਪ੍ਰਾਇੋਰਟੀ ਬੇਸ ਤੇ ਲਵਾਂਗੇ। ਜਿਹੜੇ ਇੰਗਲੈਂਡ ਤੋਂ ਆ ਰਹੇ ਨੇ ਸੋ ਕਾਲ ਜਿਹੜੀ ਉਹਨਾਂ ਨੂੰ ਪ੍ਰਾਇੋਰਟੀ ਬੇਸ ਤੇ ਦੇ ਦਈਏ ਤਾਂ ਕਿ ਉਹਨਾਂ ਨਾਲ ਅਸੀਂ ਗੱਲਬਾਤ ਕਰ ਸਕੀਏ ਔਰ ਅਸੀਂ ਆਪਣੇ ਸੋਤਨ ਦੱਸੀਏ ਕਿ ਤੁਹਾਡੇ ਸੇ ਵਿੱਚ ਮੈਂਟ ਲੀਫ ਇੰਡੀਅਨ ਰੈਸਟੋਰੈਂਟ ਸਵੀਟ ਵਾਲੇ ਵੀ ਲੋਹੜੀ ਤੇ ਹਰ ਤਰ੍ਹਾਂ ਦਾ ਖਾਣਾ, ਮੋਤੀ ਲੱਡੂ ਤਿਆਰ ਕਰ ਚੁੱਕੇ ਨੇ, ਲੇਟ ਨਾਲ ਖੋਲਦੇ ਨੇ। ਹਾਂਜੀ, ਇੰਗਲੈਂਡ ਕਾਲਰ ਕੀ ਕਹਿ ਰਹੇ ਸੀ ਬਾਈ ਜੀ ਤੁਸੀਂ? ਮੈਂ ਇਹ ਫਰੋਡ ਤੇ ਸਾਰੇ ਸ਼ਾਮਲ ਲੱਗਦੇ। ਮੈਂ ਇੰਗਲੈਂਡ ਤੋਂ ਬੋਲਦਾ, ਮੈਂ ਵੀ ਇਹੀ ਕੰਮ ਕਰਦਾ ਇਹਦਾ ਪ੍ਰਾਪਰਟੀ ਦਾ ਹਨਾ ਜੀ। ਇਹੀ ਕੰਮ ਕਿਉਂਕਿ ਇਹ ਤਾਂ ਫਰਾਡ ਹੋਇਆ ਜੀ, ਇਹੀ ਕੰਮ ਤੁਸੀਂ ਪ੍ਰਾਪਰਟੀ ਦਾ ਕਰਦੇ ਹੋ ਤੁਸੀਂ? ਨਹੀਂ, ਜਿੱਦਾਂ ਮੈਂ ਤਾਂ ਪ੍ਰੋਪਰ ਚੈਨਲ ਦੇ ਥਰੂ ਕਰਦਾ, ਜਿੱਦਾਂ ਮੇਰੇ ਕੋਲ ਏਜੰਟ ਆ ਮੇਰੇ ਆਪਣੇ ਜਿੱਦਾਂ ਹਨਾ ਜੀ। ਮੈਂ ਤੁਹਾਨੂੰ ਇਹ ਕਹਿਣਾ ਚਾਹੁੰਦਾ, ਜਿੱਦਾਂ ਇਹ ਕਹਿੰਦੇ ਸੀ ਨਾ ਮੈਡਮ, ਜਿੱਦਾਂ ਵੀ ਮੇਰੇ ਨਾਲ ਠੱਗੀ ਨਹੀਂ ਹੋਈ ਕਿਉਂਕਿ ਚੱਕਰ ਜਦੋਂ ਇਹਨਾਂ ਨੇ ਪਹਿਲਾਂ ਘਰ ਲਿਆ, ਇਹਨਾਂ ਨੂੰ ਕੌਂਸਲ ਟੈਕਸ ਇਹਨਾਂ ਦੇ ਨਾਂ ਤੇ ਆਇਆ ਹੋਣਾ ਜਿੱਦਾਂ ਹਨਾ ਜੀ। ਹੁਣ ਜਦੋਂ ਪਤਾ ਲੱਗਦਾ ਮੈਂ ਤਾਂ ਘਰ ਲਿਆ ਹੀ ਨਹੀਂ ਹਨਾ ਜੀ। ਆਈ ਸੀ ਜੋ ਸਮਝ ਕੇ ਜਿੱਦਾਂ ਇਹਨਾਂ ਨੇ ਜਿਹੜਾ ਵੀ ਘਰ ਜਾਏ ਕਹਿੰਦੇ ਮੇਰੇ ਝੂਠੇ ਸਾਈਨ ਕੀਤੇ ਆ ਜਾਂ ਜੋ ਵੀ ਕੀਤਾ, ਜਦੋਂ ਪਹਿਲੇ ਤੁਸੀਂ ਘਰ ਲੈਣੇ ਜਿਹੜਾ ਟੈਕਸ ਆਉਂਦਾ ਕੌਂਸਲ ਟੈਕਸ ਤੁਹਾਡੇ ਨਾਂ ਤੇ ਆਂ, ਜਿਹੜਾ ਘਰ ਦਾ ਮਾਲਕ ਆ ਹਨਾ ਜੀ। ਆਈ ਹੈਵ ਨੋ ਐਨੀ ਆਈਡੀਆ ਕਿ ਤੁਹਾਡਾ ਸਿਸਟਮ ਕੀ ਹੈ।
ਸੋ ਸਾਡੇ ਇੱਥੇ ਜੇ ਤੁਸੀਂ ਘਰ ਦੇ ਮਾਲਕ ਆ, ਜਿਹੜਾ ਕੌਂਸਲ ਟੈਕਸ ਜਿਹੜਾ ਆਉਂਦਾ ਬੇਟਾ ਗੱਲ ਹੈਗੀ ਕਿ ਇੱਕ ਔਰਤ ਦੇ ਨਾਲ ਸਕਾ ਭਰਾ ਤੇ ਆਦਮੀ ਠੱਗੀ ਮਾਰ ਜਵੇ 1 ਕਰੋੜ ਦੀ ਨਹੀਂ 5 ਕਰੋੜ ਦੀ, ਸ਼ਰਮ ਵਾਲੀ ਗੱਲ ਹੈ। ਆਈ ਡੋਂਟ ਨੋ ਇਹ ਕਹਿ ਰਹੀ ਹੈ, ਮੈਂ ਨਹੀਂ ਕਹਿ ਰਿਹਾ, ਕਿਉਂਕਿ ਹਲ ਦੂਜੇ ਪਾਸੇ ਅਸੀਂ ਕੋਸ਼ਿਸ਼ ਕਰ ਰਹੇ ਹਾਂ ਲਾਈਨ ਤੇ ਗੱਲਬਾਤ ਕਰਨ ਦੀ। ਸਾਡੇ ਸਤਿਕਾਰਯੋਗ ਨੇ ਪਰਮਜੀਤ ਪੱਡਾ ਸਾਹਿਬ ਅਤੇ ਜਗਦੀਪ ਸਿੰਘ ਖਿਆਲਾ ਜੀ। ਇਹ ਕਹਿ ਰਹੀ ਹੈ ਭਰਾ ਦੀ ਭੈਣ ਕਹਿ ਰਹੀ ਹੈ ਤੇ ਪਤਨੀ ਦੀ ਪਤੀ ਕਹਿ ਰਹੀ ਹੈ, ਸੌਰੀ ਪਤਨੀ ਕਹਿ ਰਹੀ ਹੈ ਆਪਣੀ ਪਤੀ ਬਾਰੇ। ਸੋ ਆਈ ਡੋਂਟ ਨੋ, ਇਹ ਕੁਝ ਛਪਾ ਜ਼ਰੂਰ ਰਹੀ ਆ ਜਿਹੜੇ ਕਿ ਦੱਸਣਾ ਨਹੀਂ ਚਾਹੁੰਦੀ। ਝੂਠ ਬੋਲਦੇ ਆ, ਛਪਾ ਰਹੇ, ਕਿਉਂਕਿ ਜੇ ਤੁਸੀਂ ਘਰ ਲੈਣੇ ਤੁਹਾਡੇ ਨਾਂ ਤੇ ਟੈਕਸ ਦਾ ਪੈਸੇ ਕੌਂਸਲ ਭੇਜੀ ਤੁਹਾਨੂੰ ਤੇ ਆਂਦਾ ਤੁਹਾਡਾ ਟੈਕਸ ਆ ਰੇਟ ਆ ਤੁਹਾਡੇ ਘਰ ਦਾ ਨਾ ਜੀ। ਮਿਹਰਬਾਨੀ ਜੀ। ਨੰਬਰ 4 ਕਾਲਰ ਪਲੀਜ਼। ਹੈਲੋ ਨੰਬਰ 4 ਕਾਲਰ ਜੀ। ਹਾਂਜੀ ਸਤਿ ਸ਼੍ਰੀ ਅਕਾਲ ਬਾਸੀ ਸਾਹਿਬ, ਮੇਰੀ ਆਵਾਜ਼ ਹੈਲੋ ਭਾਜੀ ਤੁਸੀਂ ਗੱਲ ਕਰੋ ਨਾ, ਸਤਿ ਸ਼੍ਰੀ ਅਕਾਲ ਬੋਲਿਆ ਕਰੋ ਆਪ ਜੀ। ਹਾਂਜੀ ਮੈਂ ਜੀ ਕਰਨਵੀਰ ਸਿੰਘ ਬੋਲ ਰਿਹਾ ਜੀ। ਅੱਜ ਕੱਲ ਬਹੁਤ ਜ਼ਿਆਦਾ ਫਰੋਡ ਚੱਲਣ ਰਿਹਾ ਬਾਸੀ ਸਾਹਿਬ, ਤੁਸੀਂ ਬਹੁਤ ਸੋਹਣੇ। ਥੈਂਕ ਯੂ ਸੋ ਮਚ ਜੀ। ਨੰਬਰ 3 ਕਾਲਰ ਜੀ। ਹੈਲੋ ਨੰਬਰ 3 ਜੀ। ਹੈਲੋ ਸਤਿ ਸ਼੍ਰੀ ਅਕਾਲ ਬਾਸੀ ਜੀ। ਬਾਸੀ ਜੀ ਮੈਨੂੰ ਤੇ ਇਹ ਲੱਗਦਾ ਜਿਵੇਂ ਮਾਤਾ ਨੇ 11 ਘਰ ਲਏ ਆ ਹਨਾ ਜੀ। ਜਦੋਂ ਬੰਦਾ ਪਹਿਲਾਂ ਘਰ ਲੈਂਦਾ ਸੈਨ ਹੁੰਦੇ ਆ ਸਾਰਾ ਕੁਝ ਪਤਾ ਲੱਗਦਾ, ਤੇ ਮਾਤਾ ਨੂੰ ਪਤਾ ਕਿਉਂ ਨਹੀਂ ਲੱਗਿਆ ਜੀ? ਨਾਲੇ ਇਹ ਕਿਹੜਾ ਟੋਪੀਆਂ ਜਿਹੜੀਆਂ ਮਾਰਕੀਟ 'ਚ 1 ਰੁਪਏ ਦੀਆਂ ਲੈ ਆਂਦੀਆਂ 2 ਰੁਪਏ ਦੀਆਂ ਲੈ ਆਂਦੀਆਂ, ਚੱਲ ਮੇਰੇ ਭਾਈ ਇਹ ਘਰ ਲਿਆ ਬਾਸੀ ਜੀ। ਇਹ ਗੱਲ ਬਹੁਤ ਦੂਰ ਤੱਕ ਜਾਂਦੀ ਆ, ਤੁਸੀਂ ਪੁੱਛੋ। ਥੈਂਕ ਯੂ ਸੋ ਮਚ। ਨੰਬਰ 2 ਕਾਲਰ ਪਲੀਜ਼। ਹੈਲੋ ਬਾਸੀ ਸਾਹਿਬ, ਮੈਂ ਆਂਟੀ ਜੀ ਨਾਲ ਗੱਲ ਕਰ ਸਕਦਾ? ਸਨੀ ਬੋਲ ਰਿਹਾ, ਆਂਟੀ ਜੀ ਨਾਲ ਗੱਲ ਕਰ ਸਕਦਾ? ਜੀ ਪਲੀਜ਼। ਹਾਂਜੀ ਆਂਟੀ ਜੀ, ਤੁਹਾਨੂੰ ਮੈਂ ਕਹਿਣਾ ਚਾਹੁੰਦਾ ਕਿ ਜਿੱਦਾਂ ਤੁਹਾਡੇ ਨਾਲ ਫਰੋਡ ਹੋਇਆ ਆ, ਇਹ ਤੁਹਾਨੂੰ ਮੈਂ ਇੱਕ ਸਲਾਹ ਦੇਣਾ ਚਾਹੁੰਦਾ। ਤੇ ਲਾਸਟ ਟਾਈਮ ਨਾ ਬਾਸੀ ਜੀ ਦੇ ਸ਼ੋਅ ਤੇ ਨਾ ਇੱਕ ਆਇਆ ਸੀ ਤਾਂਤਰਿਕ ਬਾਬਾ ਸੀ, ਜਿਹਨੇ 80,000 ਦਾ ਉੱਲੂ ਲਿੱਤਾ ਸੀਗਾ, ਤੇ ਮੈਨੂੰ ਲੱਗਦਾ ਤੁਹਾਨੂੰ ਨਾ ਉਸ ਬਾਬੇ ਨੂੰ ਮਿਲਣਾ ਚਾਹੀਦਾ, ਸ਼ਾਇਦ ਉਹਦਾ ਹੱਲ ਕਰਾ ਦੇਗਾ ਕੁਝ ਨਾ। ਹਾਂਜੀ ਹਾਂਜੀ ਨੰਬਰ 4 ਕਾਲਰ ਪਲੀਜ਼, ਕਿਉਂਕਿ ਨਰਮਲ ਦੁਖੀ ਹੈ ਆਪਣੀ ਜ਼ਿੰਦਗੀ ਵਿੱਚ। ਹਾਂਜੀ ਬਾਸੀ ਸਾਹਿਬ, ਮੈਂ ਤਾਂ ਇਹੀ ਕਹਿਣਾ ਚਾਹੁੰਦਾ ਕਿ ਜੇ ਤਾਂ ਭੈਣ ਜੀ ਨਾਲ ਫਰੋਡ ਹੋਇਆ ਤਾਂ ਬਹੁਤ ਮਾੜੀ ਗੱਲ ਹੋਈ ਆ, ਬਟ ਜਿੱਦਾਂ ਤੁਸੀਂ ਕਹਿੰਦੇ ਕਿ there is something fishy, ਕਿਉਂਕਿ ਇਦਾਂ ਵੀ ਬਿਨਾਂ ਸਾਈਨ ਉਹਨਾਂ ਨੇ ਜੇ ਕਰ ਵੀ ਲਏ ਤਾਂ ਬਾਅਦ ਵਿੱਚ ਇਹ ਕਿੱਦਾਂ ਹੋ ਸਕਦਾ ਹੈ ਕਿ ਜਿਹੜੇ ਜਦੋਂ ਭੈਣ ਜੀ ਕੋਰਟ ਵਿੱਚ ਗਏ ਤਾਂ ਉੱਥੇ ਵੀ ਸਾਬਿਤ ਨਹੀਂ ਹੋ ਸਕਿਆ। ਤੇ ਇਹਦੇ ਵਿੱਚ ਕੁਛ ਤਾਂ ਹੈ। ਮੈਂ ਤਾਂ ਕਹਿੰਦਾ ਕਿ ਉਹਨਾਂ ਦੀ ਵੀ ਜਿਹੜੇ ਪੱਡਾ ਸਾਹਿਬ ਨੇ ਤੇ ਇਹਨਾਂ ਦੇ ਬ੍ਰਦਰ ਨੇ ਉਹਨਾਂ ਨੂੰ ਵੀ ਲਿਆਂਦਾ ਜਾਵੇ ਤਾਂ ਫੇਰ ਦੁੱਧ ਤੇ ਪਾਣੀ ਹੋ ਸਕਦਾ। ਜੇਕਰ ਆਪਣੇ ਨਰਮਲ ਖੇਲਾ ਤੁਹਾਡਾ ਬ੍ਰਦਰ ਜਿਹੜਾ ਹਸਬੈਂਡ ਹੈ ਜਗਦੀਪ ਸਿੰਘ ਖੇਲਾ, ਇਹ ਗ੍ਰੇਵਜੈਂਟ ਰਹਿੰਦੇ ਨੇ? ਹਾਂਜੀ ਇਹ ਗ੍ਰੇਵਜੈਂਟ ਰਹਿੰਦਾ ਜਗਦੀਪ ਸਿੰਘ ਖੇਲਾ ਗ੍ਰੇਵਜੈਂਟ। ਤਾਂ ਜਿਹੜਾ ਤੁਹਾਡਾ ਭਰਾ ਹੈ ਉਹ ਕਿਹੜੇ ਸਿਟੀ 'ਚ ਹੈ? ਉਹ ਰਹਿੰਦਾ ਲੰਡਨ ਰਹਿੰਦਾ, L4 ਚ ਰਹਿੰਦਾ। ਕਿਉਂਕਿ ਸਾਨੂੰ ਤਾਂ ਪਤਾ ਨਹੀਂ ਨਾ ਤੁਹਾਡੇ ਸ਼ਹਿਰਾਂ ਬਾਰੇ, ਔਰ ਸਾਨੂੰ ਇਵੇਂ ਵੀ ਨਹੀਂ, ਹੁਣ ਮੈਂ ਨਹੀਂ ਕਹਿ ਸਕਦਾ ਕਿ ਉਹਨਾਂ ਨੇ ਫਰਾਡ ਕੀਤਾ। ਤੁਸੀਂ ਸੱਚੇ ਪਾਤਸ਼ਾਹ ਨੂੰ ਹਾਜ਼ਰ ਨਾਜ਼ਰ ਕੁਝ ਬੋਲੋ ਕਿ ਜੋ ਤੁਸੀਂ ਜੋ ਕਹਿ ਰਹੇ ਹੋ ਸੱਚ ਕਹਿ ਰਹੇ ਹੋ। ਹਾਂਜੀ ਵੀਰ ਜੀ, ਮੈਂ ਉਸ ਪਰਮਾਤਮਾ 'ਚ ਵਿਸ਼ਵਾਸ ਕਰਦੀ, ਜੋ ਵੀ ਮੈਂ ਕਹਿ ਰਹੀ ਸੱਚ ਕਹਿ ਰਹੀ ਹਾਂ। ਮੈਂ ਬਿਲਕੁਲ ਵੀਰ ਜੀ ਝੂਠ ਨਹੀਂ ਬੋਲਦੀ। ਮੇਰੇ ਕੋਲ ਵੀਰ ਜੀ ਮੈਂ ਕਦੇ ਝੂਠ ਨਹੀਂ ਬੋਲਿਆ ਆਪਣੀ ਜ਼ਿੰਦਗੀ ਦੇ ਵਿੱਚ, ਮੈਂ ਇਦਾਂ ਦੇ ਝੂਠ ਨਹੀਂ ਬੋਲੀ। ਇਹ ਤਾਂ ਮੈਂ ਵੀ ਜਿਹੜੇ ਬ੍ਰਹਮ ਗਿਆਨੀ ਕਹਿੰਦੇ ਨੇ ਆਪਣੇ ਆਪ ਨੂੰ ਵੀ ਝੂਠ ਬੋਲਦੇ ਨੇ, ਉਹ ਵੀ ਝੂਠ ਬੋਲਦੇ ਨੇ, ਪੈਰ ਤੇ ਬੋਲਦੇ ਨੇ। ਰਣਜੀਤ ਆ ਝੂਠ ਬੋਲਾ ਬਾਰ-ਬਾਰ, ਜਿਹੜਾ ਕਿ ਪਾਠ ਕਰਦਾ ਪ੍ਰਚਾਰ ਕਰਦਾ, ਕਿਉਂ ਚੰਨੀ ਟਰੂ ਹੈ? ਹਾਂਜੀ ਵੀਰ ਜੀ। ਵੀਰ ਜੀ ਜਿਹੜਾ ਹੈ ਨਾ, ਜੇ ਤਾਂ ਪਰਮਾਤਮਾ ਤੁਹਾਨੂੰ ਰੋਟੀ ਨਹੀਂ ਦਿੰਦਾ, ਮੈਂ 10 ਨੌਵਾਂ ਦੀ ਰੋਟੀ ਕਮਾ ਕੇ ਖਾਣੀ ਆ, ਆਪਣੀ ਇੱਜ਼ਤ ਦੀ ਵਾਹਿਗੁਰੂ ਦਿੰਦਾ। ਵੀਰ ਜੀ ਇਹਨਾਂ ਨੇ ਮੇਰੇ ਨਾਲ ਫਰੋਡ ਕਰਕੇ ਮੇਰੇ ਨਾਲ ਬਹੁਤ। ਨਰਮਲ ਮੈਂ ਇਹ ਨਹੀਂ ਕਹਿ ਰਿਹਾ ਤੁਸੀਂ ਝੂਠ ਬੋਲਦੇ, ਪਰ ਮੈਨੂੰ ਯਕੀਨ ਨਹੀਂ ਆ ਰਿਹਾ ਕਾਰਨ ਕੀ ਆ। ਮੇਰੀ 60 ਸਾਲ ਦੀ ਬ੍ਰੌਡਕਾਸਟਿੰਗ ਲਾਈਫ ਦੇ ਵਿੱਚ 40 ਸਾਲ ਹੋ ਗਏ, ਬਟ ਆਈ ਕੁਡ ਅੰਡਰਸਟੈਂਡ। ਮੈਨੂੰ ਸੱਚ ਨਹੀਂ ਆ ਰਿਹਾ ਕਿ ਕਾਰਨ ਨਰਮਲ ਕਿੱਥੇ ਇਹ ਕੁਝ ਛੁਪਿਆ ਹੋਇਆ ਜਿਹੜਾ ਤੁਸੀਂ ਛੁਪਾ ਕੇ ਰੱਖਿਆ ਹੋਇਆ, ਉਹ ਦੱਸ ਨਹੀਂ ਰਹੇ ਬੇਟਾ। ਵੀਰ ਜੀ ਮੈਂ ਕੁਛ ਨਹੀਂ, ਤੁਹਾਨੂੰ ਜੋ ਵੀ ਮੈਂ ਵੀਰ ਜੀ ਤੁਹਾਨੂੰ ਪਹਿਲੇ ਦਿਨ ਤੋਂ ਗੱਲ ਕੀਤੀ ਸੀ, ਜਿਹੜੀ ਮੈਂ ਗੱਲ ਕਰਨੀ ਸੱਚ ਕਰਨੀ। ਵੀਰ ਜੀ ਮੈਂ ਕੁਛ ਨਹੀਂ ਛੁਪਾਉਣਾ। ਵੀਰ ਜੀ ਮੇਰੇ ਭਰਾ ਨੇ ਜਿੱਦਾਂ ਕੁਛ ਆਪਦੇ ਨਾਂ ਤੋਂ ਮੇਰੇ ਨਾਂ ਤੇ ਘਰ ਟਰਾਂਸਪੋਰਟ ਕੀਤੇ। ਵੀਰ ਜੀ ਜਦੋਂ ਬੰਦੇ ਦੇ ਨਾਂ ਤੇ ਆਪਾਂ ਇੱਕ ਤੋਂ ਦੂਜੇ ਦੇ ਨਾਂ ਤੇ ਕਰਦੇ, ਬੰਦੇ ਦੀ ਲੋੜ ਹੁੰਦੀ ਨਾ ਵੀਰ ਜੀ, ਇਹਨਾਂ ਨੇ ਮੈਨੂੰ ਉਦੋਂ ਵੀ ਨਹੀਂ ਸੱਦਿਆ ਹੋਇਆ। ਜਿਹੜੇ ਸਲਿਸਟਰ ਬਲਿਸਟਰ ਆ ਇਹਨਾਂ ਦੇ ਆਪਣੇ ਆ, ਇਹਨਾਂ ਨੇ ਪਾਕਿਸਤਾਨੀਆਂ ਨਾਲ ਰਲ ਕੇ ਇਹ ਜਿਹੜੇ ਸਲਿਸਟਰ ਬਲਿਸਟਰ ਨੇ, ਤੁਸੀਂ ਕਹਿੰਦੇ ਬੈਰਿਸਟਰ ਜਾਂ ਸਲਿਸਟਰ ਵਕੀਲ ਜਿਹਨੂੰ ਕਹਿੰਦੇ ਹੋ, ਇਹਨਾਂ ਦਾ ਲਾਇਸੈਂਸ ਕੈਂਸਲ ਹੋ ਸਕਦਾ ਆ? ਹਾਂਜੀ ਵੀਰ ਜੀ ਉਹਨਾਂ ਦਾ ਹੋਣਾ ਚਾਹੀਦਾ। ਵੀਰ ਜੀ ਜਦੋਂ ਦੇਖੋ ਜੀ ਮੈਂ ਤੁਸੀਂ ਕੰਪਲੇਂਟ ਕਰੋ ਨਾ ਕਾਉਂਸਲ ਬਾਰ ਨੂੰ। ਇੱਥੇ ਤੁਹਾਡੇ ਕਾਉਂਸਲ ਬਾਰ ਕਹਿੰਦੇ ਆ, ਇੰਡੀਆ 'ਚ ਬਾਰ ਐਸੋਸੀਏਸ਼ਨ ਕਹਿੰਦੇ, ਆਈ ਡੋਂਟ ਨੋ ਇੱਥੇ ਕੀ ਕਹਿੰਦੇ ਲੰਡਨ ਦੇ ਵਿੱਚ। ਇੱਕ ਤਾਂ ਤੁਹਾਡੀ ਜਿਹੜਾ ਪ੍ਰੋਨਾਂਸੀਏਸ਼ਨ ਹੈ ਬੜਾ ਹੋ ਰਿਹਾ, ਅਸੀਂ ਪਾਣੀ ਕਹਿੰਦੇ ਆ, ਪਾਣੀ ਨੂੰ ਪਾਣੀ ਕਹੋਗੇ ਤੁਸੀਂ। ਸੋ ਮੈਨੀ ਥਿੰਗਸ ਯੂ ਸੈਡ ਡਿਫਰੈਂਟ ਵੇ, ਗॉड ਡੈਮ। ਸੋ ਆਈ ਨੋ ਟੋਟਲੀ ਡਿਫਰੈਂਟ ਹੈ। ਹਾਂਜੀ ਤੁਸੀਂ ਇੰਗਲਿਸ਼ ਤੁਹਾਡੀ ਪ੍ਰੋਨਾਂਸੀਏਸ਼ਨ ਜਿਹੜਾ ਆ ਹਾਈ ਹੈ ਜਾਂ ਟੂ ਹਾਈ ਹੈ ਜਾਂ ਡਿਫਰੈਂਟ ਹੈ,
ਜਾਂ ਫਿਰ ਸਲੈਂਗ ਲੈਂਗੁਏਜ ਜਾਂ ਆਈ ਡੋਂਟ ਨੋ ਵਾਟਸ ਗਾਈ ਯੂ ਡੂਇੰਗ। ਹਾਂਜੀ, ਸੋ ਟੋਟਲੀ ਤੁਸੀਂ ਅੰਡਰਸਟੈਂਡ ਕਰਦੇ ਜਿਹੜੇ ਇੰਗਲੈਂਡ ਦੇ ਲੋਕ ਇਹ ਬਹੁਤ ਪਤਾ ਨਹੀਂ ਕਿੱਥੋਂ ਪੰਜਾਬੀ ਤੇ ਕਿੱਥੋਂ ਅੰਗਰੇਜ਼ੀ ਕਿਹੜੀ ਬੋਲਦੇ ਨੇ, ਇਹ ਮੇਰੇ ਵਾਸਤੇ ਅੰਡਰਸਟੈਂਡ ਹੋਣਾ ਬਹੁਤ ਮੁਸ਼ਕਲ ਹੈ। ਆਮ ਰਾਈਟ ਮਿਸਟਰ ਸਿੱਧੂ? ਹਾਂਜੀ ਹਾਂਜੀ। ਜਿੱਦਾਂ ਇੱਕ ਮਿਸਟਰ ਗੋਸਲੇ ਆ ਆਪਣੇ ਡਿਪਟੀ ਜਗਰਾਉਂ ਦੇ ਵਿੱਚ, ਹੀ ਇਜ਼ ਵੈਰੀ ਰਫ ਜੈਂਟਲਮੈਨ। ਹਾਂਜੀ, ਔਰ ਉਹਦੀ ਮੈਂ ਕੰਪਲੇਂਟ ਕਰ ਰਿਹਾ ਵੈਸੇ। ਸੋ ਜਗਰਾਉਂ ਦੇ ਐਸਐਸਪੀ ਸਾਹਿਬ ਵੈਰੀ ਗ੍ਰੇਟ ਅਫਸਰ ਨੇ, ਅਸੀਂ ਸਲੂਟ ਕਰਦੇ ਹਾਂ। ਜੇ ਤੁਹਾਨੂੰ ਕਿਸੇ ਨੂੰ ਕੋਈ ਜਾਣਦਾ ਹੋਵੇ, ਜਿਹੜੇ ਜਗਰਾਉਂ ਦੇ ਵਿੱਚ ਨਵੇਂ ਲੱਗੇ ਐਸਐਸਪੀ ਸੋਹਣ ਸਾਹਿਬ ਬਹੁਤ ਹੀ ਇੰਟੈਲੀਜੈਂਟ ਅਤੇ ਹਰ ਇੱਕ ਦੀ ਗੱਲ ਸੁਣਦੇ ਨੇ, ਤਾਂ ਉਹ ਸਾਡੇ ਸਿਰ ਦੇ ਤਾਜ ਨੇ। ਮੈਨੂੰ ਸਲੂਟ ਕਰਦਾ ਪੰਜਾਬ ਦੇ ਡੀਜੀਪੀ ਸਾਹਿਬ ਅਤੇ ਖਾਸ ਕਰਕੇ ਸਾਡੇ ਚਰਨਜੀਤ ਸੋਹਲ ਸਾਹਿਬ ਨੂੰ, ਜਿਹੜੇ ਕਿ ਐਸਐਸਪੀ ਜਗਰਾਉਂ ਨੇ। ਔਰ ਇੱਕ ਐਸਾ ਕੇਸ ਸੀਗਾ ਜਿਹੜਾ ਕਿ ਉਹਨਾਂ ਨੇ ਬੜੀ ਜਲਦੀ ਵਿੱਚ ਸੁਲਝਾਇਆ, ਉਲਝਿਆ ਹੋਇਆ, ਤਾਣਾ ਬੜਾ ਵਿਗੜਿਆ ਹੋਇਆ, ਅਤੇ ਉਹਨਾਂ ਨੇ ਇਨਸਾਫ ਦਿੱਤਾ ਸਾਰੀਆਂ ਧਿਰਾਂ ਨੂੰ, ਹਰ ਇੱਕ ਪਾਰਟੀ ਨੂੰ। ਸੋਹਲ ਸਾਹਿਬ, ਐਸਐਸਪੀ ਸਾਹਿਬ, ਆਈ ਸਲੂਟ ਯੂ, ਯੂ ਆਰ ਗ੍ਰੇਟ ਅਫਸਰ। ਹਾਂਜੀ, ਇਸ ਤਰ੍ਹਾਂ ਸਾਡੇ ਡੀਜੀਪੀ ਸਾਹਿਬ ਨੇ, ਗੁਪਤਾ ਸਾਹਿਬ ਨੰਬਰ 1 ਡੀਜੀਪੀ ਸਾਹਿਬ ਨੇ, ਜਿਹੜੇ ਕਿ ਇਨਸਾਫ ਦਿਵਾਉਂਦੇ ਨੇ। ਦਿਸ ਟਰੂ। ਹਾਂਜੀ, ਕਈ ਇਹਨਾਂ ਵਿੱਚ ਇੱਕ ਅਫਸਰ ਨਿਕੰਮਾ ਆਇਆ ਹੋ, ਕੀ ਨਾਂ ਹੈ, ਗੋਸਲ ਡੀਐਫਟੀ ਰੱਖਿਆ ਨਾਂ ਉਹਦਾ। ਆਈ ਐਮ ਸਟੇਟ ਫਾਰਵਰਡ, ਹੀ ਕੈਨ ਅਰੈਸਟ ਮੀ ਵੈਨ ਆਈ ਗੋ ਇੰਡੀਆ, ਹੀ ਕਾਂਟ ਟੱਚ, ਕਾਨੂੰਨ ਜਿਹੜਾ ਅੱਗੇ ਦਿੰਦਾ। ਸਗੋਂ ਪੰਜਾਬ ਚ। ਹਾਂਜੀ, ਨੰਬਰ 2 ਕਾਲਰ ਪਲੀਜ਼। ਸਤਿ ਸ਼੍ਰੀ ਅਕਾਲ ਜੀ। ਟੈਕਸ ਵੇ ਮਨੀ ਤਾਂ ਅਸੀਂ ਬਿਆਨ ਕਰ ਸਕਦੇ ਹਾਂ। ਹਾਂਜੀ, ਨੰਬਰ 2 ਕਾਲਰ, ਗੋ ਹੈਡ ਜੀ। ਹੈਲੋ ਜੀ। ਹਾਂਜੀ ਬਸ ਸਾਹਿਬ, ਸਾਨੂੰ ਹਮਦਰਦੀ ਆ ਭੈਣ ਜੋ ਆਂਟੀ ਹੈ ਨਾਲ, ਉਹਨਾਂ ਨਾਲ ਪੂਰੀ ਹਮਦਰਦੀ ਆ। ਅਸੀਂ ਮੈਂ ਵੀ ਯੂਰਪ ਚ ਰਹਿੰਦਾ ਆ, ਜਿੱਦਾਂ ਹੁੰਦਾ ਆ ਖੂਨ ਦੇ ਰਿਸ਼ਤੇ ਸਾਰੇ ਚਿੱਟੇ ਹੋ ਜਾਂਦੇ ਆ, ਏਦਾਂ ਹੁੰਦਾ ਆ। ਬਟ ਜਿੱਦਾਂ ਆਂਟੀ ਕਹਿੰਦੇ ਆ ਇੱਕ ਘਰ ਨਾਲ ਵਾਲੇ, ਜਿੱਦਾਂ 11 ਘਰ ਨਾਲ ਵਾਲੇ, ਏਦਾਂ ਇਹ ਇੰਪੋਸੀਬਲ ਨਹੀਂ ਹੈਗਾ। ਕਿਉਂ ਇੱਥੇ ਤੁਹਾਨੂੰ ਪਤਾ ਆ ਬਹੁਤ ਸਟ੍ਰਿਕ ਹੈ ਸਾਰਾ ਕੁਝ। ਤੇ ਤੁਹਾਡਾ ਨਾਮ ਕੀ ਡੀਅਰ? ਇੱਕ ਘਰ ਮੰਨਿਆ, ਚਲੋ ਮੇਰਾ ਨਾਮ ਗਗਨਦੀਪ ਸਿੰਘ ਹੈ ਜੀ, ਮਾਵੀ। ਓਕੇ ਗਗਨਦੀਪ, ਬੜੀ ਮਿਹਰਬਾਨੀ। ਹਾਂਜੀ, ਥੈਂਕ ਯੂ ਸੋ ਮਚ। ਨੰਬਰ 3 ਕਾਲਰ ਪਲੀਜ਼। ਨੰਬਰ 3 ਕਾਲਰ ਲਾਈਨ ਤੇ ਤੁਸੀਂ। ਸਤਿ ਸ਼੍ਰੀ ਅਕਾਲ ਬਾਸੀ ਸਾਹਿਬ ਜੀ, ਕਿੱਥੋਂ ਬੋਲ ਰਹੇ ਤੁਸੀਂ? ਬਾਸੀ ਸਾਹਿਬ ਅਸੀਂ ਅਮਰੀਕਾ ਤੋਂ ਬੋਲ ਰਹੇ ਹਾਂ ਜੀ। ਆਹਾ। ਤੇ ਅਸੀਂ ਤਾਂ ਜੀ ਇਹ ਗੱਲ ਕਹਿਣੀ ਚਾਹੁੰਦੇ ਆ ਜੀ, ਜਿੱਦਾਂ ਹੁਣ ਮੈਡਮ ਹੁਣੇ ਕਹਿੰਦੇ ਆ ਬਈ ਇਹਨਾਂ ਦੇ ਨਾਂ ਤੇ 11 ਘਰ ਲੈ ਲਏ ਆ, ਤੇ ਇਹ ਅਮਰੀਕਾ ਵੀ ਘੁੰਮ ਕੇ ਗਏ ਆ, ਇਹਨਾਂ ਕੋਲ ਉੱਥੇ ਇੰਗਲੈਂਡ ਦਾ ਸਿਟੀਜ਼ਨ ਪਾਸਪੋਰਟ ਆ, ਇੰਡੀਆ ਵੀ ਇਹ ਜਾਂਦੇ ਆਉਂਦੇ ਰਹਿੰਦੇ ਆ। ਬਾਸੀ ਸਾਹਿਬ ਇਹ ਗੱਲ ਜਿੱਦਾਂ ਮੇਕ ਸੈਂਸ ਨਹੀਂ ਬਣਦੀ ਵੀ ਬੰਦਾ ਇੰਨਾ ਫੂਲ ਕਿੱਦਾਂ ਬਣ ਸਕਦਾ ਆ। ਮੈਂ ਤਾਂ ਆਪ ਕਹਿ ਰਿਹਾ, ਮੈਂ ਤਾਂ ਖੁਦ ਕਹਿ ਰਿਹਾ। ਤੁਹਾਡਾ ਨਾਮ ਕੀ ਹੈ? ਮੇਰਾ ਨਾਮ ਦਵਿੰਦਰ ਆ ਜੀ। ਦਵਿੰਦਰ ਜੀ, ਮੈਂ ਤਾਂ ਇੰਡੀਆ ਵਿੱਚ ਵੀ ਆਪਾਂ ਇੱਕ ਮਾਲਾ ਵੀ ਲੈਣਾ ਜਾਂ ਵੇਚਣਾ ਆ ਤਾਂ ਤਹਿਸੀਲਦਾਰ ਨਾਲ ਖੜ ਕੇ ਫੋਟੋ ਖਿਚਾਉਂਦਾ ਜੀ। ਉਹ ਫਰਾਡ ਹੋ ਰਹੇ ਸੀਗੇ। ਹੋਇਆ ਹੋ ਸਕਦਾ, ਇਹ ਗੱਲ ਸਮਝ ਚ ਆਉਂਦੀ ਆ ਜੀ। ਨਿਰਮਲ, ਤੁਸੀਂ ਕੁਝ ਪਾ ਰਹੇ ਹੋ ਬੀਬਾ, ਤੁਸੀਂ ਮੈਂ ਤੁਹਾਨੂੰ ਕਮਰਸ਼ੀਅਲ ਦੇ ਰਿਹਾ। ਨਿਰਮਲ, ਆਈ ਗੇਵ ਯੂ 1.5 ਮਿੰਟ, ਸੋ ਮਾਈਂਡ ਕਰੋ। ਤੁਸੀਂ ਖੁਦ ਜੱਜ ਆ ਜੀ। ਜੀ, ਮੈਂ ਬਹੁਤ ਜਲਦੀ ਪਟਾਰੀ ਨਿਰਮਲ ਸਾਨੂੰ ਫੋਨ ਆ ਗਿਆ ਹੈ, ਮੈਂ ਤੁਹਾਡੀ ਪਟਾਰੀ ਖੋਲਣ ਲੱਗਾ ਹਾਂ। ਮੈਂ ਤੁਹਾਨੂੰ 1.5 ਮਿੰਟ ਦੇ ਰਿਹਾ, ਤੁਹਾਨੂੰ ਮੈਂ ਟਾਈਮ ਦੇ ਰਿਹਾ। ਇਹਨਾਂ ਤੋਂ ਝੂਠੇ ਪਵੋ, ਮੈਂ 1.5 ਮਿੰਟ ਬਾਅਦ ਪਟਾਰੀ ਖੋਲ ਦੇਵਾਂਗਾ। ਆਈ ਗਿਵ ਯੂ ਟਾਈਮ, ਥਿੰਕ ਅਬਾਊਟ ਇਟ ਐਂਡ ਸੇ ਦੈਟ ਪਲੀਜ਼। ਕਮ ਔਨ ਬੇਬੀ, ਸਟਾਪ ਇਟ। ਕਮਰਸ਼ੀਅਲ ਲਾਓ ਪਲੀਜ਼, ਪਲੀਜ਼ ਟੇਕ ਕਮਰਸ਼ੀਅਲ ਬ੍ਰੇਕ ਪਲੀਜ਼। ਇੰਗਲੈਂਡ ਤੋਂ ਕੀ ਕਹਿਣਾ ਚਾਹੁੰਦੇ ਹੋ? ਹਾਂਜੀ ਬਾਸੀ ਸਾਹਿਬ, ਮੈਂ ਨਿਰਮਲ ਜੀ ਨੂੰ ਇੱਕ ਪੁੱਛਣਾ ਚਾਹੁੰਦਾ ਵੀ 5.5 ਲੱਖ ਪਾਉਂਡ ਦੀ ਠੱਗੀ ਇਹਨਾਂ ਨਾਲ ਇੱਕ ਦਮੇ ਮਾਰ ਲਈ ਉਹਨਾਂ ਨੇ। ਇਹ ਵੀ 50 ਸਾਲ ਦੇ ਪੜ੍ਹੇ ਲਿਖੇ ਹੋਣਗੇ, ਨਾਲੇ ਕਹਿੰਦੇ ਵੀ ਅਸੀਂ ਹਸਪਤਾਲ 'ਚ ਕੰਮ ਕਰਦੇ ਆ, ਤੇ ਪਤਾ ਹੋਊਗਾ ਵੀ ਏਦਾਂ ਕਿੱਦਾਂ ਹੋ ਸਕਦੀ ਆ। ਦੂਜੀ ਗੱਲ ਬਾਸੀ ਸਾਹਿਬ, ਇਹ ਆਪਣੇ ਕੇਸ ਹੈਗਾ ਬ੍ਰਿਟਿਸ਼ ਦਾ, ਮੇਰੇ ਖਿਆਲ ਵਿੱਚ ਤੁਸੀਂ ਜੱਜ ਵਾਲੀ ਥੋੜੀ ਮਾਰ ਕੇ ਤਾਂ ਕੇਸ ਡਿਸਮਿਸ ਕਰ ਦਿਓ। ਕੇਸ ਜਿਹੜਾ ਆ ਇਹ ਕੋਈ ਅੱਜ ਅਦਾਲਤ ਨਹੀਂ, ਇਹ ਫਰੀडम ਆਫ ਸਪੀਚ ਹੈ, ਲੋਕਾਂ ਨੂੰ ਠੱਗੀਆਂ ਵਿੱਚ ਦੱਸਿਆ ਜਾ ਰਿਹਾ। ਔਰ ਤੁਸੀਂ ਜੱਜ ਆ ਸਾਡੇ, ਮੈਨੂੰ ਪਤਾ ਕੈਨੇਡਾ ਦੇ, ਪਰ ਇੰਗਲੈਂਡ ਦਾ ਕੇਸ ਆਪਣੇ ਤੋਂ ਲੱਗਦਾ ਨਹੀਂ ਹੋਊਗਾ ਸਹੀ। ਨਹੀਂ, ਸਾਰੇ ਬ੍ਰਿਟਿਸ਼ ਆ ਤਿੰਨੇ ਜਾਣੇ। ਨਹੀਂ, ਅਸੀਂ ਐਕਚੁਅਲੀ ਦੇਖੋ ਜੀ, ਮੈਂ ਨਹੀਂ ਕਹਿ ਰਿਹਾ ਕਿ ਇਹਦੇ ਵਿੱਚ ਕਸੂਰ ਜਿਹੜਾ ਆ ਪਰਮਜੀਤ ਪੱਡਾ ਸਾਹਿਬ ਦਾ ਹੈ ਜਾਂ ਜਗਦੀਪ ਖੈਲੇ ਦਾ ਆ। ਪੱਡਾ ਸਾਹਿਬ ਤਾਂ ਹੈ ਹੀ ਇਦਾਂ ਦੇ, ਪੱਡਾ ਸਾਹਿਬ ਤੁਹਾਨੂੰ ਪਤਾ ਹੀ ਹੈ ਕਿਦਾਂ ਦੇ। ਨਹੀਂ, ਉਹ ਮੈਂ ਪਤਾ ਕੀਤਾ, ਹੀ ਇਜ਼ ਵੈਰੀ ਗੁੱਡ ਮੈਨ। ਪੱਡਾ ਜੀ ਬੜੇ ਗੁੱਡ ਨੇ, ਸਿਆਣੇ ਨੇ ਜੀ। ਹਮੇ ਅਸੀਂ ਦੱਸੀਏ ਕਿ ਹੀ ਇਜ਼ ਵੈਰੀ ਗ੍ਰੇਟ, ਸੋ ਅਸੀਂ ਰਿਸਪੈਕਟ ਕਰਦੇ ਹਾਂ। ਦੇਖੋ, ਹਰ ਇੱਕ ਵਿਅਕਤੀ ਹਰ ਮੁਲਕ ਵਿੱਚ ਜਿਹੜਾ ਵਸਦਾ ਹੈ, ਜੇ ਸਾਨੂੰ ਪਤਾ ਨਹੀਂ ਹੁੰਦਾ ਕੌਣ ਹੈ, ਅਸੀਂ ਕਿਸੇ ਬਾਰੇ ਕੰਤਬੰਦ ਨਹੀਂ ਕਰ ਸਕਦੇ, ਕਿਉਂਕਿ ਵਨ ਸਾਈਡਡ ਸਟੋਰੀ ਆ। ਮਿਸਟਰ ਪੱਡਾ ਮੇਰੇ ਵਾਸਤੇ ਰਿਸਪੈਕਟਡ ਨੇ, ਔਰ ਮੇਰੇ ਪਾਸ ਰਿਸਪੈਕਟਡ ਖੈਲਾ ਜੀ ਨੇ। तो सारे मेरे सर दे ताज हो, जिन्ने भी हो, चाहे पड्डा ने, चाहे खैला जी ने, चाहे कोई होर है, तो सारे मेरे सर दे ताज हो। बट इत्थे समस्या ये है कि असीं जिन च दूजे पासे नहीं आउंदे, उन्हां च नहीं कह सकदी कि नरमल जी किस हद तक सच बोलने ने ते किस हद तक गल्लां नूं छुपा के रखिया होया इन्हां ने। नंबर 2 कॉलर प्लीज। हाँ जी बासी साहब, सत श्री अकाल। सन्नी दा ब्रदर बोलदा सिडनी तो जी।
ਆ ਦੇਖੋ ਇਹਨੇ ਅੱਜ ਮੈਨੂੰ ਵੀ ਉਠਾਇਆ ਵਾ, ਕਹਿੰਦਾ ਅੱਜ ਬਾਸੀ ਦਾ ਸ਼ੋਅ ਸੁਣ ਕੇ ਦੇਣਾ। ਮੈਂ ਨਿਰਮਲ ਜੀ ਨੂੰ ਇੱਕ ਗੱਲ ਕਹਿਣੀ ਚਾਹਾਂਗਾ, ਮੈਨੂੰ ਪੂਰੇ ਅੱਜ 11 ਸਾਲ ਹੋ ਗਏ ਸਿਡਨੀ ਦੇ ਵਿੱਚ ਰਹਿੰਦੇ, ਠੀਕ ਹੈ ਜੀ, ਪੂਰੇ 11 ਸਾਲ। ਮੈਂ ਪਿਛਲੇ 2 ਸਾਲਾਂ ਤੋਂ ਘਰ ਚੇਂਜ ਕਰਦਾ ਪਿਆ। ਆਲਰੇਡੀ ਮੇਰੇ ਕੋਲ $55,000 ਮੇਰੀ ਜੇਬ ਦੇ ਵਿੱਚ ਜੇ ਮੈਂ 4 ਲੱਖ ਜਾਂ 5.5 ਲੱਖ ਦਾ ਵੀ ਘਰ ਲੈਣਾ ਆ, ਉਹਦੇ ਲਈ ਮੇਰੇ ਕੋਲ 40 ਤੋਂ 45,000 ਡਾਊਨ ਪੇਮੈਂਟ ਮੇਰੀ ਜੇਬ ਦੇ ਵਿੱਚ ਕੈਸ਼ ਹੋਣੀ ਚਾਹੀਦੀ ਹੈ, ਠੀਕ ਹੈ ਜੀ। ਉਸ ਤੋਂ ਬਾਅਦ ਆਪਾਂ ਮੋਰਗੇਜ ਬ੍ਰੋਕਰ ਕੋਲ ਜਾਂਦੇ ਆ, ਬੈਂਕ ਕੋਲ ਜਾਂਦੇ ਆ, ਬੈਂਕ ਨੂੰ ਦੱਸੀਦਾ ਸਾਡਾ 4,000 ਆਪਣਾ ਜੇ 5 ਲੱਖ ਦਾ ਘਰ ਆ, ਉਹ ਸਾਡਾ ਕਿੰਨਾ ਲੋਨ ਪ੍ਰੂਵ ਕਰਦੇ। ਮੈਨੂੰ ਘੱਟੋ ਘੱਟ ਨਹੀਂ ਤੇ ਇਸ ਮਾਮਲੇ ਦੇ ਵਿੱਚ 2 ਸਾਲ ਹੋ ਗਏ ਆ, ਨਾ ਮੈਨੂੰ ਉਧਰੋਂ ਪ੍ਰੋਪਰ ਲੋਨ ਮਿਲਦਾ ਪਿਆ ਆ, ਨਾ ਮੈਨੂੰ ਇਧਰੋਂ। ਨਹੀਂ ਗੱਲ ਤੁਸੀਂ ਇਹਨਾਂ ਨਹੀਂ ਕਰੋ, ਇਹਨਾਂ ਦੀ ਗੱਲ ਕਰੋ। ਤੁਸੀਂ ਕੀ ਕਹਿਣਾ ਚਾਹੁੰਦੇ ਇਹਨਾਂ ਨੂੰ ਪਲੀਜ਼? ਕਹਿਣਾ ਇਹ ਚਾਹੁੰਦਾ ਆ, ਜੇ 11 ਘਰ ਇਹਨਾਂ ਦੇ ਨਾਂ ਤੇ ਇਸ਼ੂ ਹੋ ਗਏ ਹੋਊਗੇ, ਪਤਾ ਨਹੀਂ ਹੋਏ ਵੀ ਆ ਜਾਂ ਨਹੀਂ ਹੋਏ, ਇਹਦੇ ਵਿੱਚ ਗੱਲ ਕਹਿਣੀ ਇਹੀ ਚਾਹੁੰਦਾ ਆ, ਕੁਛ ਨਾ ਕੁਛ ਇਹ ਸਾਡੇ ਕੋਲ ਲੁਕੋ ਰਹੇ ਆ। ਮਿਹਰਬਾਨੀ ਜੀ। ਜੇ ਇੱਕ ਵੀ ਗੱਲ ਦੱਸ ਦਿੰਦੇ ਨਾ, ਗੱਲ ਸਾਰੀ ਬਸ ਤੁਸੀਂ ਨਿਬੇੜ ਦੇਣੀ ਹੈ, ਕਾਲਰ ਤੇ ਲੋੜ ਹੀ ਨਹੀਂ ਪੈਣੀ। ਥੈਂਕ ਯੂ ਜੀ। ਨੰਬਰ 3 ਕਾਲਰ ਪਲੀਜ਼। ਹੈਲੋ ਸਤਿ ਸ਼੍ਰੀ ਅਕਾਲ ਬਸੀ ਜੀ। ਬਸ ਜੀ ਮੈਂ ਤੇ ਜਿਹੜੇ ਆਂਟੀ ਜੀ ਕਹਿੰਦੇ ਆ ਕਿ ਅਸੀਂ 11 ਘਰ ਲਏ ਆ, ਪਰ ਏਡੇ ਤੇ ਆਂਟੀ ਜੀ ਵੀ ਹੁਣ ਜਵਾਕ ਤੇ ਹੈ ਨਹੀਂ ਵੀ ਇਹਨਾਂ ਨੂੰ ਕੁਝ ਪਤਾ ਨਾ ਹੋਵੇ, ਹਨਾ ਜੀ। ਨਾਲੇ ਇਹ ਵੀ ਬਾਹਰਲਾ ਮੁਲਕ ਹਨਾ, ਇੰਗਲੈਂਡ ਹਨਾ ਜੀ, ਸਾਰਿਆਂ ਨੂੰ ਪਤਾ ਇੱਥੇ ਆ। ਇਹ ਹੁਣ ਕਿਹੜਾ ਪੰਜਾਬ ਆ ਜਾਂ ਇੰਡੀਆ ਵੀ ਜਿਹੜਾ ਕੁਝ ਪਤਾ ਨਹੀਂ ਹੈਗਾ ਇਹਨਾਂ ਨੂੰ। ਪਰ ਮੈਨੂੰ ਤੇ ਆਂਟੀ ਜੀ ਲੱਗਦਾ ਵੀ 11 ਸਾਲ ਨਾਲ ਝੂਠ ਬੋਲ ਰਹੇ ਆ। ਓਕੇ ਨੰਬਰ 4 ਪਲੀਜ਼। ਹੈਲੋ ਨੰਬਰ 4 ਕਾਲਰ। ਹੈਲੋ ਸਤਿ ਸ਼੍ਰੀ ਅਕਾਲ ਬਸੀ ਸਾਹਿਬ। ਜੀ ਸਰ। ਸਰ ਅੱਜ ਮੈਨੂੰ ਸੌਰੀ ਪਤਾ ਨਹੀਂ ਹੈ ਕਿਉਂਕਿ ਮੈਂ ਹੁਣੀ ਟਿਊਨ ਇਨ ਕੀਤਾ, ਮੈਨੂੰ ਪਤਾ ਨਹੀਂ ਹੈ ਵੀ ਕਿਸ ਮੈਟਰ ਤੇ ਗੱਲ ਹੋ ਰਹੀ ਹੈ। ਤੁਸੀਂ ਦੱਸੋਗੇ ਮੜ ਜਾ ਫੇਰ ਮੈਂ ਯੂ ਕੈਨ ਕਾਲ ਅਸ ਬੈਕ, ਜਸਟ ਪੁਰਨ ਪਾਸ ਕਰ ਲਓ। ਥੈਂਕ ਯੂ ਸੋ ਮਚ। ਨਵੀਂ ਕਾਲ ਪਲੀਜ਼। 5 ਕਾਲਰ ਪਲੀਜ਼। ਹਾਂਜੀ ਪੁਸ਼ਪਿੰਦਰ ਬੋਲ ਰਿਹਾ ਜੀ ਫਿਨੀ ਤੋਂ। ਮੈਂ ਇਹਨਾਂ ਨੂੰ ਇਹ ਕਹਿਣਾ ਚਾਹੁੰਦਾ ਜੀ ਨਿਰਮਲ ਜੀ ਨੂੰ, ਜਿਸ ਤਰ੍ਹਾਂ ਇਹਨਾਂ ਦਾ ਨਾਮ ਹੈ ਨਾ ਜੀ ਨਿਰਮਲ, ਇਹ ਆਪਣੇ ਵੱਲੋਂ ਸਾਰੀ ਸਾਫ਼ ਸੁਥਰੀ ਗੱਲ ਤੁਹਾਨੂੰ ਦੱਸ ਦੇਣ ਹਨਾ ਜੀ। ਕੱਲ ਨੂੰ ਇਹਨਾਂ ਦੇ ਹਸਬੈਂਡ ਇਹਨਾਂ ਬ੍ਰਦਰ ਨੇ ਆ ਕੇ ਜੋ ਵੀ ਇਹਨਾਂ ਦੇ ਐਲੀਗੇਸ਼ਨ ਲਾਉਣੇ ਆ ਜਾਂ ਇਹਨਾਂ ਨੂੰ ਮਤਲਬ ਸਾਰੀ ਗੱਲ ਇਹ ਆਪਣੇ ਵੱਲੋਂ ਕਲੀਅਰ ਕਰਨ। ਬਾਕੀ ਮੈਂ ਇਹ ਨਹੀਂ ਕਹਿ ਰਿਹਾ। ਲਾਈਨ ਕੱਟ ਦਿੱਤੀ। ਹਾਂਜੀ ਲਾਈਨ ਕੱਟ ਹੋ ਗਈ ਤੁਹਾਡੀ ਤਾਂ ਪਲੀਜ਼। ਹੈਲੋ ਸਤਿ ਸ਼੍ਰੀ ਅਕਾਲ ਜੀ। ਨੰਬਰ 4 ਕਾਲਰ। ਸਤਿ ਸ਼੍ਰੀ ਅਕਾਲ ਜੀ। ਅਸੀਂ ਸਰ ਮੈਂ ਭਗਵਾਨ ਸਿੰਘ ਬੋਲਦਾ ਜੀ ਮੈਲਬਨ ਤੋਂ। ਜੀ ਕੀ ਕਹਿਣਾ ਚਾਹੁੰਦੇ ਹੋ? ਜੀ ਹੋਲਡ ਔਨ ਪਲੀਜ਼। ਜੀ ਬੋਲੋ। ਜੀ ਸਰ ਮੈਂ ਕਹਿਣਾ ਚਾਹੁੰਦਾ ਜੀ ਵੀ ਦੇਖੋ ਆਪਣਾ ਤੁਸੀਂ ਇਹ ਦੇਖੋ ਇਹਨਾਂ ਨੂੰ ਨਾ 30 ਸਾਲ ਹੋ ਗਏ, ਬਹੁਤ ਘੱਟ ਉਮਰ ਜਿੱਥੇ ਗਏ ਸੀਗੇ। ਮੈਨੂੰ ਇਹਨਾਂ ਦੀ ਗੱਲ 'ਚ ਸੱਚਾਈ ਲੱਗਦੀ ਹੈ ਜੀ, ਕਿਉਂਕਿ ਕਈ ਵਾਰ ਨਾ ਜੀ ਜਦ ਆਪਾਂ ਨਵੀਂ ਕੰਟਰੀ ਵਿੱਚ ਜਾਂਦੇ ਆ ਨਾ, ਆਪਾਂ ਆਪਣੇ ਭਰਾ ਤੇ ਹਸਬੈਂਡ ਤੋਂ ਵੱਧ ਹੋਰ ਕੋਈ ਹੈ ਹੀ ਨਹੀਂ, ਉਹੀ ਰੱਬ ਹੈ ਜੀ ਆਪਣੇ। ਆਪਾਂ ਵਿਸ਼ਵਾਸ ਕਰਦੇ ਆ ਜੀ। ਪਰ ਮੈਨੂੰ ਐ ਲੱਗਦਾ ਵੀ ਇਹਨਾਂ ਨੇ ਅੱਖਾਂ ਮੀਚ ਕੇ ਸਾਈਨ ਕਰਤੇ ਹੋਣਗੇ ਵੀ ਚਲੋ ਆਪਾਂ ਸਾਰੇ ਜਿਹੜੇ ਰਲ ਕੇ ਪੈਸੇ ਬਣਾਉਣੇ ਆ, ਤੇ ਹੁਣ ਇਹ ਐ ਲੁਕੋ ਰਹੇ ਨੇ ਵੀ ਆਪਣਾ ਆਪ ਸਾਫ਼ ਦਿਖਾ ਰਹੇ ਨੇ। ਥੈਂਕ ਯੂ ਸੋ ਮਚ। ਨੰਬਰ 2 ਕਾਲਰ ਰਾਜ ਜੀ ਬੋਲੋ। ਹੈਲੋ ਸਾਹਿਬ, ਆਂਟੀ ਨੂੰ ਇਹ ਵੀ ਪੁੱਛ ਲਓ, ਆਂਟੀ ਆਪ ਵੀ ਸਹੀ ਜੈਨੂਨ ਪੇਪਰਾਂ ਤੇ ਰਹਿੰਦੇ ਉੱਥੇ, ਕਿਤੇ ਡੁਪਲੀਕੇਟ ਪੇਪਰਾਂ ਤੇ ਤਾਂ ਨਹੀਂ? ਨਹੀਂ ਉਹ ਟਰੈਵਲ ਕਰ ਚੁੱਕੇ ਨੇ ਆਪਣੇ। ਨਿਰਮਲ ਤੁਹਾਡੇ ਕੋਲ ਜਿਹੜੇ ਡਾਕੂਮੈਂਟ ਨੇ ਇਮੀਗ੍ਰੇਸ਼ਨ ਦੇ ਬਿਲਕੁਲ ਪ੍ਰੋਪਰ ਨੇ, ਕਿਤੇ ਫੇਕ ਤਾਂ ਨਹੀਂ ਗਏ? ਹਾਂਜੀ ਨਹੀਂ ਮੈਂ ਪਰਮਾਨੈਂਟ ਸਾਰਾ ਕੁਝ ਮੇਰੇ ਕੋਲ ਕੁਝ ਵੀ ਨਹੀਂ ਹੈਗਾ ਜਿੱਦਾਂ ਡੁਪਲੀਕੇਟ, ਸਾਰਾ ਮੇਰਾ ਆਪਣਾ ਹੈ। ਹਾਂਜੀ ਅੱਛਾ ਹੁਣ ਸਵਾਲ ਇਹ ਪੈਦਾ ਹੁੰਦਾ ਤੁਹਾਡੇ ਤੋਂ ਮੈਂ ਪੁੱਛਣਾ ਚਾਹੁੰਦਾ, ਲਾਸਟ ਦੇ ਵਿੱਚ ਤੁਸੀਂ ਕਿੰਨੇ ਸਾਲਾਂ ਬਾਅਦ ਤੁਹਾਨੂੰ ਪਤਾ ਲੱਗਾ ਕਿ ਤੁਹਾਡੇ ਨਾਲ ਠੱਗੀ ਹੋਈ ਆ? ਇਹ ਵੀਰ ਜੀ ਜਦੋਂ ਮੇਰੇ 2009 ਵਿੱਚ ਜਦੋਂ ਮੇਰੇ ਟੈਕਸ ਦਾ ਲੈਟਰ ਆਇਆ ਕਿ ਮੈਨੂੰ ਮੇਰੀ ਜਿਹੜੀ ਡਾਟਰ ਸੀ ਉਹਨੂੰ ਟੈਕਸ ਕ੍ਰੈਡਿਟ ਮਿਲਦਾ ਸੀ, ਉਦੋਂ ਮੇਰਾ ਟੈਕਸ ਦਾ ਲੈਟਰ ਇਦਾਂ ਆਇਆ, ਉਹ ਮੈਨੂੰ ਕਹਿੰਦੇ ਕਿ ਯੂ ਬਾਏ ਦਾ ਪ੍ਰੋਪਰਟੀ, ਯੂ ਰੈਂਟਿੰਗ ਦਾ ਪ੍ਰੋਪਰਟੀ, ਯੂ ਸੈਲਿੰਗ ਦਾ ਪ੍ਰੋਪਰਟੀ। ਵੀਰ ਜੀ ਮੈਨੂੰ ਸਮਝ ਨਹੀਂ ਸੀ ਆਉਂਦੀ। ਮੇਰੀ ਫਰੈਂਡ ਭਾਜੀ ਸੀ ਜਿਹੜੇ ਮੇਰੇ ਫਾਰਮ ਹੁੰਦੇ ਸੀ, ਵੀਰ ਜੀ ਜਦੋਂ ਮੈਂ ਉਹਨਾਂ ਕੋਲ ਲੈ ਕੇ ਗਈ, ਉਹਨੇ ਮੈਨੂੰ ਕਹਿੰਦੀ ਆਪਣੇ ਭਰਾ ਨੂੰ ਪੁੱਛ, ਆਪਣੇ ਸਹੁਰਿਆਂ ਜਾ ਕੇ ਘਰ ਪੁੱਛ, ਕਿਸੇ ਨੇ ਕੁਛ ਤੇ ਲਿਆ ਨਹੀਂ। ਵੀਰ ਜੀ ਮੈਂ ਆ ਕੇ ਆਪਣੇ ਬ੍ਰਦਰ ਨੂੰ ਫੋਨ ਕੀਤਾ ਕਿ ਵੀਰ ਜੀ ਭਾਜੀ ਤੁਸੀਂ ਮੇਰੇ ਨਾਂ ਤੇ ਕੋਈ ਪ੍ਰਾਪਰਟੀ ਤੇ ਨਹੀਂ ਲਈ? ਮੇਰਾ ਭਰਾ ਕਹਿੰਦਾ ਨਹੀਂ, ਕਹਿੰਦਾ ਇੰਪਰੂਵ ਇਟ। ਵੀਰ ਜੀ ਉਸ ਤੋਂ ਪਹਿਲਾਂ ਸਾਡੇ ਘਰ ਚਿੱਠੀਆਂ ਆਉਣੀਆਂ ਸ਼ੁਰੂ ਹੋ ਗਈਆਂ ਸੀ 62 ਐਲਐਕਸ ਰੋਡ ਦੀਆਂ। ਸਾਡੇ ਘਰ ਲੜਾਈ ਹੋਣੀ ਸ਼ੁਰੂ ਹੋ ਗਈ ਸੀ। ਮੇਰਾ ਹਸਬੈਂਡ ਲੜਦਾ ਸੀ ਕਿ ਉਹ ਮੇਰੇ ਨਾਲ ਆਪੇ ਪ੍ਰਾਪਰਟੀਆਂ ਲਈ ਜਾਂਦਾ, ਸਾਰਾ ਕੁਝ ਕਰੀ ਜਾਂਦਾ। ਵੀਰ ਜੀ ਮੇਰੇ ਬ੍ਰਦਰ ਨੇ ਤੁਹਾਡਾ ਮਤਲਬ ਇਹ ਹੈ ਕਿ ਤੁਹਾਡੇ ਘਰ ਦੇ ਵਿੱਚ ਜਿਹੜੀ ਹੈ ਫਸਾਦ ਪਣ ਦਾ ਕਾਰਨ ਤੁਹਾਡਾ ਭਰਾ ਹੈ? ਪਹਿਲਾਂ ਤੁਸੀਂ ਇਕੱਠੇ ਸੀ ਹਸਬੈਂਡ ਵਾਈਫ, ਜਦੋਂ ਇਹ ਤੁਹਾਡੀਆਂ ਪ੍ਰਾਪਰਟੀਆਂ ਦੀ ਚਿੱਠੀਆਂ ਲੱਪੀਆਂ ਫਿਰ ਤੁਹਾਡੇ ਗੜਬੜ ਤੁਹਾਡੇ ਭਰਾ ਹਸਬੈਂਡ ਨਾਲ ਹੋਈ ਹੈ?
ਹਾਂਜੀ ਹਾਂਜੀ, ਮੇਰੇ ਬ੍ਰਦਰ ਨੇ ਸ਼ੁਰੂ ਕੀਤਾ ਸਾਰਾ ਕੰਮ। ਤੁਹਾਡੇ ਘਰ ਨੂੰ ਬਰਬਾਦ ਕਰਨ ਵਾਲਾ ਤੁਹਾਡਾ ਭਰਾ ਆ? ਹਾਂਜੀ ਹਾਂਜੀ, ਸਾਰਾ ਘਰ ਮੇਰਾ ਬਰਬਾਦ ਕਰਤਾ ਮੇਰੇ ਭਰਾ ਨੇ। ਤੇ ਤੁਹਾਡੇ ਹਸਬੰਡ ਦਾ ਕੀ ਕਸੂਰ ਹੈ ਇਹ 'ਚ? ਜਿਹੜਾ ਮੇਰਾ ਹਸਬੰਡ ਆ ਉਹਨੇ ਮੇਰੇ ਭਰਾ ਦਾ ਸਾਥ ਦਿੱਤਾ, ਉਹ ਮੇਰੇ ਭਰਾ ਦੇ ਨਾਲ ਆ। ਪ੍ਰੋਬਲਮ ਇਹ ਆ ਨਾ ਕਿ ਕਰਕੇ ਜਿੰਨਾ ਚਿਰ ਇਹ ਕਹਿੰਦੇ ਆ ਕਿ ਜਿੱਦਾਂ ਘਰ 'ਚੋਂ ਇੱਕ ਬੰਦਾ ਨਹੀਂ ਹੁੰਦਾ ਉਹਨਾਂ ਚਿਰ ਨਹੀਂ ਹੋ ਸਕਦਾ ਕੁਝ ਵੀ। ਮੈਂ ਜਿੱਦਾਂ ਵੀਰ ਜੀ ਮੈਂ ਤਾਂ ਆਪਣਾ ਕੰਮ ਤੇ ਆਉਂਦੀ ਸੀ, ਕੰਮ ਤੇ ਜਾਂਦੀ ਸੀ। ਜਿਹੜਾ ਮੇਰਾ ਹਸਬੰਡ ਸੀ ਉਹ ਉਹਦੇ ਨਾਲ ਰਲ ਕੇ, ਜੇ ਮੇਰਾ ਹਸਬੰਡ ਮੇਰਾ ਸਾਥ ਦਿੰਦਾ ਮੇਰਾ ਭਰਾ ਕਦੇ ਵੀ ਕੁਝ ਨਹੀਂ ਸੀ ਕਰ ਸਕਦਾ ਵੀਰ ਜੀ। ਹੋਲਡਰ ਪਲੀਜ਼, ਨੰਬਰ 6 ਪਲੀਜ਼। ਕੋਟਾਂ ਜੀ ਵੀ ਮੇਰੇ ਨਾਲ ਸਹੀ ਖੜ ਜਾਂਦਾ ਵੀਰ ਜੀ ਤਾਂ ਵੀ ਬਹੁਤ ਕੁਝ ਹੋ ਸਕਦਾ ਸੀ। ਨੰਬਰ 6 ਕਾਲਰ ਇੰਗਲੈਂਡ ਤੋਂ ਜੀ, ਬੋਲੋ। ਹਾਂਜੀ ਹਾਂਜੀ ਸਰ ਜੀ, ਮੈਂ ਇਹ ਪੁੱਛਣਾ ਸੀਗਾ ਨਿਰਮਲ ਜੀ ਨੂੰ ਕਿ ਕਿੰਨਾ ਚਿਰ ਹੋ ਗਿਆ ਇਹਨਾਂ ਨੂੰ ਇੰਗਲੈਂਡ ਵਿੱਚ ਰਹਿੰਦੇ ਨੂੰ, ਇੱਥੇ ਯੂਕੇ ਵਿੱਚ? ਹਾਂਜੀ ਮੈਨੂੰ 20 ਸਾਲ ਹੋ ਗਏ, 90 ਚ ਆਈ ਸੀ ਮੈਂ। 20 ਸਾਲ ਹੋ ਗਏ, ਮੈਨੂੰ ਵੀ 15 ਸਾਲ ਹੋ ਗਏ। ਪਰ ਜਿੱਦਾਂ ਬਾਕੀ ਸਰ ਜੀ ਨਾ ਬਹੁਤ ਰਿਸਪੈਕਟ ਕਰਦੇ ਆ ਕੈਨੇਡਾ ਤੇ ਇੰਡੀਆ ਦੇ ਤਿਰੰਗੇ ਝੰਡੇ ਦੀ ਨਾ, ਉਸੇ ਤਰ੍ਹਾਂ ਆਪਾਂ ਵੀ ਸਿਟੀਜ਼ਨ ਹੋਣ ਦੇ ਨਾਤੇ ਨਾ ਇੰਗਲੈਂਡ ਦੀ ਰਿਸਪੈਕਟ ਕਰੀਏ। ਇੱਥੇ ਲਾਅ ਤੇ ਇੱਥੇ ਦੀ ਸਾਰਾ ਬਹੁਤ ਹੀ ਵਧੀਆ ਤਰੀਕੇ ਨਾਲ ਚੱਲਦਾ, ਕੋਈ ਕਿਸੇ ਨਾਲ ਫਰਾਡ ਨਹੀਂ ਕਰ ਸਕਦਾ। ਤੇ ਜੋ ਤੁਸੀਂ ਗੱਲ ਕਹਿੰਦੇ ਬਿਲਕੁਲ ਗਲਤ ਆ, ਸੱਚ ਦੱਸ ਦਿਓ ਬਾਕੀ ਸਰ ਨੂੰ। ਉਹ ਬਹੁਤ ਹੀ ਵਧੀਆ ਇਨਸਾਨ ਤੇ ਬਹੁਤ ਹੀ ਸੱਚ ਤੇ ਖੜਨ ਵਾਲੇ, ਉਹਨਾਂ ਨੂੰ ਸਾਰਾ ਕੁਝ ਪਤਾ ਹੈ। ਉਹ ਸਿਰਫ ਸਟਾਪ ਇਸ ਕਰਕੇ ਆ ਕਿ ਉਹ ਵਿਊ ਲੈ ਰਹੇ ਨੇ। ਪਲੀਜ਼ ਸਾਰਾ ਕੁਝ ਦੱਸੋ ਤੇ ਅਸੀਂ ਵਾਚ ਕਰਦੇ ਹਾਂ ਤੇ ਸਾਨੂੰ ਵੀ ਪਤਾ ਲੱਗੇ ਸੱਚ ਕੀ ਆ। ਪਰ ਪਲੀਜ਼ ਏਦਾਂ ਤੁਸੀਂ ਉਹ ਨਾ ਕਰੋ ਕਿ ਇੰਗਲੈਂਡ ਮਾੜੀ ਕੰਟਰੀ ਆ ਜਾਂ ਉਹਨਾਂ ਦੇ ਲਾਅ ਤੇ ਤੁਸੀਂ ਡਾਊਟ ਨਾ ਕਰੋ। ਤੁਸੀਂ ਮੈਂ ਇੰਗਲੈਂਡ ਆ, ਤੁਸੀਂ ਕੱਲ ਨੂੰ ਕਾਲ ਕਰ ਲਿਓ, ਜੋ ਤੁਹਾਨੂੰ ਪ੍ਰੋਬਲਮ ਮੈਂ ਆਪ ਸੌਰਟ ਕਰੂੰਗਾ। ਥੈਂਕ ਯੂ ਬਾਸੀ ਸਰ ਜੀ, ਮੈਂ ਛੇਤੀ ਇੰਨੀ ਗੱਲ ਕਹਿਣੀ ਸੀ। ਬਹੁਤ ਬਹੁਤ ਧੰਨਵਾਦ ਤੁਹਾਡਾ। ਹਾਂ ਓਕੇ ਵੀਰ ਜੀ, ਤੁਸੀਂ ਆਪਣਾ ਨੰਬਰ ਦੇ ਦਿਓ, ਮੈਨੂੰ ਕੋਈ ਮਾਈਂਡ ਨਹੀਂ ਹੈਗਾ। ਮੈਂ ਬਾਸੀ ਦੀ ਬਹੁਤ ਰਿਸਪੈਕਟ ਕਰਦੀ ਹਾਂ, ਇੱਕ ਪਰਮਾਤਮਾ ਮੰਨ ਕੇ ਮੈਂ ਕਦੇ ਵੀ ਕਿਸੇ ਨਾਲ ਝੂਠ ਨਹੀਂ ਬੋਲਦਾ। ਮੈਂ ਬਾਸੀ ਵੀਰ ਜੀ ਨਾਲ ਵੀ ਕੋਈ ਝੂਠ ਨਹੀਂ ਬੋਲਦੀ, ਮੈਂ ਸਾਰਾ ਸੱਚ ਬੋਲਦੀ ਹਾਂ। ਨੰਬਰ 3 ਕਾਲਰ। ਹਾਂਜੀ, ਮੇਰਾ ਇਹਨਾਂ ਨੂੰ ਇਹ ਕੁਐਸਚਨ ਹੈ ਜੀ ਵੀ ਜਿਹੜਾ ਇਹਨਾਂ ਨੂੰ ਕਾਉਂਸਲ ਟੈਕਸ ਆਉਂਦਾ ਉਹ ਈਅਰ ਦੇ ਵਿੱਚ ਇੱਕ ਘਰ ਦਾ ਆਉਂਦਾ ਸੀ ਜਾਂ 11 ਘਰ ਦਾ ਆਉਂਦਾ ਸੀ? ਕਿਉਂਕਿ ਜਦੋਂ ਆਪਾਂ ਈਅਰ ਬਾਅਦ ਭਰਦੇ ਆ ਉਹਦੇ ਵਿੱਚ ਜਿਹੜੀ ਚਿੱਠੀ ਆਉਂਦੀ ਹੈ, ਚਿੱਠੀ ਦੇ ਵਿੱਚ ਲਿਖਿਆ ਹੁੰਦਾ ਵੀ ਇੱਕ ਘਰ ਦਾ ਤੁਹਾਡਾ ਇੰਨਾ ਟੈਕਸ ਬਣ ਗਿਆ। ਤੇ ਜਦੋਂ ਇਹਨਾਂ ਨੂੰ 11 ਘਰ ਦਾ ਟੈਕਸ, ਕਿਉਂਕਿ ਫਿਰ ਇਹਨਾਂ ਦੇ ਨਾਮ ਤੇ ਸੀ ਤਾਂ ਫਿਰ 11 ਘਰ ਦਾ ਟੈਕਸ ਹੋਣਾ ਚਾਹੀਦਾ ਸੀ ਇਹਨਾਂ ਨੂੰ, ਠੀਕ ਹੈ। ਤੇ ਉਦੋਂ ਇਹਨਾਂ ਨੇ ਵੈਰੀਫਾਈ ਨਹੀਂ ਕੀਤਾ ਵੀ ਇਹ 11 ਘਰ ਦਾ ਟੈਕਸ ਕਿੱਦਾਂ ਆ ਗਿਆ ਮੈਨੂੰ। ਜੀ ਬੋਲੋ ਨਿਰਮਲ। ਹਾਂਜੀ, ਨਹੀਂ 11 ਘਰਾਂ ਦਾ ਟੈਕਸ ਜਾਂ ਕੌਂਸਲ ਟੈਕਸ? ਕੌਂਸਲ ਟੈਕਸ ਮੈਨੂੰ ਕਰਕੇ ਕਰੇ ਜਦੋਂ 11 ਘਰਾਂ ਦਾ ਕੌਂਸਲ ਟੈਕਸ ਆਪਾਂ ਜਿਸ ਘਰ ਦੇ ਵਿੱਚ ਰਹਿੰਦੇ ਵੀਰ ਜੀ ਇੰਗਲੈਂਡ ਵਿੱਚ, ਉਸੇ ਘਰ ਦਾ ਕੌਂਸਲ ਟੈਕਸ ਆਉਂਦਾ ਜਿਸ ਘਰ 'ਚ ਆਪਾਂ, ਜਿਸ ਪ੍ਰਾਪਰਟੀ 'ਚ ਆਪਾਂ ਰਹਿੰਦੇ ਆ। ਮੈਂ ਖੋਲੀਆ ਰੋਡ ਤੇ ਰਹਿੰਦੀ ਸੀ ਵੀਰ ਜੀ, ਮੈਨੂੰ ਖੋਲੀਆ ਰੋਡ ਦਾ ਪ੍ਰਾਪਰਟੀ ਦਾ ਕੌਂਸਲ ਟੈਕਸ ਆਉਂਦਾ ਸੀ, ਮੈਂ ਫੁੱਲ ਪੇ ਕਰਦੀ ਸੀ ਉਹ। ਮਿਹਰਬਾਨੀ ਜੀ, ਮੈਂ ਹਮੇਸ਼ਾ ਆਪਣਾ ਸਾਰਾ ਥੈਂਕ ਯੂ ਸੋ ਮਚ। ਸੁਗੋਦਾ ਪੰਜਾਬ ਵਿੱਚ ਇਹ ਸੀ ਸਾਡੇ ਨਰਮਲ ਸੀ ਕੋਸ਼ਿਸ਼ ਕੀਤੀ ਹੈ ਕਿ ਤੁਹਾਡੇ ਬ੍ਰਦਰ ਪੱਡਾ ਸਾਹਿਬ ਨਾਲ ਗੱਲਬਾਤ ਕਰਨ ਦੀ, ਔਰ ਟੈਲੀਫੋਨ ਨਹੀਂ ਉਹਨਾਂ ਅਟੈਂਡ ਕੀਤਾ। ਹੋ ਸਕਦਾ ਕਿ ਉਹ ਟੈਲੀਫੋਨ ਦੂਰ ਹੋਣ ਔਰ ਅਸੀਂ ਉਹਨਾਂ ਨੂੰ ਕੱਲ ਨੂੰ ਲਿਆਉਣ ਦੀ ਕੋਸ਼ਿਸ਼ ਕਰਦੇ ਹਾਂ, ਪਰ ਤੁਹਾਡੇ ਵੱਲੋਂ ਲਾਏ ਗਏ ਦੋਸ਼ ਆ ਔਰ ਸਾਡੇ ਸਟੇਸ਼ਨ ਦਾ BBC ਤੇ ਸਹਿਮਤ ਤੁਹਾਡਾ ਨਾ ਹੋਣਾ ਕੋਈ ਜ਼ਰੂਰੀ ਨਹੀਂ ਹੈ ਕਿ ਤੁਸੀਂ ਐਲੀਗੇਸ਼ਨ ਲਾਏ, ਤੁਸੀਂ ਇਸ ਦੇ ਜ਼ਿੰਮੇਵਾਰ ਹੋ। ਇੱਕ ਭੈਣ ਭਰਾ ਤੇ ਦੋਸ਼ ਲਾ ਰਹੀ ਹੈ ਤੇ ਇੱਕ ਪਤਨੀ ਪਤੀ ਦੇ ਦੋਸ਼ ਲਾ ਰਹੀ ਹੈ, ਪਰ ਅਸੀਂ ਇਹਦੇ ਨਾਲ ਬਿਲਕੁਲ ਐਗਰੀ ਨਹੀਂ ਹੈ। ਔਰ ਮੈਂ ਇਹ ਨਹੀਂ ਕਹਿ ਰਿਹਾ ਤੁਸੀਂ 100% ਝੂਠ ਬੋਲ ਰਹੇ ਹੋ, ਪਰ ਮੈਂ ਇਹ ਕਹਿਣ ਨੂੰ ਤਿਆਰ ਹਾਂ ਕਿ ਤੁਸੀਂ ਕੁਝ ਨਾ ਕੁਝ ਹਾਲੇ ਵੀ ਛੁਪਾ ਰਹੇ ਹੋ ਜਿਹੜਾ ਕਿ ਮੇਰੀ ਸਮਝ ਤੋਂ ਬਾਹਰ। ਵੀਰ ਜੀ ਜਦੋਂ ਮੈਂ ਤੁਹਾਡੇ ਸ਼ੋਅ ਵਿੱਚ ਆਈ ਸੀ, ਮੈਨੂੰ ਤੁਹਾਡਾ ਸਾਰਾ ਫਰੈਂਡਾਂ ਨੇ ਸਾਰਾ ਦੇਖ ਕੇ ਰਿਫਾਇਰ ਕੀਤਾ ਸੀ। ਵੀਰ ਜੀ ਜੇ ਮੈਂ ਤੁਹਾਡੇ ਤੋਂ, ਮੈਂ ਕਦੇ ਵੀ, ਮੈਂ ਵੀਰ ਜੀ ਤੁਹਾਡੇ ਤੋਂ ਕੁਝ ਨਹੀਂ ਛੁਪਾਉਣਾ। ਜੇ ਤੁਸੀਂ ਕਦੇ ਵੀ ਕੁਝ ਲੱਗੋ ਤੁਸੀਂ ਮੈਨੂੰ ਦੋਸ਼ੀ ਕਹਿ ਸਕਦੇ, ਮੈਂ ਤੁਹਾਨੂੰ ਸਾਰਾ ਸੱਚ ਦੱਸ ਰਹੀ ਹਾਂ। ਵੀਰ ਜੀ ਮੈਨੂੰ ਤਾਂ ਖੁਦ ਸ਼ੌਕ ਲੱਗਿਆ ਕਿ ਇਹ ਮੇਰੇ ਨਾਲ ਹੋਇਆ ਕੀ ਆ। ਜਦੋਂ ਵੀਰ ਜੀ ਮੈਨੂੰ ਤਾਂ ਹਾਲੇ ਤੱਕ ਵੀ ਵੀਰ ਜੀ ਮੈਨੂੰ ਬਹੁਤ ਸ਼ੌਕ ਆ ਕਿ ਇਹ ਮੇਰੇ ਨਾਲ ਹੋਇਆ ਕੀ ਆ। ਇਸ ਕੰਟਰੀ ਤੁਹਾਡੇ ਨਾਂ ਤੇ ਹਾਲੇ ਵੀ ਕੁਝ ਪ੍ਰਾਪਰਟੀਆਂ ਹੈ ਵੀਰ ਜੀ ਮੇਰੇ ਨਾਂ ਤੇ? ਜਿਹੜੇ ਮੇਰੇ ਘਰ ਸੀ, ਈਵਨ ਮੇਰੇ ਘਰ ਦੀਆਂ ਵੀ ਜੱਜਾਂ ਨੇ ਸਟੈਂਪਾਂ ਲਾਈਆਂ ਮੇਰੇ ਨਾਂ ਤੇ ਵੀਰ ਜੀ, ਮੈਂ ਸਾਈਨ ਨਹੀਂ ਕੀਤੇ। ਮੈਂ ਜੱਜ ਨੂੰ ਆਹ ਕੇਸ ਰੱਖਿਆ ਸੀ ਕਿ ਮੈਂ ਇੱਕ ਘਰ ਦੇ ਸਾਈਨ ਨਹੀਂ ਕੀਤੇ, ਇੱਕ ਵਾਰੀ ਸਾਈਨ ਨਹੀਂ ਕੀਤੇ। ਮੈਂ ਆਪਣੇ ਨਿਆਣੇ ਤੋਂ ਬਿਨਾ ਮੈਂ 10 ਸਾਲ ਕੋਰਟਾਂ 'ਚ ਧੱਕੇ ਖਾਦੇ ਆ। ਮੈਂ ਸਾਈਨ, ਸਾਨੂੰ ਇੰਗਲੈਂਡ ਤੋਂ ਕੁਝ ਕਾਲ ਲਿਓ, ਅਸੀਂ ਉਹ ਕਾਲ ਜਿਹੜੇ ਲੈਣੇ ਚਾਹਾਂਗੇ। ਹਾਂਜੀ ਹੋਲਡ ਰੱਖੋ ਜੀ। ਸਗੋਦਾ ਪੰਜਾਬ 'ਚ ਸਾਡੇ ਪਾਸ ਕੁਝ ਲੰਡਨ ਤੋਂ ਕਾਲ ਨੇ ਜੀ। ਪਰਮਜੀਤ ਸੋਤਾ ਜੀ ਲਾਈਨ ਤੇ ਆਏ ਨੇ। ਸੋਤਾ ਜਾਂ ਪੱਡਾ? ਸੋਤਾ ਜੀ ਕਹਿ ਰਹੇ ਨੇ, ਪਰਮਜੀਤ ਸੋਤਾ ਸਾਹਿਬ। ਹਾਂਜੀ ਸੋਤਾ ਸਾਹਿਬ ਲਾਈਨ ਤੇ ਤੁਸੀਂ? ਹਾਂਜੀ ਜੀ, ਕਿੱਥੋਂ ਬੋਲ ਰਹੇ, ਕਿਹੜੇ ਸ਼ਹਿਰ 'ਚੋਂ? ਮੈਂ ਲੂਟਨ ਤੋਂ ਬੋਲਦਾ ਜੀ, ਇੰਗਲੈਂਡ ਤੋਂ। ਲੂਟਨ ਤੋਂ। ਤੁਸੀਂ ਜਾਣਦੇ ਹੋ ਜਿੰਨਾ ਅਸੀਂ ਗੱਲਬਾਤ ਕਰ ਰਹੇ ਹਾਂ ਇਸ ਵੇਲੇ ਨਿਰਮਲ ਨੂੰ? ਨਹੀਂ ਗੱਲ ਨਹੀਂ ਕਿ ਜਾਣਦਾ ਨਹੀਂ, ਮੈਂ ਇਹਨਾਂ ਨੂੰ ਪੁੱਛਦਾ ਆ ਕਿ ਵੀ ਪ੍ਰਾਪਰਟੀ ਦਾ ਜਿੱਦਾਂ ਹੈ ਨਾ, ਇੱਥੇ ਜਿਸ ਵੇਲੇ ਤੁਸੀਂ ਪ੍ਰਾਪਰਟੀ ਲੈਂਦੇ ਆ, ਜਿਸ ਬੰਦੇ ਦੇ ਨਾਂ ਲੈਂਦੇ ਉਹਦਾ ਵਕੀਲ ਜਿਹੜੇ ਆ ਸਲਿਸਟਰ, ਉਹ ਸਾਰਾ ਕੁਛ ਪਾਸਪੋਰਟ, ਉਹਦੀ ID ਸਭ ਕੁਛ ਦੇਖਦੇ ਆ। ਇਹਨਾਂ ਨੂੰ ਪੁੱਛੋ ਵੀ ਇਹਨਾਂ ਕਿੱਦਾਂ ਬਗੈਰ ਉਹ ਸਾਈਨ ਇਹਨਾਂ ਤੋਂ ਕਿੱਦਾਂ ਬਿਨਾਂ ਲੈ ਲਈ, ਇਹ ਹੋ ਨਹੀਂ ਸਕਦਾ ਇੱਥੇ, ਕਿਉਂਕਿ ਅਸੀਂ ਵੀ ਪ੍ਰਾਪਰਟੀ ਦੇ ਵਿੱਚ ਹਾਂ।
ਆਈ ਡੋਂਟ ਨੋ। ਨਰਵਲ ਬੋਲੋ। ਹਾਂਜੀ ਹਾਂਜੀ ਵੀਰ ਜੀ, ਇਹ ਤਾਂ ਮੈਨੂੰ ਸ਼ੌਕ ਲੱਗਿਆ ਕਿ ਇੱਕ ਘਰ ਵਾਸਤੇ ਮੈਂ ਦਿੱਤੇ ਵੀਰ ਜੀ। ਮੈਂ ਤੁਹਾਨੂੰ ਦੱਸੀ ਜਾਂਦੀ ਹਾਂ ਕਿ ਜਦੋਂ ਪ੍ਰਾਪਰਟੀਆਂ ਲਈਆਂ ਮੇਰਾ ਬ੍ਰਿਟਿਸ਼ ਪਾਸਪੋਰਟ ਬਣਾ ਕੇ ਮੈਂ 2013 ਚ ਬ੍ਰਿਟਿਸ਼ ਪਾਸਪੋਰਟ ਬਣਾਇਆ ਵੀਰ ਜੀ। ਇੱਥੇ ਬਹੁਤ ਕੁਝ ਹੁੰਦਾ ਆ। ਆਈ ਨੋ। ਇੱਥੇ ਵੀ ਸਾਡੇ ਵੀ ਕਈ ਵਾਰ ਵਕੀਲ ਲੜ ਜਾਂਦੇ ਨੇ, ਫਰਾਡ ਕਰਦੇ ਨੇ। ਆਈ ਅੰਡਰਸਟੈਂਡ। ਥੈਂਕ ਯੂ ਸੋ ਮਚ। ਨੰਬਰ 3 ਕਾਲਰ ਫਿਰ ਇੰਗਲੈਂਡ ਨਾਲ। ਹਾਂਜੀ ਨੰਬਰ 3 ਕਾਲਰ ਇੰਗਲੈਂਡ ਤੋਂ, ਤੁਸੀਂ ਬੋਲੋ। ਹਾਂਜੀ ਹਾਂਜੀ ਭਾਜੀ, ਮੈਂ ਬਸ ਇੰਨਾ ਹੀ ਕਹਿਣਾ ਚਾਹੁੰਦਾ ਵੀ 11 ਘਰ ਕਹਿੰਦੇ ਆ ਇਹਨਾਂ ਨੂੰ ਪਹਿਲੇ ਤੇ ਜਾਂ ਦੂਜੇ ਤੇ ਤੀਜੇ ਤੇ ਚੌਥੇ ਤੇ ਪੰਜਵੇਂ ਤੇ ਛੇਵੇਂ ਤੇ ਸੱਤਵੇਂ ਤੇ ਅੱਠਵੇਂ ਤੇ ਨੌਵੇਂ ਤੇ ਇਹਨਾਂ ਨੂੰ ਪਤਾ ਲੱਗਣਾ ਚਾਹੀਦਾ। 11ਵੇਂ ਤੇ ਇਹਨਾਂ ਨੂੰ ਪਤਾ ਲੱਗਾ ਕਰਕੇ ਇਹਨਾਂ ਨੇ ਉਹ ਮੈਨੂੰ ਲੱਗਦਾ ਵੀ 11ਵੇਂ ਦੇ ਵਿੱਚ ਇਹਨਾਂ ਦੀ ਅਣਬਣ ਹੋ ਗਈ ਹੋਣੀ ਹੈ ਤੇ ਉੱਥੇ ਜਾ ਕੇ ਫਿਰ ਇਹਨਾਂ ਦਾ ਥੋੜਾ ਜਿਹਾ ਰਫੜ ਪੈ ਗਿਆ ਹੋਣਾ ਹਨਾ, ਤਾਂ ਕਰਕੇ ਏਦਾਂ ਕਹਿਣ ਡਿਆ। ਬਿਕਾਜ਼ ਮੈਨੂੰ ਆਈ ਥਿੰਕ ਸ਼ੀ ਨਿਊ ਇਟ ਹਨਾ, ਕਰਕੇ ਉਹਨਾਂ ਨੂੰ ਪਤਾ ਹੀ ਹੋਣਾ ਵੀ 11 ਘਰ ਤਾਂ ਓਬਵੀਅਸਲੀ ਤੁਸੀਂ ਆਪ ਸੋਚੋ ਨਾ, 11 ਘਰ ਥੋੜੇ ਨਹੀਂ ਹੁੰਦੇ ਜੀ। 11 ਘਰ ਲੈ ਕੇ ਬਾਅਦ ਦੇ ਵਿੱਚ ਇਹਨਾਂ ਨੂੰ ਪਤਾ ਲੱਗਾ ਵੀ ਮੈਨੂੰ ਹੁਣ ਅੱਜ ਮੇਰੇ ਨਾਲ ਫਰੋਡ ਹੋ ਗਿਆ। ਭਾਜੀ ਤੁਹਾਨੂੰ ਪੰਜਵੇਂ ਕਿਵੇਂ ਚੌਥੇ ਪੰਜਵੇਂ ਦੇ ਕਿਉਂ ਨਹੀਂ ਪਤਾ ਲੱਗਾ ਹੈ ਨਾ। ਆਈ ਸੀ। ਮਿਹਰਬਾਨੀ ਜੀ, ਬਹੁਤ ਸ਼ੁਕਰੀਆ। ਇਹ ਜੀ ਕਿਚਨ ਕੈਬਨਿਟ ਦੇ ਬਾਰੇ ਵਿੱਚ ਦੱਸੀਏ, ਬੜੀ ਮਿਹਰਬਾਨੀ। ਔਰ ਅਸੀਂ ਲੰਡਨ ਤੋਂ ਜੇ ਕੋਈ ਤੁਹਾਨੂੰ ਜਾਣਦਾ ਹੈ ਪਰਮਜੀਤ ਪੱਡੇ ਨੂੰ ਜਾਂ ਫਿਰ ਜਗਦੀਪ ਸਿੰਘ ਖੈਲਾ ਨੂੰ, ਜਿਹੜਾ ਕਿ ਨਵਾਂ ਪਿੰਡ ਨੈਂਚਾ ਤੋਂ ਹੈ, ਆਪਣੇ ਪਰਮਜੀਤ ਪੱਡਾ ਜਿਹੜਾ ਆ ਉਹ ਹੈ ਇਹਨਾਂ ਦਾ ਭਰਾ, ਉਹ ਰਜ਼ਾਪੁਰ ਤੋਂ ਆ ਜਿਹੜਾ ਕਿ ਕਪੂਰਥਲੇ ਚ ਆ। ਨਰਮਲ ਇਹ ਸਟੋਰੀ ਬੜੀ ਅਜੀਬ, ਹਾਲੇ ਤੱਕ ਅਜੀਬ ਹੈ ਜੀ, ਅਜੀਬੋ ਗਰੀਬ ਹੈ ਔਰ ਕਿਸੇ ਸਿੱਟੇ ਤੇ ਨਹੀਂ ਪਹੁੰਚੇ। ਕਲੋਜ਼ਿੰਗ ਰਿਮਾਰਕਸ ਮੈਂ ਨਹੀਂ ਦੇਵਾਂਗਾ ਕਿਉਂਕਿ ਹਲੇ ਨਾ ਤੁਹਾਡਾ ਹਸਬੈਂਡ ਸਾਨੂੰ ਮਿਲਦਾ ਹੈ ਤੇ ਨਾ ਤੁਹਾਡਾ ਭਰਾ ਮਿਲਦਾ ਹੈ, ਨਾ ਤੁਹਾਡਾ ਕੋਈ ਹੋਰ ਰਿਸ਼ਤੇਦਾਰ ਮੈਨੂੰ ਮਿਲਦਾ ਹੈ ਜਾ ਕੇ ਦੱਸੇ। ਕੋਈ ਨਾ ਕੋਈ ਤੁਹਾਡੇ ਰਿਸ਼ਤੇਦਾਰ, ਭੂਆ, ਚਾਚੀ, ਮਾਸੀ, ਮਾਸੜ, ਕੋਈ ਤਾਇਆ, ਚਾਚਾ ਜਾਂ ਮਸੀਰ ਕੋਈ ਨਾ ਕੋਈ ਹੋਊਗਾ ਹੀ। ਔਰ ਕਿਸੇ ਕਿਸੇ ਨੂੰ ਜ਼ਰੂਰ ਫੋਨ ਆਊਗਾ, ਮੈਂ ਤੁਹਾਡੇ ਨਾਲ ਫਿਰ ਕੰਟੈਕਟ ਕਰਾਂਗਾ ਦੁਬਾਰਾ। ਬਟ ਇਸ ਸਟੋਰੀ ਨੂੰ ਅਸੀਂ ਇੱਥੇ ਹੀ ਬੰਦ ਕਰਦੇ ਹਾਂ। ਪਰ ਇਸ ਸਟੋਰੀ ਦੇ ਵਿੱਚ ਤੁਹਾਡੇ ਵੱਲ ਲਾਏ ਗਏ ਦੋਸ਼ਾਂ ਦੇ ਨਾਲ ਸਾਡਾ ਸਟੇਸ਼ਨ ਦਾ ਸਹਿਮਤ ਤੁਹਾਡਾ ਨਾ ਹੋਣਾ ਕੋਈ ਜ਼ਰੂਰੀ ਨਹੀਂ ਹੈ। ਮੇਰੇ ਪਾਸ ਤੇ ਜਿਹੜੇ ਪੱਡਾ ਫੈਮਿਲੀ ਆ, ਪਰਮਜੀਤ ਪੱਡਾ ਸਾਹਿਬ ਰਿਸਪੈਕਟਡ ਨੇ ਤੇ ਮੇਰੇ ਵਾਸਤੇ ਸਰਦਾਰ ਜਗਦੀਪ ਸਿੰਘ ਖਿਆਲਾ ਜੀ ਰਿਸਪੈਕਟਡ ਨੇ, ਕਿਉਂਕਿ ਇਹ ਵਨ ਸਾਈਡਡ ਸਟੋਰੀ ਹੈ ਔਰ ਇਹਦੇ ਵਿੱਚ ਕੋਈ ਵੀ ਜੱਜ ਦੇ ਵੱਲੋਂ ਜੱਜਮੈਂਟ ਦੇ ਮੁਤਾਬਕ ਕੋਈ ਚਾਰਜ ਨਹੀਂ ਹੋਇਆ, ਚਾਰਜ ਸ਼ੀਟ ਨਹੀਂ ਹੈ, ਕੋਈ ਫਰਾਡ ਵਿੱਚ ਨਹੀਂ ਚਾਰਜ ਹੋਇਆ। ਤੇ ਜਿੰਨੇ ਚਿਰ ਜੱਜ ਨਹੀਂ ਚਾਰਜ ਕਰਦਾ ਤੇ ਉਹਨਾਂ ਚਿਰ ਅਸੀਂ ਕਿਸੇ ਦੇ ਬਾਰੇ ਵਿੱਚ ਖਬਰ ਜਿਹੜੀ ਆ ਉਹ ਅਸੀਂ ਮਨਾਸਬ ਸਮਝਾਂਗੇ ਕਿ ਅਸੀਂ ਹਰਾ ਨਿਊਜ਼ ਦੇਈਏ, ਕੱਚੀਆਂ ਖਬਰਾਂ ਦੇਈਏ, ਟੇਬਲ ਨਿਊਜ਼ ਜਿਹਨੂੰ ਅਸੀਂ ਕਹਿੰਦੇ ਆਮ ਤੌਰ ਤੇ ਲੋਕ ਬਣਾ ਲੈਂਦੇ ਨੇ। ਮੈਂ ਯਕੀਨ ਨਹੀਂ ਕਰਦਾ ਜਿਹੜੀ ਮੈਂ ਅੱਜ ਖਬਰ ਦੇਣੀ ਕੱਲ੍ਹ ਵੀ ਹੋਣੀ ਚਾਹੀਦੀ ਹੈ। ਤਾਂ ਮੇਰੇ ਮੁਤਾਬਕ ਹਾਲੇ ਵੀ ਮੇਰੇ ਮਨ ਦੇ ਵਿੱਚ ਇਹ ਡਾਊਟ ਨਹੀਂ ਹੈ, ਮੈਨੂੰ ਕਲੀਅਰ ਨਹੀਂ ਕਰ ਸਕੇ ਕਿ ਇਹ ਧੋਖਾ ਜਿਹੜਾ ਆ ਇਹਨਾਂ ਦੇ ਭਰਾ ਤੇ ਇਹਨਾਂ ਦੇ ਪਤੀ ਨੇ ਕੀਤਾ ਕਿਵੇਂ ਹੋ ਸਕਦਾ। ਤੁਸੀਂ ਕੁਝ ਕਹਿਣਾ ਚਾਹੁੰਦੇ ਮਿਸਟਰ ਸਿੱਧੂ? ਗੋ ਹੈਡ ਪਲੀਜ਼। ਜੀ ਬਿਲਕੁਲ ਜੀ, ਕਹਿਣ ਨੂੰ ਕੁਝ ਹੈ ਹੀ ਨਹੀਂ ਕਿਉਂਕਿ ਭੈਣ ਜੀ ਹਜੇ ਤੱਕ ਕੁਝ ਕਲੀਅਰ ਹੀ ਨਹੀਂ ਕਰ ਪਾਏ। ਕਿਉਂਕਿ ਜਦੋਂ ਤੁਹਾਨੂੰ ਭੈਣ ਜੀ ਪਤਾ ਲੱਗਾ ਸੀ ਤਾਂ ਤੁਸੀਂ ਸ਼ਾਇਦ ਵੇਚ ਦੇਣੀਆਂ ਸੀਗੀਆਂ। ਬਾਕੀ ਜੇ 11 ਪ੍ਰਾਪਰਟੀਆਂ ਇਹਨਾਂ ਦੇ ਨਾਂ ਤੇ ਲਈ ਗਏ, ਉਹ ਡਾਊਨ ਪੇਮੈਂਟ ਤਾਂ ਉਹੀ ਦਿੰਦੇ ਰਹੇ, ਸਾਰਾ ਕੁਝ ਕਰਦੇ ਰਹੇ। ਕਿਤੇ ਨਾ ਕਿਤੇ ਫਿਰ ਕਾਲਰਸ ਕਹਿ ਰਹੇ ਨੇ ਕਿ ਇਨਵੋਲਵਮੈਂਟ ਭੈਣ ਜੀ ਦੀ ਹੋ ਸਕਦੀ ਹੈ ਜਾਂ ਕੁਝ ਵੀ। 11 ਪ੍ਰਾਪਰਟੀ ਵਿੱਚ ਕੋਈ ਐਸੀ ਪ੍ਰਾਪਰਟੀ ਹੈ ਜਿਹੜੀ ਕਿ ਤੁਹਾਡੇ ਹਾਲੇ ਵੀ ਸਟਿਲ ਨਾਮ ਹੇਠ ਹੈ? ਨਰਮਲ 2018 ਚ ਜਦੋਂ ਇੰਗਲੈਂਡ ਦੀ ਗਵਰਨਮੈਂਟ ਨੇ ਲਾਓ ਕਰਤਾ ਕਿ ਤੁਹਾਡੇ ਨਾਲ ਕਿੰਨੀਆਂ ਪ੍ਰਾਪਰਟੀਆਂ ਆਪਾਂ ਲੱਭ ਸਕਦੇ ਹਾਂ। ਜੀ ਪਹਿਲਾਂ ਤਾਂ ਇੱਥੇ ਘਰ ਲੱਭਣਾ ਹੀ ਬਹੁਤ ਔਖਾ, ਜਿਹੜਾ ਇਹ ਆਪਾਂ ਨੂੰ ਕਹਿੰਦੇ ਜਿਹੜਾ ਤੁਹਾਡੇ ਨਾਲ ਕੋਈ ਘਰ ਲੈਂਦਾ ਤੁਹਾਨੂੰ ਲੱਭਣਾ ਹੀ ਬਹੁਤ ਔਖਾ ਕਿ ਤੁਸੀਂ ਲੱਭ ਨਹੀਂ ਸਕਦੇ, ਤੁਹਾਨੂੰ ਪਤਾ ਹੋਣਾ ਚਾਹੀਦਾ, ਐਡਰੈਸ ਹੋਣਾ ਚਾਹੀਦਾ। 2018 ਚ ਇੰਗਲੈਂਡ ਦੀ ਗਵਰਨਮੈਂਟ ਨੇ ਇਹ ਲਾਓ ਕੀਤਾ ਕਿ ਤੁਸੀਂ ਸਲਿਸਟਰ ਨੂੰ ਚਿੱਠੀ ਲਿਖੋ। ਮੈਂ ਮਤਵਾਲੇ ਨੂੰ ਚਿੱਠੀ ਲਿਖੀ ਤੇ ਉਹਨਾਂ ਨੂੰ 30 ਦਿਨਾਂ ਦੇ ਅੰਦਰ ਅੰਦਰ ਮੈਨੂੰ ਆਨਸਰ ਦੇਣਾ ਪੈਣਾ ਸੀ, ਉਹ ਦਿੰਦੇ ਨਹੀਂ ਸੀ। ਮੈਂ ਫਿਰ ਈਮੇਲ ਕਰਾਏ ਕਿਉਂਕਿ ਵੀਰ ਜੀ ਮੇਰੀ ਇੰਗਲਿਸ਼ ਇੰਨੀ ਗੁੱਡ ਨਹੀਂ, ਮੈਂ ਆਪਣੇ ਫਰੈਂਡਾਂ ਕੋਲੋਂ ਈਮੇਲ ਕਰਾਏ। ਬਾਕੀ ਵੀਰ ਜੀ ਮੈਂ ਤੁਹਾਡੇ ਨਾਲ ਬਿਲਕੁਲ ਸੱਚ ਬੋਲਦੀ, ਮੈਂ ਕੋਈ ਨਹੀਂ ਸਾਈਨ ਕੀਤਾ, ਸਿਰਫ ਆਪਣਾ ਇੱਕ ਖੋਲੀ ਰੌਲਾ ਕਰ ਲਿਆ। ਵੀਰ ਜੀ ਮੈਨੂੰ ਇਹਨਾਂ ਦਾ ਕਿਸੇ ਦਾ ਵੀ ਪਤਾ ਨਹੀਂ। ਵੀਰ ਜੀ ਜੇ ਮੈਨੂੰ ਪਤਾ ਹੁੰਦਾ ਮੈਂ ਕਿਉਂ ਆਪਣੇ ਨਿਆਣੇ ਨੂੰ 10 ਸਾਲਾਂ ਬਾਅਦ ਮੈਂ ਨਿਆਣਾ ਲੈ ਕੇ ਟ੍ਰੀਟਮੈਂਟ ਕਰਕੇ ਮੈਂ ਕਿਉਂ ਆਪਣੇ ਨਿਆਣੇ ਨੂੰ ਬੇਬੀ ਸਿਟਰਾਂ ਦੇ ਛੱਡ ਕੇ ਕੰਮ ਤੇ ਜਾਂਦੀ ਜੇ ਮੇਰੇ ਕੋਲ ਇੰਨੇ ਘਰ ਹੁੰਦੇ। ਓਕੇ ਮਿਹਰਬਾਨੀ ਜੀ। ਹੁਣ ਤੁਸੀਂ ਆਪ ਕਿਰਾਏ ਤੇ ਰਹਿੰਦੇ ਹੋ? ਨਹੀਂ ਖਾਦਾ, ਮੈਂ ਮਿਹਨਤ ਕੀਤੀ। 11 ਘਰਾਂ ਦੀ ਮਾਲਕਣ ਰਹਿ ਰਹੀ ਹੈ ਕਿਰਾਏ ਤੇ, ਕਮਾਲ ਦੀ ਗੱਲ ਹੈ। ਅੱਛਾ ਤੁਹਾਡੀ ਕਮੈਂਟ ਤੁਹਾਡੀ ਪੇ ਕਿੰਨੀ ਹੈ ਇਸ ਵੇਲੇ ਹਸਪੀਟਲ ਤੋਂ? ਹਾਂਜੀ ਵੀਰ ਜੀ ਮੈਨੂੰ ਮਿਲ ਜਾਂਦਾ 30-35 ਹਜ਼ਾਰ, ਜਿੱਦਾਂ ਓਵਰ ਟਾਈਮ ਲਾ ਕੇ 30-35-40 ਹਜ਼ਾਰ ਤੱਕ ਮੈਂ ਕਮਾ ਲੈਂਦੀ। ਓਵਰ ਟਾਈਮ ਮੈਂ ਲਾਉਂਦੀ। ਵੀਕਲੀ ਕਿੰਨੇ ਮਿਲਦੇ? ਵੀਕਲੀ ਕਿੰਨੇ ਪਾਉਂਡ ਮਿਲਦੇ ਆ? ਕਿੰਨੇ ਮਿਲਦੇ ਵੀਕਲੀ? ਵੀਕ ਚ 500, 550, 600 ਪਾਉਂਡ ਇਦਾਂ, ਜਿੱਦਾਂ ਤੁਹਾਨੂੰ ਟਾਈਮ ਤੇ ਡਿਪੈਂਡ ਕਰਦਾ ਮੈਂ ਕਿੰਨਾ ਲਾਉਂਦੀ। 500-550 600 ਪਾਉਂਡ ਤੁਸੀਂ ਮਹੀਨੇ ਦਾ ਬਣਾਉਂਦੇ ਹੋ। ਤੁਹਾਡਾ ਖਰਚਾ ਕਿੰਨਾ? ਰੈਂਟ ਕਿੰਨਾ ਦਿੰਦੇ ਤੁਸੀਂ? ਘਰ ਰਹਿੰਦੇ ਹੋ, ਰੈਂਟ ਤੇ ਲਿਆ ਹੋਇਆ ਜਾਂ ਅਪਾਰਟਮੈਂਟ ਹੈ? ਨਹੀਂ ਵੀਰ ਜੀ ਮੈਂ ਘਰ ਤੇ ਰੈਂਟ ਤੇ ਲੈ ਨਹੀਂ ਸਕਦੀ। ਮੇਰੀ ਫਰੈਂਡ ਨੇ ਮੈਨੂੰ ਇੱਕ ਰੂਮ ਦਿੱਤਾ ਹੋਇਆ,
ਮੈਂ ਉਹਨੂੰ 250 ਪਾਉਂਡ ਰੈਂਟ ਦਿੰਨੀ। ਬਾਕੀ ਵੀਰ ਜੀ ਮੈਨੂੰ ਬਹੁਤ, ਮੈਂ ਉਦਾਂ ਜਾ ਕੇ ਵਕੀਲ ਦੇ ਰੈਂਟ ਤੇ ਘਰ ਨਹੀਂ ਲੈ ਸਕਦੀ ਕਿ ਮੇਰੀ ਕ੍ਰੈਡਿਟ ਹਿਸਟਰੀ ਖਰਾਬ ਆ। ਦੇਖੋ ਵੀਰ ਜੀ ਮੈਂ ਵੀ ਮੰਨਦੀ, ਜਿੱਦਾਂ ਸਾਰੇ ਜਦੋਂ ਕਹਿੰਦੇ ਆਪਾਂ, ਦੇਖੋ ਵੀਰ ਜੀ ਜੇ ਮੇਰੇ ਕੋਲ 11 ਤੁਹਾਡੇ ਕਿੰਨੇ ਭਰਾ ਨੇ ਤੇ ਤੁਹਾਡੇ ਭਰਾ ਤੇ ਭੈਣਾਂ ਕਿੰਨੀਆਂ ਨੇ? ਵੀਰ ਜੀ ਮੇਰੇ 3 ਭਰਾ ਆ ਤੇ ਜਿਹੜੀ ਮੇਰੀ ਇੱਕ ਭੈਣ ਆ, ਭੈਣ ਮੇਰੀ ਇੰਡੀਆ ਆ। ਮੇਰੇ ਭਰਾ ਵੀ ਦੋਨੇ ਇੱਥੇ ਆਏ ਸੀ। ਮੇਰੇ ਭਰਾ ਨੇ ਮੇਰੇ ਛੋਟੇ ਭਰਾ ਨਾਲ ਵੀ ਧੋਖਾ ਕੀਤਾ, ਉਹਦੀ ਡੈਥ ਹੋ ਗਈ ਜੂਨ ਦੇ ਵਿੱਚ, ਉਹ ਸੁੱਤਾ ਰਹਿ ਗਿਆ, ਉਹ ਇੰਡੀਆ ਚਲੇ ਗਿਆ ਸੀ। ਡੈਡ ਨੇ ਉਹਨੂੰ ਇੰਡੀਆ ਮੰਗਾ ਲਿਆ ਕਿ ਡੈਡ ਕਹਿੰਦਾ ਇੱਥੇ ਆ ਜਾ, ਮੈਂ ਤੇਰਾ ਸਾਰਾ ਇੱਥੇ ਸੈਟਲਮੈਂਟ ਕਰ ਦਿੰਦਾ। ਕਿ ਵੀਰ ਜੀ ਇਹਨੇ ਇਕੱਲੇ ਮੇਰੇ ਨਾਲ ਹੀ ਧੋਖਾ ਕੀਤਾ, ਮੈਨੂੰ ਇਹ ਕੋਟਾਂ 'ਚ ਲੈ ਗਿਆ, ਮੇਰੇ ਨਾਲ ਇਹਨੇ ਬਾਹਲਾ ਜ਼ਿਆਦਾ ਕੀਤਾ। ਜਿੱਦਾਂ ਇਨ ਭਰਾਵਾਂ ਨਾਲ ਵੀ ਕੀਤਾ ਤੁਹਾਡੇ ਭਰਾ ਨੇ? ਹਾਂਜੀ ਹਾਂਜੀ, ਇਹਨੇ ਮੇਰੇ ਜਿਹੜਾ ਛੋਟਾ ਭਰਾ, ਇਹਨੇ ਮੇਰੇ ਛੋਟੇ ਭਰਾ ਨਾਲ ਵੀ ਕੀਤਾ। ਤੇ ਜਿਹੜਾ ਮੇਰਾ ਡੈਡ ਸੀ ਵੀਰ ਜੀ, ਇਹਨੇ ਸਾਡੇ ਨਾਲ ਬਹੁਤ ਜ਼ਿਆਦਾ, ਇਹਨੇ ਮੇਰਾ ਚਾਚਾ ਜੀ ਇਹਨੂੰ ਲੈ ਕੇ ਆਏ, ਚਾਚਾ ਜੀ ਸਲੋ ਆ, ਮੇਰੇ ਚਾਚਾ ਜੀ ਨੂੰ ਆਪਣਾ ਪੁੱਤ ਬਣਾ ਕੇ ਲੈ ਕੇ ਆਇਆ। ਇਹਨੇ ਮੇਰੇ ਚਾਚਾ ਜੀ ਨਾਲ ਵੀ ਧੋਖਾ ਕੀਤਾ। ਚਾਚੇ ਦਾ ਨਾਮ ਕੀ ਹੈ? ਚਾਚੇ ਦਾ ਨਾਮ ਨਸੀਬ ਸਿੰਘ ਆ। ਮੇਰੇ ਚਾਚਾ ਜੀ ਦੀ ਡੈਥ ਹੋ ਚੁੱਕੀ ਆ, ਉਹਦੇ 2 ਮੁੰਡੇ ਆ। ਜਿੱਦਾਂ ਉਹਨਾਂ ਦਾ ਨਾਮ ਕੀ ਹੈ? ਜਿਹਦਾ ਮੁੰਡੇ ਦਾ ਨਾਮ, ਵੱਡੇ ਦਾ ਨਾਮ ਕਾਰ ਆ, ਛੋਟੇ ਦਾ ਨਾਮ ਜੋਨ ਆ। ਉਹ ਤੁਹਾਡੇ ਨਾਲ ਬੋਲਦੇ ਨੇ? ਜੋਨ ਜਿੱਦਾਂ ਚਾਚੀ, ਹਾਂਜੀ ਜਿਹੜਾ ਇੰਡੀਆ ਵਾਲਾ ਉਹ ਮੁੰਡਾ, ਉਹ ਮੇਰੇ ਨਾਲ ਬੋਲਦੇ, ਉਹ ਮੈਨੂੰ ਕਹਿੰਦੇ ਭੈਣ ਤੇਰੇ ਨਾਲ ਬਹੁਤ ਮਾੜਾ ਹੋਇਆ। ਜਿਹੜਾ ਇੰਡੀਆ ਵਾਲਾ ਮੁੰਡਾ ਉਹ ਬੋਲਦਾ, ਜਿਹੜਾ ਇੱਥੇ ਵਾਲਾ ਸੀ, ਜਦੋਂ ਕਿ ਮੇਰਾ ਬ੍ਰਦਰ ਨੇ, ਇਹਨੇ ਸਾਰੀ ਉਹਨਾਂ ਨਾਲ ਵੀ ਬੇਈਮਾਨੀ ਕੀਤੀ। ਹੋਲਡ ਅਪ ਪਲੀਜ਼, ਹੋਲਡ ਅਪ ਜੀ, ਹਰੇਕ ਬੰਦੇ ਨਾਲ ਕੀਤੀ ਆ, ਹਰੇਕ ਬੰਦੇ ਨਾਲ ਕੀਤੀ ਆ। ਮੈਂ ਤੁਸੀਂ ਕਹਿ ਰਹੇ ਹੋ ਮੇਰੇ ਕੋਲ ਪ੍ਰੂਫ ਨਹੀਂ ਹੈ। ਅੱਛਾ, ਨੰਬਰ 4 ਕਾਲਰ ਬੋਲੋ, ਇੰਗਲੈਂਡ ਦੀ ਕਾਲ ਹੈ। ਨੰਬਰ 4 ਕਾਲਰ ਲਾਈਨ ਤੇ ਤੁਸੀਂ। ਹੈਲੋ, ਸਤਿ ਸ਼੍ਰੀ ਅਕਾਲ ਜੀ। ਜੀ ਗੱਲ ਕਰੋ ਸਰ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਗੱਲ ਕਰੋ ਸਰ। ਮੈਂ ਤਾਂ ਇਹ ਕਹਿਣਾ ਚਾਹੂੰਗਾ ਜੀ ਕਿ ਸਹੀ ਲੱਗਦਾ ਹੈ, ਕਿਉਂਕਿ ਇੱਥੇ ਕਾਫੀ ਲੋਕ ਫਰੋਡ ਕਰਦੇ ਆ ਤੇ ਹੁੰਦੇ ਵੀ ਆ, ਹੱਲੇ ਵੀ ਹੁੰਦੇ ਆ। ਕਰਕੇ ਮੈਂ ਪਰਸਨਲੀ ਜਾਣਦਾ, ਆਪਣੇ ਫੈਮਿਲੀ ਸਰਕਲ ਦੇ ਵਿੱਚ ਕਿਸੇ ਨੇ $500,000 ਦਾ ਫਰੋਡ ਕਰ ਲਿਆ ਸੀ ਉਹਨਾਂ ਦੇ ਨਾਲ, ਏਦਾਂ ਹੀ ਪੌਜੀ ਖਾ ਕੇ। ਥੈਂਕ ਯੂ ਜੀ। ਨੰਬਰ 3 ਕਾਲਰ ਪਲੀਜ਼। ਹੈਲੋ, ਨੰਬਰ 3 ਜੀ ਬੋਲੋ। ਸਤਿ ਸ਼੍ਰੀ ਅਕਾਲ ਜੀ, ਬੋਲੋ ਭੈਣ ਜੀ, ਬੋਲੋ ਜੀ। ਹਾਂਜੀ, ਮੈਂ ਇਹ ਸੋਚ ਰਿਹਾ ਹੋ ਸਕਦਾ ਇਹਨਾਂ ਦੇ ਕੋਲੋਂ ਕਿਤੇ ਪਾਵਰ ਆਫ ਅਟਾਰਨੀ ਲੈ ਲਈ ਹੋਗੀ, ਜਾਂ ਕਿਸੇ ਉਹਨਾਂ ਨੇ ਜਾਣਦੇ ਪਛਾਣਦੇ ਤੋਂ ਇਹਨਾਂ ਦੇ ਮਤਲਬ ਲਾਇਸੈਂਸ ਵਗੈਰਾ ਲੈ ਕੇ ਕਿਤੇ ਆਪਣੀ ਪਾਵਰ ਆਫ ਅਟਾਰਨੀ ਬਣਾ ਲਈ ਹੋਗੀ, ਤਾਂ ਹੋ ਸਕਦਾ ਇਸ ਕਰਕੇ ਕਰਵਾ ਲਿਆ ਹੋਗਾ। ਕਈ ਵਾਰ ਦੂਰੋਂ ਵੀ ਸਾਰਾ ਕੁਝ ਬਿਨਾਂ ਅਗਲੇ ਦੇ ਪਹੁੰਚੇ ਤੇ ਸਾਰੇ ਘਰ ਕੋਲ ਬੰਦਾ ਲੈ ਸਕਦਾ ਹੈ। ਹੋ ਜਾ। ਥੈਂਕ ਯੂ ਸੋ ਮਚ ਨਰਮਲ, ਬੜੀ ਮਿਹਰਬਾਨੀ ਸਮਾਂ ਦੇਣ ਲਈ। ਅਸੀਂ ਸਭ ਸਰੋਤਿਆਂ ਨੂੰ ਦਰਸ਼ਕਾਂ ਧੰਨਵਾਦ ਕਰਦੇ ਹਾਂ। ਹੁਣ ਅਸੀਂ ਤੋਂ ਅੱਗੇ ਲੈ ਰਹੇ ਧੰਨਵਾਦ ਨਰਮਲ। ਇਹ ਸਟੂਡੀਓ ਅਸੀਂ ਪੈਂਡਿੰਗ ਰੱਖ ਰਹੇ ਹਾਂ ਅਤੇ ਆਸ ਕਰਦੇ ਹਾਂ ਕਿ ਅਗਲੇ ਹਫ਼ਤੇ ਵਿੱਚ ਸਾਡੇ ਆਫਿਸ ਵੱਲੋਂ ਤੁਹਾਨੂੰ ਕਿਸੇ ਵੇਲੇ ਵੀ ਘੰਟੀ ਖੜਕ ਸਕਦੀ ਹੈ, ਤਾਂ ਕਿ ਸਾਡਾ ਜਿਹੜਾ ਫਰੀडम ਆਫ ਸਪੀਚ ਸ਼ੋਅ ਆ ਉਹਨੂੰ ਅਸੀਂ ਕੰਪਲੀਟ ਕਰਕੇ ਤੁਹਾਨੂੰ ਵੀ ਇਨਸਾਫ ਅਤੇ ਲੋਕ ਦੇਣ। ਅਤੇ ਇਹ ਹੁਣ ਪਤਾ ਲੱਗੇਗਾ ਆਉਣ ਵਾਲੇ ਦਿਨਾਂ ਵਿੱਚ ਕਿ ਸਟੋਰੀ ਕਿਵੇਂ ਕਿੱਧਰ ਨੂੰ ਟਵਿਸਟ ਹੁੰਦੀ ਆ। ਹਾਲ ਤੱਕ ਇਸ ਸਟੋਰੀ ਵਿੱਚ ਬੜਾ ਭੰਬਲ ਭੂਸਾ ਆ। ਸੋ ਇਨ ਸੈਂਸ ਕਿ ਪਤਾ ਨਹੀਂ ਗਾ ਕਿ ਸਾਨੂੰ ਇਸ ਸਟੋਰੀ ਦੇ ਵਿੱਚ ਹੈ ਕੀ, ਔਰ ਇਹਦੇ ਵਿੱਚ ਬਹੁਤ ਕੁਝ ਛੁਪਿਆ ਹੋਇਆ ਲੱਗਦਾ, ਜਿਹੜਾ ਕਿ ਮੇਰੇ ਕੋਲ ਵੀ ਪੰਡ ਇਸ ਵੇਲੇ ਖੁੱਲ੍ਹ ਨਹੀਂ ਜਾ ਰਹੀ। ਕਈ ਵਾਰ ਤੁਸੀਂ ਇਹੋ ਜਿਹੀਆਂ ਗੱਠਾਂ ਦੇ ਦਿੰਦੇ ਹੋ, ਤਾਣਾ ਬਾਣਾ ਇੰਨਾ ਉਲਝ ਜਾਂਦਾ, ਤਾਂ ਉਹਨੂੰ ਖੋਲ੍ਹਣ ਲਈ ਸਮਾਂ ਚਾਹੀਦਾ। ਤੁਸੀਂ ਮੈਂ ਸਮਾਂ ਮੰਗ ਰਿਹਾ। ਮਿਹਰਬਾਨੀ ਨਰਮਲ। ਅਸੀਂ ਆਸ ਕਰਦੇ ਹਾਂ, ਅਰਦਾਸ ਕਰਦੇ ਹਾਂ ਕਿ ਸਾਡੇ ਦੇਖਣ ਤੇ ਸੁਣਨ ਵਾਲੇ ਸਰੋਤੇ ਜਿਹੜੇ ਨੇ ਉਹ ਤੁਹਾਨੂੰ ਆਉਣ ਵਾਲੇ ਦਿਨਾਂ ਵਿੱਚ ਇੱਕ ਜ਼ਰੂਰ ਕਹਿ ਸਕਣਗੇ ਕਿ ਨਰਮਲ ਨੇ ਗੱਲਬਾਤ ਕੀਤੀ ਸੀ ਆਣ ਕੇ ਸੱਚ ਸੀ ਜਾਂ ਇੱਕ ਝੂਠੀ ਸੀ ਜਾਂ ਕੁਝ ਲੁਕੋਇਆ ਸੀ ਜਾਂ ਛੁਪਾਇਆ ਸੀ। ਆਈ ਡੋਂਟ ਨੋ, ਇਹ ਆਉਣ ਵਾਲਾ ਸਮਾਂ ਦੱਸੇਗਾ। ਨਰਮਲ, ਜ਼ਿੰਦਗੀ ਵਿੱਚ ਕਦੇ ਵੀ ਹੌਸਲਾ ਨਹੀਂ ਹਾਰਨਾ। ਜੇ ਅੱਜ ਹਨੇਰੀਆਂ ਝੱਖੜ ਆਏ ਤਾਂ ਸਵੇਰ ਨੂੰ ਸੂਰਜ ਨੇ ਫੇਰ ਚੜ੍ਹਨਾ ਆ। ਸੋ ਹੌਸਲਾ ਨਹੀਂ ਹਾਰਨਾ ਜ਼ਿੰਦਗੀ ਵਿੱਚ। ਜੇ ਸੱਚੇ ਹੋ ਤਾਂ ਤੁਹਾਨੂੰ ਇਨਸਾਫ ਮਿਲੇਗਾ। ਬੜੀ ਮਿਹਰਬਾਨੀ।